8ਵਾਂ ਅੰਗ। ਮੁੰਡੇ ਨੇ ਫਿਰ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ, ਪਰ ਹੁਣ ਉਹਦਾ ਇਸ ਵੱਲ ਧਿਆਨ ਨਹੀਂ ਸੀ ਲੱਗ ਰਿਹਾ। ਉਹ ਬੜਾ ਤਣਾਅ 'ਚ ਤੇ ਪਰੇਸ਼ਾਨ ਸੀ, ਕਿਉਂਕਿ ਉਹ ਜਾਣਦਾ ਸੀ ਕਿ ਬਜ਼ੁਰਗ ਦੀਆਂ ਗੱਲਾਂ ਸਹੀ ਸਨ। ਉਹ ਡਬਲ ਰੋਟੀ ਦੀ ਦੁਕਾਨ 'ਚ ਗਿਆ ਤੇ ਆਪਣੇ ਲਈ ਇੱਕ ਡਬਲ ਰੋਟੀ ਖਰੀਦੀ। ਉਹ ਸੋਚ ਰਿਹਾ ਸੀ ਕਿ ਤੰਦੂਰੀਏ ਨੂੰ ਦੱਸੇ ਕਿ ਨਾ ਦੱਸੇ ਕਿ ਬਜ਼ੁਰਗ ਨੇ ਉਹਦੇ ਬਾਰੇ ਮੁੰਡੇ ਨੂੰ ਕੀ ਦੱਸਿਆ ਸੀ। ਕਈ ਵਾਰੀ ਚੰਗਾ ਹੁੰਦਾ ਹੈ ਕਿ ਹਾਲਾਤ ਨੂੰ ਜਿਵੇਂ ਹਨ ਉਵੇਂ ਹੀ ਰਹਿਣ ਦਿੱਤਾ ਜਾਏ। ਜੇ ਉਹਨੇ ਕੁਝ ਕਹਿ ਦਿੱਤਾ ਤਾਂ ਤੰਦੂਰੀਆ 3 ਦਿਨ ਤੱਕ ਇਹੀ ਸੋਚਦਾ ਰਹੇਗਾ ਕਿ ਉਹਨੇ ਜੋ ਕੁਝ ਹੁਣ ਤੱਕ ਕੀਤਾ ਉਹ ਸਭ ਕਾਸੇ ਨੂੰ ਛੱਡ ਦੇਵੇ। ਹਾਲਾਂਕਿ ਉਹਨੂੰ ਹੁਣ ਤੱਕ ਇਸ ਜ਼ਿੰਦਗੀ ਦੀ ਆਦਤ ਪੈ ਚੁੱਕੀ ਹੈ। ਮੁੰਡਾ ਘੱਟੋ ਘੱਟ ਇਹ ਤਾਂ ਕਰ ਹੀ ਸਕਦਾ ਹੈ ਕਿ ਤੰਦੂਰੀਏ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ 'ਚ ਨਾ ਪਾਵੇ। ਇਸ ਲਈ ਉਹ ਸ਼ਹਿਰ 'ਚ ਘੁੰਮਣ ਲੱਗਾ ਤੇ ਇਹਦੇ ਦਰਵਾਜ਼ਿਆਂ ਤੱਕ ਪਹੁੰਚ ਗਿਆ। ਇੱਥੇ ਛੋਟੀ ਜਿਹੀ ਇਮਾਰਤ ਸੀ ਜਿਹਦੀ ਖਿੜਕੀ ਦੇ ਬਾਹਰ ਖੜੇ ਲੋਕ ਅਫਰੀਕਾ ਲਈ ਟਿਕਟਾਂ ਖਰੀਦ ਰਹੇ ਸਨ ਤੇ ਉਹਨੂੰ ਪਤਾ ਸੀ ਕਿ ਮਿਸਰ ਵੀ ਅਫਰੀਕਾ 'ਚ ਹੀ ਹੈ। ਮੈਂ ਤੇਰੀ ਕੀ ਮਦਦ ਕਰਾਂ? ਖਿੜਕੀ ਅੰਦਰ ਖੜੇ ਆਦਮੀ ਨੇ ਪੁੱਛਿਆ। ਖਬਰੇ ਕੱਲ ਨੂੰ, ਮੁੰਡਾ ਇਹ ਕਹਿੰਦੇ ਹੋਏ ਲਾਂਭੇ ਚਲਾ ਗਿਆ। ਜੇ ਉਹ ਆਪਣੀ ਇੱਕ ਵੀ ਭੇਡ ਵੇਚ ਦਿੰਦਾ ਤਾਂ ਉਸ ਕੋਲ ਸਮੁੰਦਰ ਦੇ ਇਸ ਲਾਂਘੇ ਦੇ ਪਾਰ ਵਾਲੇ ਕਿਨਾਰੇ ਤੇ ਜਾਣ ਜੋਗੇ ਪੈਸੇ ਹੋ ਜਾਣੇ ਸਨ। ਇਸ ਸੋਚ ਨਾਲ ਹੀ ਉਹ ਡਰ ਗਿਆ। ਜਦੋਂ ਮੁੰਡਾ ਖਿੜਕੀ ਤੋਂ ਜਾ ਰਿਹਾ ਸੀ ਤਾਂ ਟਿਕਟ ਵੇਚਣ ਵਾਲੇ ਨੇ ਆਪਣੇ ਸਹਾਇਕ ਨੂੰ ਕਿਹਾ, ਇੱਕ ਹੋਰ ਸੁਪਨ ਸਾਜ਼, ਉਸ ਕੋਲ ਸਫ਼ਰ ਕਰਨ ਲਈ ਪੈਸੇ ਨਹੀਂ ਹਨ। ਟਿਕਟ ਵਾਲੀ ਖਿੜਕੀ ਤੇ ਖੜਿਆਂ ਮੁੰਡੇ ਨੂੰ ਆਪਣੀਆਂ ਭੇਡਾਂ ਚੇਤੇ ਆਈਆਂ ਤੇ ਉਹਨੇ ਫੈਸਲਾ ਕੀਤਾ ਕਿ ਉਹਨੇ ਹਾਲ ਦੀ ਘੜੀ ਮੁੜ ਆਜੜੀ ਹੀ ਬਣ ਜਾਣਾ ਚਾਹੀਦਾ ਹੈ। 2 ਸਾਲਾਂ ਵਿੱਚ ਉਹਨੇ ਭੇਡਾਂ ਚਾਰਨ ਬਾਰੇ ਸਭ ਕੁਝ ਜਾਣ ਲਿਆ ਸੀ। ਉਹ ਜਾਣਦਾ ਸੀ ਭੇਡਾਂ ਨੂੰ ਮੁੰਨਣਾ ਕਿਵੇਂ ਹੈ, ਗੱਭਣ ਭੇਡਾਂ ਦਾ ਧਿਆਨ ਕਿਵੇਂ ਰੱਖਣਾ ਹੈ, ਭੇਡਾਂ ਨੂੰ ਭੇੜੀਏ ਤੋਂ ਕਿਵੇਂ ਬਚਾਉਣਾ ਹੈ। ਉਹਨੂੰ ਅੰਦਾਲੂਸ਼ੀਆ ਦੇ ਸਾਰੇ ਖੇਤਾਂ ਤੇ ਚਰਾਗਾਹਾਂ ਦੀ ਜਾਣਕਾਰੀ ਹੋ ਗਈ ਸੀ ਤੇ ਉਹਨੂੰ ਇਹ ਵੀ ਪਤਾ ਸੀ ਕਿ ਉਹਦੇ ਜਾਨਵਰਾਂ ਵਿੱਚੋਂ ਇਕੱਲੇ ਦੀ ਕੀਮਤ ਕਿੰਨੀ ਹੈ। ਉਹਨੇ ਆਪਣੇ ਦੋਸਤ ਦੇ ਵਾੜੇ ਤੱਕ ਜਾਣ ਲਈ ਲੰਮੇ ਤੋਂ ਲੰਮਾ ਰਸਤਾ ਲੱਭਣ ਦਾ ਫੈਸਲਾ ਕੀਤਾ। ਜਦੋਂ ਸ਼ਹਿਰ ਦੇ ਕਿਲੇ ਦੇ ਕੋਲੋਂ ਦੀ ਲੰਘ ਰਿਹਾ ਸੀ ਤਾਂ ਉਹਨੇ ਆਪਣੀ ਵਾਪਸੀ ਕੁਝ ਸਮੇਂ ਲਈ ਰੋਕ ਦਿੱਤੀ ਤੇ ਪੱਥਰ ਦੀ ਬਣੀ ਉਸ ਢਲਾਣ ਤੇ ਚੜ੍ਹ ਗਿਆ ਜਿਹੜੀ ਕੰਧ ਦੇ ਸਿਰੇ ਤੱਕ ਜਾਂਦੀ ਸੀ। ਉੱਤੇ ਖੜੇ ਹੋ ਕੇ ਉਹਨੂੰ ਦੂਰ ਅਫਰੀਕਾ ਦਿਖਾਈ ਦਿੰਦਾ ਸੀ। ਕਿਸੇ ਨੇ ਇੱਕ ਵਾਰ ਉਹਨੂੰ ਦੱਸਿਆ ਸੀ ਕਿ ਉੱਥੋਂ ਹੀ ਮੂਰ ਫੌਜਾਂ ਆਈਆਂ ਸਨ ਜਿਨ੍ਹਾਂ ਨੇ ਸਾਰੇ ਸਪੇਨ ਤੇ ਕਬਜ਼ਾ ਕਰ ਲਿਆ ਸੀ। ਜਿੱਥੇ ਉਹ ਬੈਠਾ ਸੀ ਉੱਥੋਂ ਉਹਨੂੰ ਸਾਰਾ ਸ਼ਹਿਰ ਦਿਖਾਈ ਦਿੰਦਾ ਸੀ, ਉਹ ਬਾਜ਼ਾਰ ਵੀ ਜਿੱਥੇ ਉਹਨੇ ਬਜ਼ੁਰਗ ਨਾਲ ਗੱਲਾਂ ਕੀਤੀਆਂ ਸਨ। ਉਹਨੇ ਸੋਚਿਆ ਕਿ ਉਹ ਪਲ ਹੀ ਮਾੜਾ ਸੀ ਜਿਸ ਪਲ ਉਹ ਬਜ਼ੁਰਗ ਨੂੰ ਮਿਲਿਆ ਸੀ। ਉਹ ਤਾਂ ਸਿਰਫ ਇਸ ਲਈ ਇਸ ਸ਼ਹਿਰ 'ਚ ਆਇਆ ਸੀ ਕਿ ਉਹਦੇ ਸੁਪਨੇ ਦੇ ਅਰਥ ਦੱਸਣ ਵਾਲੀ ਔਰਤ ਦੀ ਭਾਲ ਕਰ ਸਕੇ। ਉਹ ਔਰਤ ਜਾਂ ਉਹ ਬਜ਼ੁਰਗ ਇਸ ਗੱਲ ਤੋਂ ਖੁਸ਼ ਨਹੀਂ ਸਨ ਹੋਏ ਕਿ ਉਹ ਆਜੜੀ ਸੀ। ਉਹ ਐਸੇ ਕੱਲੇ ਬੰਦੇ ਸਨ ਜਿਨ੍ਹਾਂ ਦਾ ਵਾਪਰ ਰਹੀਆਂ ਘਟਨਾਵਾਂ 'ਚ ਹੁਣ ਵਿਸ਼ਵਾਸ ਨਹੀਂ ਸੀ ਰਿਹਾ। ਉਹਨਾਂ ਨੂੰ ਇਸ ਗੱਲ ਦੀ ਵੀ ਸਮਝ ਨਹੀਂ ਕਿ ਆਜੜੀਆਂ ਦਾ ਆਪਣੀ ਭੇਡਾਂ ਨਾਲ ਕਿੰਨਾ ਮੋਹ ਹੁੰਦਾ ਹੈ। ਉਹਨੂੰ ਆਪਣੀ ਇੱਜੜ ਦੀ ਕੱਲੀ ਭੇਡ ਬਾਰੇ ਸਭ ਕੁਝ ਪਤਾ ਸੀ। ਉਹਨੂੰ ਪਤਾ ਸੀ ਕਿ ਕਿਹੜੀ ਲੰਗੜੀ ਸੀ, ਕਿਹਨੇ 2 ਮਹੀਨੇ ਬਾਅਦ ਸੋਣਾ ਹੈ, ਕਿਹੜੀ ਸਭ ਤੋਂ ਵੱਧ ਸੁਸਤ ਹੈ। ਉਹ ਜਾਣਦਾ ਸੀ ਉਹਨਾਂ ਨੂੰ ਮੁੰਨਣਾ ਕਿਵੇਂ ਹੈ, ਕਿਵੇਂ ਝਟਕਾਉਣਾ ਹੈ। ਜੇ ਕਦੇ ਉਹਨੇ ਇਹਨਾਂ ਨੂੰ ਛੱਡ ਜਾਣ ਦਾ ਫੈਸਲਾ ਕੀਤਾ ਤਾਂ ਭੇਡਾਂ ਨੂੰ ਬਹੁਤ ਤਕਲੀਫ ਹੋਏਗੀ। ਹਵਾ ਤੇਜ਼ ਹੋ ਰਹੀ ਸੀ। ਉਹਨੂੰ ਇਸ ਹਵਾ ਦਾ ਪਤਾ ਸੀ। ਲੋਕ ਇਹਨੂੰ ਲੇਵਾਂਤਰ ਪੁਰਾ ਕਹਿੰਦੇ ਸਨ, ਜਿਹੜੀ ਕਿ ਲੇਵਾਂਤ ਦੇਸ਼ ਵੱਲੋਂ ਆਉਂਦੀ ਸੀ, ਜਿਹੜੀ ਕਿ ਭੂ-ਮੱਧ ਸਾਗਰ ਦੇ ਪੂਰਬੀ ਹਿੱਸੇ ਵੱਲ ਸੀ ਤੇ ਇਧਰੋਂ ਹੀ ਮੂਰ ਫੌਜਾਂ ਨੇ ਹਮਲਾ ਕੀਤਾ ਸੀ। ਪੁਰਾ ਤੇਜ਼ ਵਗਣ ਲੱਗ ਪਿਆ ਸੀ ਤੇ ਮੁੰਡੇ ਨੇ ਸੋਚਿਆ ਕਿ ਇੱਕ ਮੈਂ ਹੀ ਹਾਂ ਜਿਹੜਾ ਆਪਣੀਆਂ ਭੇਡਾਂ ਤੇ ਆਪਣੇ ਖਜ਼ਾਨੇ ਵਿਚਾਲੇ ਫਸਿਆ ਫਿਰਦਾ। ਉਹਨੂੰ ਜਿਸ ਕਾਸੇ ਦੀ ਆਦਤ ਪੈ ਗਈ ਹੈ ਤੇ ਜੋ ਕੁਝ ਉਹ ਹਾਸਲ ਕਰਨਾ ਚਾਹੁੰਦਾ ਹੈ ਉਸ ਵਿੱਚੋਂ ਇੱਕ ਦੀ ਚੋਣ ਕਰਨੀ ਪੈਣੀ ਹੈ। ਇਹਦੇ ਬਿਨਾਂ ਵਪਾਰੀ ਦੀ ਧੀ ਵੀ ਸੀ, ਪਰ ਉਹ ਉਹਦੀਆਂ ਭੇਡਾਂ ਜਿੰਨੀ ਅਹਿਮ ਨਹੀਂ ਸੀ ਕਿਉਂਕਿ ਉਹਦੀ ਸਾਰੀ ਦੀ ਸਾਰੀ ਟੇਕ ਮੁੰਡੇ ਤੇ ਨਹੀਂ ਸੀ। ਉਹਦਾ ਖਬਰੇ ਉਹਨੂੰ ਭੁਲਾ ਵੀ ਗਈ ਹੋਏ। ਉਹਨੂੰ ਪੱਕਾ ਪਤਾ ਸੀ ਕਿ ਕੁੜੀ ਨੂੰ ਕੋਈ ਫਰਕ ਨਹੀਂ ਪੈਣਾ ਕਿ ਉਹ ਕਿਸ ਦਿਨ ਉੱਥੇ ਪਹੁੰਚਦਾ ਹੈ। ਉਸ ਕੁੜੀ ਲਈ ਤਾਂ ਹਰ ਦਿਨ ਇੱਕੋ ਜਿਹਾ ਹੀ ਹੈ ਤੇ ਜਦੋਂ ਹਰ ਦਿਨ ਇੱਕੋ ਜਿਹਾ ਹੀ ਹੋਵੇ ਤਾਂ ਲੋਕ ਉਹਨਾਂ ਦੀਆਂ ਜ਼ਿੰਦਗੀਆਂ 'ਚ ਵਾਪਰਨ ਵਾਲੀਆਂ ਚੰਗੀਆਂ ਘਟਨਾਵਾਂ ਨੂੰ ਪਛਾਣਨ 'ਚ ਅਸਫਲ ਰਹਿੰਦੇ ਹਨ, ਜਿਵੇਂ ਕਿ ਹਰ ਰੋਜ਼ ਸੂਰਜ ਚੜ੍ਹਦਾ ਹੈ। ਮੈਂ ਆਪਣੇ ਪਿਤਾ, ਆਪਣੀ ਮਾਤਾ ਤੇ ਆਪਣੇ ਸ਼ਹਿਰ ਦੇ ਕਿਲੇ ਨੂੰ ਵੀ ਪਿੱਛੇ ਛੱਡ ਆਇਆ। ਉਹ ਮੇਰੇ ਤੋਂ ਬਿਨਾਂ ਰਹਿਣਾ ਸਿੱਖ ਗਏ ਹਨ ਤੇ ਮੈਂ ਵੀ। ਮੁੰਡੇ ਨੇ ਸੋਚਿਆ
ਕਿ ਉਹਦੀਆਂ ਭੇਡਾਂ ਵੀ ਉਹਦੇ ਬਿਨਾਂ ਰਹਿਣਾ ਸਿੱਖ ਜਾਣਗੀਆਂ। ਜਿੱਥੇ ਉਹ ਬੈਠਾ ਸੀ ਉੱਥੋਂ ਉਹਨੂੰ ਬਾਜ਼ਾਰ ਦਿਖਾਈ ਦਿੰਦਾ ਸੀ। ਲੋਕ ਤੰਦੂਰੀਏ ਦੀ ਦੁਕਾਨ ਤੇ ਆ ਜਾ ਰਹੇ ਸਨ। ਜਿਸ ਬੈਂਚ ਤੇ ਬੈਠ ਕੇ ਉਹਨੇ ਬਜ਼ੁਰਗ ਨਾਲ ਗੱਲਾਂ ਕੀਤੀਆਂ ਸਨ, ਉੱਥੇ ਇੱਕ ਨੌਜਵਾਨ ਜੋੜੀ ਬੈਠੀ ਸੀ ਤੇ ਉਹ ਇੱਕ ਦੂਜੇ ਨੂੰ ਚੁੰਮ ਰਹੇ ਸਨ। ਉਹ ਤੰਦੂਰੀਆ, ਉਹਨੇ ਆਪਣੇ ਆਪ ਨੂੰ ਕਿਹਾ, ਪਰ ਇਸ ਸੋਚ ਨੂੰ ਅਧੂਰਾ ਹੀ ਛੱਡ ਦਿੱਤਾ। ਪੂਰਾ ਹਾਲੇ ਵੀ ਤੇਜ਼ ਹੋ ਰਿਹਾ ਸੀ ਤੇ ਹਵਾ ਉਹਦੇ ਚਿਹਰੇ ਤੇ ਜ਼ੋਰ ਨਾਲ ਵੱਜ ਰਹੀ ਸੀ। ਠੀਕ ਹੈ ਕਿ ਇਸ ਹਵਾ ਨਾਲ ਹੀ ਮੂਲ ਧਾੜ ਵੀ ਆਏ ਸਨ, ਪਰ ਇਹਦੇ ਨਾਲ ਹੀ ਤਾਂ ਸਹਿਰਾ, ਮਾਰੂਥਲ ਦੀ ਤੇ ਬੁਰਕਿਆਂ ਵਾਲੀਆਂ ਔਰਤਾਂ ਦੀ ਖੁਸ਼ਬੂ ਵੀ ਤਾਂ ਆਉਂਦੀ ਹੈ। ਇਹਨੇ ਆਪਣੇ ਨਾਲ ਉਹਨਾਂ ਲੋਕਾਂ ਦੇ ਪਸੀਨੇ ਤੇ ਸੁਪਨਿਆਂ ਨੂੰ ਵੀ ਲਿਆਂਦਾ ਹੈ, ਜਿਹੜੇ ਕਿਸੇ ਵੇਲੇ ਅਣਜਾਣੇ ਥਾਵਾਂ ਦੀ ਭਾਲ 'ਚ ਗਏ ਸਨ ਜਾਂ ਫਿਰ ਸੋਨੇ ਤੇ ਖਤਰਿਆਂ ਦੀ ਭਾਲ ਵਿੱਚ ਗਏ ਸਨ ਤੇ ਪਿਰਾਮਿਡਾਂ ਦੀ ਭਾਲ ਲਈ। ਮੁੰਡੇ ਨੂੰ ਹਵਾ ਦੀ ਆਜ਼ਾਦੀ ਨਾਲ ਈਰਖਾ ਹੋਈ ਤੇ ਉਹਨੇ ਮਹਿਸੂਸ ਕੀਤਾ ਕਿ ਉਹਨੂੰ ਵੀ ਇਸ ਤਰ੍ਹਾਂ ਦੀ ਆਜ਼ਾਦੀ ਮਿਲ ਸਕਦੀ ਹੈ। ਆਪਣੇ ਆਪ ਨੂੰ ਜਾਣ ਤੋਂ ਉਹ ਖੁਦ ਹੀ ਰੋਕ ਸਕਦਾ ਸੀ। ਭੇਡਾਂ ਵਪਾਰੀ ਦੀ ਧੀ ਤੇ ਅੰਦਾਲੂਸ਼ੀਆਂ ਦੇ ਖੇਤ ਤਾਂ ਉਹਦੀ ਹੋਣੀ ਵੱਲ ਨੂੰ ਸਫ਼ਰ ਦੇ ਇੱਕ ਕਦਮ ਮਾਤਰ ਸਨ। ਅਗਲੇ ਦਿਨ ਮੁੰਡਾ ਦੁਪਹਿਰ ਵੇਲੇ ਬਜ਼ੁਰਗ ਨੂੰ ਮਿਲਿਆ। ਉਹ ਆਪਣੇ ਨਾਲ 6 ਭੇਡਾਂ ਲੈ ਆਇਆ ਸੀ। ਮੁੰਡਾ ਕਹਿਣ ਲੱਗਾ, ਮੈਂ ਬੜਾ ਹੈਰਾਨ ਹਾਂ, ਮੇਰੇ ਮਿੱਤਰ ਨੇ ਬਾਕੀ ਦੀਆਂ ਸਾਰੀਆਂ ਭੇਡਾਂ ਤੁਰੰਤ ਖਰੀਦ ਲਈਆਂ। ਉਹਦਾ ਕਹਿਣਾ ਸੀ ਕਿ ਉਹ ਸਦਾ ਹੀ ਆਜੜੀ ਬਣਨ ਦਾ ਸੁਪਨਾ ਲੈਂਦਾ ਰਿਹਾ ਸੀ ਤੇ ਮੇਰੇ ਲਈ ਇਹ ਸ਼ੁਭ ਸ਼ਗਨ ਹੈ। ਬਜ਼ੁਰਗ ਕਹਿਣ ਲੱਗਾ, ਸਦਾ ਇਸੇ ਤਰ੍ਹਾਂ ਹੀ ਹੁੰਦਾ ਹੈ। ਇਹਨੂੰ ਮਦਦ ਦਾ ਅਸੂਲ ਕਹਿੰਦੇ ਆ। ਜਦੋਂ ਤੁਸੀਂ ਪਹਿਲੀ ਵਾਰੀ ਤਾਸ਼ ਖੇਡਦੇ ਹੋ ਤਾਂ ਜਿੱਤਣ ਦੀ ਪੂਰੀ ਸੰਭਾਵਨਾ ਹੁੰਦੀ ਹੈ। ਇਹਨੂੰ ਨਵਿਆਂ ਦੀ ਕਿਸਮਤ ਕਹਿੰਦੇ ਹਨ। ਇਹ ਕੀ ਹੁੰਦਾ ਹੈ? ਕਿਉਂਕਿ ਕਿਤੇ ਨਾ ਕਿਤੇ ਕੋਈ ਐਸੀ ਤਾਕਤ ਹੈ ਜਿਹੜੀ ਚਾਹੁੰਦੀ ਹੈ ਕਿ ਤੁਸੀਂ ਆਪਣੀ ਹੋਣੀ ਹਾਸਲ ਕਰੋ। ਇਹ ਸਫਲਤਾ ਦਾ ਸਵਾਦ ਚਖਾ ਕੇ ਤੁਹਾਡੀ ਭੁੱਖ ਵਧਾਉਂਦੀ ਹੈ। ਫਿਰ ਬਜ਼ੁਰਗ ਨੇ ਭੇਡਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਤੇ ਦੇਖਿਆ ਕਿ ਉਹਨਾਂ 'ਚੋਂ ਇੱਕ ਲੰਗੜੀ ਸੀ। ਮੁੰਡੇ ਨੇ ਦੱਸਿਆ ਕਿ ਇਹਦੀ ਲੰਗੜੇ ਹੋਣ ਦੀ ਚਿੰਤਾ ਨਹੀਂ ਕਰਨੀ ਚਾਹੀਦੀ, ਕਿਉਂਕਿ ਭੇਡ ਉਹਦੇ ਇੱਜੜ ਦੀ ਸਭ ਤੋਂ ਸਿਆਣੀ ਭੇਡ ਸੀ ਤੇ ਬਹੁਤ ਸਾਰੀ ਉੱਨ ਵੀ ਪੈਦਾ ਕਰਦੀ ਸੀ। ਖਜ਼ਾਨਾ ਕਿੱਥੇ ਹੈ? ਉਸ ਪੁੱਛਿਆ। ਇਹ ਮਿਸਰ ਵਿੱਚ ਪਿਰਾਮਿਡਾਂ ਦੇ ਨੇੜੇ ਹੈ। ਮੁੰਡਾ ਇੱਕਦਮ ਹੈਰਾਨ ਰਹਿ ਗਿਆ। ਉਸ ਬੁੱਢੀ ਔਰਤ ਨੇ ਵੀ ਇਹੀ ਕਿਹਾ ਸੀ, ਪਰ ਉਹਨੇ ਮੁੰਡੇ ਕੋਲੋਂ ਕੋਈ ਪੈਸਾ ਨਹੀਂ ਸੀ ਲਿਆ। ਖਜ਼ਾਨਾ ਲੱਭਣ ਲਈ ਤੈਨੂੰ ਸ਼ਗਨਾਂ ਜਾਂ ਨਿਸ਼ਾਨੀਆਂ ਅਨੁਸਾਰ ਚੱਲਣਾ ਪਏਗਾ। ਪਰਮਾਤਮਾ ਨੇ ਹਰੇਕ ਦੇ ਤੁਰਨ ਲਈ ਵੱਖੋ ਵੱਖਰਾ ਰਸਤਾ ਤਿਆਰ ਕੀਤਾ ਹੋਇਆ ਹੈ। ਪਰਮਾਤਮਾ ਨੇ ਜਿਹੜੀਆਂ ਨਿਸ਼ਾਨੀਆਂ ਤੇਰੇ ਲਈ ਛੱਡੀਆਂ ਹਨ, ਤੈਨੂੰ ਉਹ ਪੜ੍ਹਨੀਆਂ ਆਉਣੀਆਂ ਚਾਹੀਦੀਆਂ ਹਨ। ਇਸ ਤੋਂ ਪਹਿਲਾਂ ਕਿ ਮੁੰਡਾ ਕੁਝ ਜਵਾਬ ਦਿੰਦਾ, ਇੱਕ ਤਿੱਤਲੀ ਆ ਕੇ ਉਸ ਤੇ ਬਜ਼ੁਰਗ ਵਿਚਾਲੇ ਉੱਡਣ ਲੱਗੀ। ਉਹਨੂੰ ਚੇਤੇ ਆਇਆ ਕਿ ਉਹਦੇ ਦਾਦੇ ਨੇ ਇੱਕ ਵਾਰੀ ਉਹਨੂੰ ਦੱਸਿਆ ਸੀ ਕਿ ਤਿੱਤਲੀਆਂ ਸ਼ੁਭ ਸ਼ਗਨ ਹੁੰਦਾ ਹੈ। ਇਸੇ ਤਰ੍ਹਾਂ ਹੀ ਭਵੱਕੜ ਵੀ, ਕਿਰਲੀਆਂ ਵੀ, 4 ਕਿਨਾਰਿਆਂ ਵਾਲੇ ਲੌਂਗ ਵੀ। ਬਜ਼ੁਰਗ ਨੇ ਮੁੰਡੇ ਦੇ ਵਿਚਾਰ ਪੜ੍ਹ ਲਏ ਤੇ ਕਹਿਣ ਲੱਗਾ, ਇਹ ਬਿਲਕੁਲ ਠੀਕ ਹੈ। ਐਨ ਉਸੇ ਤਰ੍ਹਾਂ ਜਿਵੇਂ ਤੇਰੇ ਦਾਦੇ ਨੇ ਤੈਨੂੰ ਸਿਖਾਇਆ ਸੀ। ਇਹ ਚੰਗੀਆਂ ਨਿਸ਼ਾਨੀਆਂ ਹਨ। ਬਜ਼ੁਰਗ ਨੇ ਆਪਣੇ ਕੁੜਤੇ ਦਾ ਪੱਲਾ ਖੋਲ੍ਹਿਆ ਤੇ ਉਹਦੇ ਅੰਦਰ ਦੇਖਦੇ ਸਾਰੀ ਮੁੰਡਾ ਭੁਚੱਕਾ ਰਹਿ ਗਿਆ। ਬਜ਼ੁਰਗ ਦੇ ਸੀਨੇ ਤੇ ਮੋਟੇ ਸੋਨੇ ਦਾ ਜ਼ਰਾ ਬਖਤਰ ਪਾਇਆ ਹੋਇਆ ਸੀ ਤੇ ਇਹਦੇ ਬਹੁਤ ਕੀਮਤੀ ਪੱਥਰ ਜੜੇ ਹੋਏ ਸਨ। ਮੁੰਡੇ ਨੂੰ ਚੇਤੇ ਆਇਆ, ਕੱਲ ਹੀ ਉਹਨੂੰ ਚਮਕੀਲੀ ਚੀਜ਼ ਦਿਸੀ ਸੀ। ਇਹ ਤਾਂ ਸੱਚਮੁੱਚ ਹੀ ਬਾਦਸ਼ਾਹ ਸੀ। ਇਹਨੇ ਜ਼ਰੂਰ ਹੀ ਚੋਰਾਂ ਤੇ ਬਚਣ ਲਈ ਭੇਸ ਬਦਲਿਆ ਹੋਏਗਾ। ਇਹ ਲੈ। ਬਜ਼ੁਰਗ ਨੇ ਆਪਣੇ ਜ਼ਰਾ ਬਖਤਰ ਦੇ ਕੇਂਦਰ ਵਿੱਚ ਜੜੇ ਹੋਏ ਇੱਕ ਚਿੱਟੇ ਪੱਥਰ ਤੇ ਇੱਕ ਕਾਲੇ ਪੱਥਰ ਨੂੰ ਕੱਢ ਕੇ ਆਪਣੇ ਹੱਥ 'ਚ ਫੜਦੇ ਹੋਏ ਕਿਹਾ, ਇਹਨਾਂ ਨੂੰ ਊਰਿਮ ਤੇ ਥੁੰਮਿਨ ਕਹਿੰਦੇ ਹਨ। ਕਾਲੇ ਪੱਥਰ ਦਾ ਮਤਲਬ ਹਾਂ, ਚਿੱਟੇ ਦਾ ਨਾਂ। ਜਦੋਂ ਤੂੰ ਕੋਈ ਨਿਸ਼ਾਨੀ ਪੜ੍ਹਨ ਵਿੱਚ ਕਾਮਯਾਬ ਨਾ ਹੋਵੇਂ ਤਾਂ ਦੋਵੇਂ ਤੇਰੀ ਮਦਦ ਕਰਨਗੇ। ਇਹਨਾਂ ਤੋਂ ਹਮੇਸ਼ਾ ਹੀ ਸਿੱਧੇ ਸਵਾਲ ਪੁੱਛੀ, ਪਰ ਜਿੱਥੋਂ ਤੱਕ ਸੰਭਵ ਹੋ ਸਕੇ ਆਪਣੇ ਫੈਸਲੇ ਆਪ ਹੀ ਕਰਨ ਦੀ ਕੋਸ਼ਿਸ਼ ਕਰੀ। ਖਜ਼ਾਨਾ ਪਿਰਾਮਿਡਾਂ ਦੇ ਕੋਲ ਹੈ, ਇਹ ਤੈਨੂੰ ਪਤਾ ਹੀ ਹੈ, ਪਰ ਮੈਂ 6 ਭੇਡਾਂ ਦੀ ਮੰਗ ਇਸ ਲਈ ਕੀਤੀ ਸੀ ਕਿਉਂਕਿ ਮੈਂ ਤੈਨੂੰ ਫੈਸਲਾ ਕਰਨ 'ਚ ਮਦਦ ਕੀਤੀ ਹੈ। ਮੁੰਡੇ ਨੇ ਪੱਥਰ ਆਪਣੀ ਪੋਟਲੀ 'ਚ ਪਾ ਲਏ। ਇਸ ਵੇਲੇ ਤੋਂ ਬਾਅਦ ਉਹਨੇ ਆਪਣੇ ਸਾਰੇ ਫੈਸਲੇ ਆਪ ਹੀ ਕਰਨੇ ਸਨ। ਇਹ ਗੱਲ ਨਾ ਭੁੱਲੀ ਕਿ ਤੈਨੂੰ ਜਿਸ ਕਾਸੇ ਨਾਲ ਵੀ ਵਾਹ ਪਵੇ ਉਹ ਸਿਰਫ ਇੱਕੋ ਹੀ ਚੀਜ਼ ਹੈ ਤੇ ਹੋਰ ਕੁਝ ਵੀ ਨਹੀਂ, ਤੇ ਨਾਲ ਹੀ ਨਿਸ਼ਾਨੀਆਂ ਦੀ ਭਾਸ਼ਾ ਵੀ ਨਾ ਭੁੱਲੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੀ ਹੋਣੀ ਨੂੰ ਹਾਸਲ ਕੀਤੇ ਬਿਨਾਂ ਆਪਣੀ ਭਾਲ ਨੂੰ ਅਧੂਰਾ ਨਾ ਛੱਡੇ। ਪਰ ਜਾਣ ਤੋਂ ਪਹਿਲਾਂ ਮੈਂ ਤੈਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ ਚਾਹੁੰਦਾ। ਕਿਸੇ ਦੁਕਾਨਦਾਰ ਨੇ ਆਪਣੇ ਪੁੱਤਰ ਨੂੰ ਸੰਸਾਰ ਦੇ ਸਭ ਤੋਂ ਸਿਆਣੇ ਆਦਮੀ ਕੋਲ ਖੁਸ਼ੀ ਦਾ ਭੇਦ ਸਿੱਖਣ ਲਈ ਭੇਜਿਆ। ਮੁੰਡਾ ਮਾਰੂਥਲ 'ਚ 40 ਦਿਨਾਂ ਤੱਕ ਘੁੰਮਦਾ ਰਿਹਾ ਤੇ ਆਖਰਕਾਰ ਇੱਕ ਬਹੁਤ ਹੀ ਖੂਬਸੂਰਤ ਕਿਲੇ ਕੋਲ ਪਹੁੰਚਿਆ, ਜਿਹੜਾ ਇੱਕ ਪਹਾੜ ਦੀ ਚੋਟੀ ਤੇ ਬਣਿਆ ਹੋਇਆ ਸੀ। ਇੱਥੇ ਹੀ ਉਹ ਸਿਆਣਾ ਪੁਰਸ਼ ਰਹਿੰਦਾ ਸੀ। ਜਿਉਂ ਹੀ ਸਾਡਾ ਨਾਇਕ ਕਿਲੇ ਦੇ ਵੱਡੇ ਕਮਰੇ 'ਚ ਦਾਖਲ ਹੋਇਆ ਤਾਂ ਉਹਨੂੰ ਕੋਈ ਸੰਤ ਪੁਰਸ਼ ਦਿਖਾਈ ਨਾ ਦਿੱਤਾ, ਸਗੋਂ ਬਹੁਤ ਸਾਰੀ ਭੀੜ ਦਿਖਾਈ ਦਿੱਤੀ। ਵਪਾਰੀ ਆ ਜਾ ਰਹੇ ਸਨ, ਲੋਕ ਕਿਨਾਰਿਆਂ 'ਚ ਖੜੇ ਗੱਲਾਂ ਕਰ ਰਹੇ ਸਨ।
ਇੱਕ ਪਾਸੇ ਸੰਗੀਤਕਾਰ ਖੜੇ ਹਲਕਾ ਹਲਕਾ ਸੰਗੀਤ ਵਜਾ ਰਹੇ ਸਨ ਤੇ ਇੱਕ ਮੇਜ਼ ਤੇ ਸੰਸਾਰ ਦੇ ਸਭ ਤੋਂ ਨਾਯਾਬ ਖਾਣੇ ਲੱਗੇ ਹੋਏ ਸਨ। ਉਹ ਸਿਆਣਾ ਆਦਮੀ ਹਰ ਇੱਕ ਨਾਲ ਗੱਲਾਂ ਕਰ ਰਿਹਾ ਸੀ ਤੇ ਮੁੰਡੇ ਦੀ ਵਾਰੀ 2 ਘੰਟਿਆਂ ਦੀ ਉਡੀਕ ਤੋਂ ਬਾਅਦ ਹੀ ਆ ਸਕੀ ਤੇ ਸਿਆਣੇ ਆਦਮੀ ਨੇ ਉਹਦੀ ਗੱਲ ਸੁਣੀ। ਉਹ ਆਦਮੀ ਧਿਆਨ ਨਾਲ ਸੁਣਦਾ ਰਿਹਾ ਤੇ ਮੁੰਡਾ ਦੱਸਦਾ ਰਿਹਾ ਕਿ ਉਹ ਉਸ ਕੋਲ ਕਿਉਂ ਆਇਆ ਸੀ, ਪਰ ਨਾਲ ਹੀ ਉਹਨੇ ਮੁੰਡੇ ਨੂੰ ਦੱਸਿਆ ਕਿ ਉਸ ਕੋਲ ਖੁਸ਼ੀ ਦਾ ਭੇਦ ਦੱਸਣ ਲਈ ਸਮਾਂ ਨਹੀਂ ਹੈ। ਉਹ ਸਲਾਹ ਦਿੱਤੀ ਕਿ ਮੁੰਡਾ ਕਿਲੇ 'ਚ ਚੱਕਰ ਮਾਰ ਲਵੇ ਤੇ 2 ਘੰਟਿਆਂ 'ਚ ਆਵੇ। ਉਹ ਆਦਮੀ ਕਹਿਣ ਲੱਗਾ, ਨਾਲ ਦੀ ਨਾਲ ਮੈਂ ਤੈਨੂੰ ਕੋਈ ਕੰਮ ਵੀ ਕਹਿਣਾ ਚਾਹੁੰਦਾ। ਅਜਿਹਾ ਕਹਿੰਦੇ ਹੋਏ ਉਹਨੇ ਮੁੰਡੇ ਨੂੰ ਚਮਚਾ ਫੜਾਇਆ ਜਿਸ ਵਿੱਚ ਤੇਲ ਦੇ 2 ਤੁਪਕੇ ਪਏ ਸਨ। ਤੂੰ ਘੁੰਮਦਾ ਵੀ ਰਹੀਂ, ਪਰ ਨਾਲ ਦੀ ਨਾਲ ਇਹ ਚਮਚ ਵੀ ਆਪਣੇ ਹੱਥ 'ਚ ਫੜੀ ਰੱਖੀ ਤੇ ਤੇਲ ਨੂੰ ਡੁੱਲਣ ਨਾ ਦੇਈਂ। ਮੁੰਡਾ ਇਸ ਮਹਿਲ ਦੀਆਂ ਬਹੁਤ ਸਾਰੀਆਂ ਪੌੜੀਆਂ ਚੜ੍ਹਦਾ ਰਿਹਾ, ਉਤਰਦਾ ਰਿਹਾ। ਇਸ ਸਾਰੇ ਸਮੇਂ ਦੌਰਾਨ ਉਹਦੀਆਂ ਅੱਖਾਂ ਚਮਚੇ ਤੇ ਟਿਕੀਆਂ ਰਹੀਆਂ। 2 ਘੰਟੇ ਬਾਅਦ ਉਸੇ ਕਮਰੇ 'ਚ ਆਇਆ ਜਿੱਥੇ ਸਿਆਣਾ ਪੁਰਸ਼ ਮੌਜੂਦ ਸੀ। ਉਸ ਸਿਆਣੇ ਨੇ ਪੁੱਛਿਆ, ਅੱਛਾ ਮੈਨੂੰ ਇਹ ਦੱਸ ਕਿ ਤੂੰ ਮੇਰੇ ਖਾਣ ਵਾਲੇ ਕਮਰੇ ਦੀਆਂ ਕੰਧਾਂ ਤੇ ਟੰਗੇ ਹੋਏ ਪਰਸ਼ੀਅਨ ਕਾਲੀਨ ਦੇਖੇ ਹਨ? ਕੀ ਤੂੰ ਉਹ ਬਾਗ ਦੇਖਿਆ ਜਿਹਨੂੰ ਬਣਾਉਣ ਵਿੱਚ ਉਸਤਾਦ ਮਾਲੀ ਨੇ 10 ਸਾਲ ਲਾ ਦਿੱਤੇ? ਤੂੰ ਮੇਰੇ ਪੁਸਤਕਾਲੇ 'ਚ ਪਏ ਖੂਬਸੂਰਤ ਭੋਜ ਪੱਤਰ ਦੇਖੇ ਹਨ? ਮੁੰਡਾ ਬੜਾ ਸ਼ਰਮਿੰਦਾ ਹੋਇਆ ਤੇ ਉਹਨੇ ਕਿਹਾ ਕਿ ਉਹਨੇ ਕੁਝ ਵੀ ਨਹੀਂ ਸੀ ਦੇਖਿਆ। ਉਹ ਸਿਰਫ ਇਸੇ ਗੱਲ ਵੱਲ ਧਿਆਨ ਦੇ ਰਿਹਾ ਸੀ ਕਿ ਉਹ ਉਸ ਤੇਲ ਨੂੰ ਬਚਾ ਕੇ ਰੱਖੇ ਜਿਹੜਾ ਸਿਆਣੇ ਬੰਦੇ ਨੇ ਉਸ ਨੂੰ ਦਿੱਤਾ ਸੀ। ਉਸ ਸਿਆਣੇ ਨੇ ਕਿਹਾ, ਹੁਣ ਵਾਪਸ ਜਾ ਤੇ ਮੇਰੇ ਸੰਸਾਰ ਦੀਆਂ ਚੀਜ਼ਾਂ ਨੂੰ ਦੇਖ। ਜਿੰਨੀ ਦੇਰ ਤੱਕ ਤੁਸੀਂ ਕਿਸੇ ਬੰਦੇ ਦੇ ਮਕਾਨ ਨੂੰ ਨਹੀਂ ਦੇਖ ਲੈਂਦੇ ਉਨੀ ਦੇਰ ਤੱਕ ਤੁਸੀਂ ਉਸ ਬੰਦੇ ਤੇ ਭਰੋਸਾ ਨਹੀਂ ਕਰ ਸਕਦੇ। ਰਾਹਤ ਮਹਿਸੂਸ ਕਰਦੇ ਹੋਏ ਮੁੰਡੇ ਨੇ ਚਮਚਾ ਚੁੱਕਿਆ ਤੇ ਫਿਰ ਮਹਿਲ ਨੂੰ ਦੇਖਣ ਚਲਾ ਗਿਆ। ਇਸ ਵਾਰ ਉਹਨੇ ਕੰਧਾਂ ਤੇ ਛੱਤਾਂ ਤੇ ਬਣੇ ਹੋਏ ਸਾਰੇ ਕਲਾ ਦੇ ਨਮੂਨਿਆਂ ਨੂੰ ਦੇਖਿਆ। ਉਹਨੇ ਬਾਗ ਵੀ ਦੇਖੇ ਤੇ ਬਾਗ ਦੇ ਆਲੇ ਦੁਆਲੇ ਦੇ ਪਹਾੜ ਵੀ, ਫੁੱਲਾਂ ਦੀ ਸੁੰਦਰਤਾ ਵੀ, ਤੇ ਉਹ ਸਭ ਕਾਸੇ ਦਾ ਆਨੰਦ ਮਾਣਿਆ ਜੋ ਆਨੰਦਦਾਇਕ ਬਣਾਇਆ ਗਿਆ ਸੀ। ਵਾਪਸ ਮੁੜ ਕੇ ਉਹਨੇ ਜੋ ਕੁਝ ਵੀ ਦੇਖਿਆ ਸੀ ਉਹ ਕੁਝ ਵੇਰਵੇ ਨਾਲ ਉਸ ਸਿਆਣੇ ਪੁਰਸ਼ ਨੂੰ ਦੱਸਿਆ। ਸਿਆਣਾ ਪੁਰਸ਼ ਪੁੱਛਣ ਲੱਗਾ, ਪਰ ਜਿਹੜਾ ਤੇਲ ਮੈਂ ਤੈਨੂੰ ਦਿੱਤਾ ਸੀ ਉਹ ਕਿੱਥੇ ਗਿਆ? ਆਪਣੇ ਹੱਥ ਫੜੇ ਚਮਚੇ ਵੱਲ ਦੇਖਦੇ ਹੋਏ ਮੁੰਡੇ ਨੇ ਦੇਖਿਆ ਕਿ ਤੇਲ ਨਹੀਂ ਹੈ। ਸੰਸਾਰ ਦੇ ਸਭ ਤੋਂ ਸਿਆਣੇ ਬੰਦੇ ਨੇ ਕਹਿਣਾ ਸ਼ੁਰੂ ਕੀਤਾ, ਮੈਂ ਤੈਨੂੰ ਸਿਰਫ ਇੱਕੋ ਹੀ ਸਲਾਹ ਦੇ ਸਕਦਾ। ਉਹ ਇਹ ਕਿ ਖੁਸ਼ੀ ਹਾਸਲ ਕਰਨ ਦਾ ਇੱਕੋ ਇੱਕ ਭੇਦ ਇਹ ਹੈ ਕਿ ਸੰਸਾਰ ਦੇ ਸਾਰੇ ਕਮਾਲ ਦੇਖੇ ਜਾਣ ਤੇ ਕਦੇ ਵੀ ਚਮਚੇ ਤੋਂ ਤੇਲ ਦੇ ਤੁਪਕੇ ਡੁੱਲਣ ਨਾ ਦਿੱਤੇ ਜਾਣ। ਆਜੜੀ ਨੇ ਕੁਛ ਨਾ ਕਿਹਾ। ਉਹਨੂੰ ਬੁੱਢੇ ਮਹਾਰਾਜੇ ਵੱਲੋਂ ਦੱਸੀ ਗਈ ਕਹਾਣੀ ਸਮਝ ਆ ਗਈ ਸੀ। ਆਜੜੀ ਨੂੰ ਸਫ਼ਰ ਤਾਂ ਕਰਨਾ ਚਾਹੀਦਾ ਪਰ ਉਹਨੂੰ ਕਦੇ ਵੀ ਆਪਣੀਆਂ ਭੇਡਾਂ ਨਹੀਂ ਭੁੱਲਣੀਆਂ ਚਾਹੀਦੀਆਂ। ਬਜ਼ੁਰਗ ਨੇ ਮੁੰਡੇ ਵੱਲ ਵੇਖਿਆ ਤੇ ਫਿਰ ਆਪਣੇ ਹੱਥ ਜੋੜਦੇ ਹੋਏ ਮੁੰਡੇ ਦੇ ਸਿਰ ਤੇ ਦੀ ਕਈ ਵਾਰ ਅਜੀਬ ਤਰ੍ਹਾਂ ਨਾਲ ਉਹਨਾਂ ਨੂੰ ਫੇਰਿਆ। ਫਿਰ ਆਪਣੀਆਂ ਭੇਡਾਂ ਲੈਂਦੇ ਹੋਏ ਉਹ ਚਲਾ ਗਿਆ। ਧੰਨਵਾਦ। ਅੰਗ 9। ਤਾਰੀਫਾਂ ਵਿੱਚ ਸਭ ਤੋਂ ਸਿਖਰ ਤੇ ਮੂਲ ਧਾੜਵੀਆਂ ਵੱਲੋਂ ਬਣਾਇਆ ਗਿਆ ਇੱਕ ਬਹੁਤ ਪੁਰਾਣਾ ਕਿਲਾ ਹੈ। ਇਹਦੀਆਂ ਕੰਧਾਂ ਤੇ ਖੜ ਕੇ ਅਫਰੀਕਾ ਦੀ ਝਲਕ ਪਾਈ ਜਾ ਸਕਦੀ ਹੈ। ਉਸ ਸ਼ਾਮ ਸਲੇਮ ਦਾ ਬਾਦਸ਼ਾਹ ਮਲਚੀ ਜੈਦਕ ਕਿਲੇ ਦੀ ਕੰਧ ਤੇ ਬੈਠਾ ਸੀ ਤੇ ਪੂਰੇ ਦੀ ਹਵਾ ਉਹਦੇ ਚਿਹਰੇ ਤੇ ਵੱਜ ਰਹੀ ਸੀ। ਲਾਗੇ ਹੀ ਭੇਡਾਂ ਅਣਮੰਨੇ ਜੇ ਢੰਗ ਨਾਲ ਖੜੀਆਂ ਸਨ ਕਿਉਂਕਿ ਉਹ ਨਵੇਂ ਮਾਲਕ ਨਾਲ ਘੁਲੀਆਂ ਮਿਲੀਆਂ ਨਹੀਂ ਸਨ ਤੇ ਇੰਨੀ ਜ਼ਿਆਦਾ ਤਬਦੀਲੀ ਨਾਲ ਉਤਸ਼ਾਹ ਵਿੱਚ ਵੀ ਸਨ, ਪਰ ਉਹਨਾਂ ਨੂੰ ਸਿਰਫ ਖਾਣਾ ਤੇ ਪਾਣੀ ਚਾਹੀਦਾ ਸੀ। ਮਲਚੀ ਜੈਦਕ ਨੇ ਇੱਕ ਛੋਟੇ ਜਿਹੇ ਸਮੁੰਦਰੀ ਜਹਾਜ਼ ਨੂੰ ਬੰਦਰਗਾਹ ਵਿੱਚੋਂ ਬਾਹਰ ਨਿਕਲਦੇ ਦੇਖਿਆ। ਉਹਨੇ ਹੁਣ ਇਸ ਮੁੰਡੇ ਨੂੰ ਕਦੇ ਵੀ ਨਹੀਂ ਸੀ ਮਿਲ ਸਕਣਾ, ਜਿਵੇਂ ਉਹ ਕਦੇ ਵੀ ਆਪਣਾ 10ਵਾਂ ਹਿੱਸਾ ਹਾਸਲ ਕਰਨ ਤੋਂ ਬਾਅਦ ਅਬਰਾਹਿਮ ਨੂੰ ਨਹੀਂ ਸੀ ਮਿਲ ਸਕਿਆ। ਇਹੀ ਉਹਦਾ ਕੰਮ ਸੀ। ਦੇਵਤਿਆਂ ਦੀਆਂ ਇੱਛਾਵਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਉਹਨਾਂ ਦੀਆਂ ਹੋਣੀਆਂ ਨਹੀਂ ਹੁੰਦੀਆਂ, ਪਰ ਸਲੇਮ ਦਾ ਬਾਦਸ਼ਾਹ ਦਿਲੋਂ ਅਰਦਾਸ ਕਰ ਰਿਹਾ ਸੀ ਕਿ ਮੁੰਡਾ ਕਾਮਯਾਬ ਹੋਵੇ। ਉਹਨੇ ਸੋਚਿਆ ਕਿ ਇਹ ਬਹੁਤ ਮਾੜੀ ਗੱਲ ਹੈ ਕਿ ਉਹ ਛੇਤੀ ਹੀ ਉਹਦਾ ਨਾਮ ਭੁੱਲ ਜਾਏਗਾ। ਮੈਨੂੰ ਆਪਣਾ ਨਾਮ ਦੂਜੀ ਵਾਰ ਵੀ ਦੱਸਣਾ ਚਾਹੀਦਾ ਸੀ, ਇਸ ਲਈ ਉਹ ਮੁੰਡਾ ਜਦੋਂ ਵੀ ਮੇਰੇ ਬਾਰੇ ਗੱਲ ਕਰਦਾ ਤਾਂ ਉਹ ਜ਼ਰੂਰ ਕਹਿੰਦਾ ਕਿ ਮੈਂ ਸਲੇਮ ਦਾ ਬਾਦਸ਼ਾਹ ਮਲਚੀ ਜੈਦਕ ਹਾਂ। ਰਤਾ ਕੁ ਹਤਾਸ਼ ਮਹਿਸੂਸ ਕਰਦੇ ਹੋਏ ਉਹਨੇ ਅਸਮਾਨ ਵੱਲ ਵੇਖਿਆ ਤੇ ਕਿਹਾ, ਹੇ ਈਸ਼ਵਰ, ਜਿਵੇਂ ਤੂੰ ਕਿਹਾ ਸੀ ਮੈਂ ਜਾਣਦਾ ਕਿ ਇਹ ਸਭ ਤੋਂ ਵੱਡਾ ਹੰਕਾਰ ਹੈ, ਪਰ ਬੁੱਢੇ ਬਾਦਸ਼ਾਹ ਨੂੰ ਕਦੇ-ਕਦੇ ਆਪਣੇ ਆਪ ਤੇ ਕੁਝ ਮਾਣ ਕਰਨਾ ਹੀ ਚਾਹੀਦਾ ਹੈ। ਅੰਗ 10ਵਾਂ। ਮੁੰਡੇ ਨੇ ਸੋਚਿਆ, ਅਫਰੀਕਾ ਕਿੰਨਾ ਅਜੀਬ ਹੈ। ਉਹ ਟੈਂਗੀਅਰ ਦੀਆਂ ਭੀੜੀਆਂ ਗਲੀਆਂ 'ਚ ਬਣੇ ਹੋਏ ਬਹੁਤ ਸਾਰੇ ਕਾਹਵਾ ਘਰਾਂ 'ਚ ਇੱਕ 'ਚ ਬੈਠਾ ਸੀ। ਕੁਝ ਲੋਕ ਇੱਕ ਵੱਡੇ ਸਾਰੇ ਹੁੱਕੇ 'ਚੋਂ ਤੰਬਾਕੂ ਪੀ ਰਹੇ ਸਨ ਜਿਹੜੇ ਉਹ ਇੱਕ ਦੂਜੇ ਨਾਲ ਸਾਂਝਾ ਕਰ ਰਹੇ ਸਨ।
ਕੁਝ ਘੰਟਿਆਂ 'ਚ ਹੀ ਉਹਨੇ ਦੇਖਿਆ ਸੀ ਕਿ ਮਰਦ ਹੱਥਾਂ 'ਚ ਹੱਥ ਪਾ ਕੇ ਤੁਰਦੇ ਸਨ। ਔਰਤਾਂ ਦੇ ਚਿਹਰੇ ਢਕੇ ਹੋਏ ਸਨ ਤੇ ਪੁਜਾਰੀ ਥੰਮਲਿਆਂ ਤੇ ਚੜ੍ਹ ਕੇ ਪ੍ਰਾਰਥਨਾ ਕਰਦੇ ਸਨ। ਜਿਉਂ ਹੀ ਉਹ ਆਵਾਜ਼ ਦਿੰਦੇ ਤਾਂ ਸਾਰੇ ਲੋਕ ਆਪਣੇ ਗੋਡਿਆਂ ਭਾਰ ਹੋ ਜਾਂਦੇ ਤੇ ਆਪਣੇ ਮੱਥਿਆਂ ਨੂੰ ਜ਼ਮੀਨ ਨਾਲ ਲਾ ਲੈਂਦੇ। ਕਾਫਰਾਂ ਦੀ ਅਰਦਾਸ, ਉਹਨੇ ਆਪਣੇ ਆਪ ਨੂੰ ਕਿਹਾ। ਬਚਪਨ ਤੋਂ ਹੀ ਚਰਚ ਵਿੱਚ ਜਾਂਦੇ ਹੋਏ ਉਹਨੇ ਸਦਾ ਹੀ ਘੋੜੇ ਤੇ ਸਵਾਰ ਸੰਤਿਆਗੋ ਮਾਤਾ ਮੋਰਸ ਦੇ ਬੁੱਤ ਵੱਲ ਦੇਖਿਆ ਸੀ, ਜਿਹਦੇ ਹੱਥ 'ਚ ਨੰਗੀ ਤਲਵਾਰ ਹੁੰਦੀ ਸੀ, ਜਿਹਦੇ ਪੈਰਾਂ 'ਚ ਕੁਝ ਲੋਕ ਝੁਕੇ ਹੋਏ ਸਨ। ਮੁੰਡੇ ਨੇ ਆਪਣੇ ਆਪ ਨੂੰ ਬਹੁਤ ਦੁਖੀ ਤੇ ਇਕੱਲਾ ਮਹਿਸੂਸ ਕੀਤਾ। ਕਾਫਰ ਦੇਖਣ ਨੂੰ ਬੜੇ ਭੈੜੇ ਦਿਖਾਈ ਦਿੰਦੇ ਸਨ। ਇਹਦੇ ਬਿਨਾਂ ਆਪਣੇ ਸਫ਼ਰ ਦੀ ਕਾਹਲੀ ਦੌਰਾਨ ਉਹ ਸਿਰਫ ਇੱਕ ਗੱਲ ਭੁੱਲ ਗਿਆ ਸੀ, ਜਿਸ ਕਾਰਨ ਉਹ ਲੰਮੇ ਸਮੇਂ ਤੱਕ ਆਪਣੇ ਖਜ਼ਾਨੇ ਤੋਂ ਦੂਰ ਰਹਿ ਸਕਦਾ ਹੈ। ਇਸ ਦੇਸ਼ 'ਚ ਸਿਰਫ ਅਰਬੀ ਭਾਸ਼ਾ ਹੀ ਬੋਲੀ ਜਾਂਦੀ ਹੈ। ਕਾਹਵਾਖਾਨੇ ਦਾ ਮਾਲਕ ਉਹਦੇ ਕੋਲ ਆਇਆ ਤੇ ਮੁੰਡੇ ਨੇ ਉਸੇ ਸ਼ਰਾਬ ਵੱਲ ਇਸ਼ਾਰਾ ਕੀਤਾ ਜਿਹੜੀ ਨਾਲ ਦੇ ਮੇਜ਼ ਤੇ ਬੈਠੇ ਲੋਕ ਪੀ ਰਹੇ ਸਨ। ਇੱਕ ਕੌੜੀ ਚਾਹ ਨਿਕਲੀ। ਮੁੰਡੇ ਨੂੰ ਸ਼ਰਾਬ ਪਸੰਦ ਸੀ, ਪਰ ਉਹਨੂੰ ਹਾਲ ਦੀ ਘੜੀ ਦੀ ਚਿੰਤਾ ਕਰਨ ਦੀ ਲੋੜ ਨਹੀਂ ਸੀ। ਉਹਨੂੰ ਇਸ ਵੇਲੇ ਸਭ ਤੋਂ ਵੱਡੀ ਚਿੰਤਾ ਆਪਣੇ ਖਜ਼ਾਨੇ ਦੀ ਤੇ ਇਸ ਤੱਕ ਪਹੁੰਚਣ ਦੇ ਵਸੀਲੇ ਦੀ ਕਰਨੀ ਚਾਹੀਦੀ ਸੀ। ਭੇਡਾਂ ਵੇਚਣ ਨਾਲ ਉਹਦੀ ਪੋਟਲੀ 'ਚ ਕਾਫੀ ਪੈਸੇ ਆ ਗਏ ਸਨ ਤੇ ਮੁੰਡਾ ਜਾਣਦਾ ਸੀ ਕਿ ਪੈਸਾ ਹੀ ਅਸਲ 'ਚ ਜਾਦੂ ਹੈ। ਜਿਸ ਕਿਸੇ ਕੋਲ ਵੀ ਪੈਸਾ ਹੈ ਉਹ ਕਦੇ ਵੀ ਇਕੱਲਾ ਨਹੀਂ ਰਹਿੰਦਾ। ਛੇਤੀ ਹੀ ਖਬਰੇ ਕੁਝ ਦਿਨਾਂ 'ਚ ਹੀ ਉਹ ਪਿਰਾਮਿਡਾਂ ਤੱਕ ਪਹੁੰਚ ਜਾਏਗਾ। ਸੋਨੇ ਦੇ ਜ਼ਰਾ ਬਖਤਰ ਵਾਲਾ ਬਜ਼ੁਰਗ ਸਿਰਫ 6 ਭੇਡਾਂ ਹਾਸਲ ਕਰਨ ਲਈ ਹੀ ਝੂਠ ਨਹੀਂ ਸੀ ਬੋਲ ਸਕਦਾ। ਉਸ ਬਜ਼ੁਰਗ ਨੇ ਨਿਸ਼ਾਨੀਆਂ ਤੇ ਸ਼ਗਨਾਂ ਦੀ ਗੱਲ ਕੀਤੀ ਸੀ ਤੇ ਜਿਉਂ ਹੀ ਮੁੰਡਾ ਸਮੁੰਦਰੀ ਲਾਂਘੇ ਨੂੰ ਪਾਰ ਕਰ ਰਿਹਾ ਸੀ, ਉਹਨੇ ਨਿਸ਼ਾਨੀਆਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਬਜ਼ੁਰਗ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਸੀ। ਜਿਹੜਾ ਸਮਾਂ ਮੁੰਡੇ ਨੇ ਅੰਦਾਲੂਸ਼ੀਆ ਦੇ ਖੇਤਾਂ 'ਚ ਬਿਤਾਇਆ ਸੀ, ਉਹਨਾਂ ਦਿਨਾਂ ਦੌਰਾਨ ਉਹ ਜ਼ਮੀਨ ਤੇ ਅਸਮਾਨ ਨੂੰ ਦੇਖ ਕੇ ਹੀ ਆਪਣੇ ਰਾਹ ਲੱਭਣਾ ਸਿੱਖ ਗਿਆ ਸੀ। ਉਹਨੂੰ ਇਹ ਪਤਾ ਲੱਗ ਗਿਆ ਸੀ ਕਿ ਕਿਸੇ ਖਾਸ ਕਿਸਮ ਦੇ ਪੰਛੀ ਦੀ ਮੌਜੂਦਗੀ ਦਾ ਮਤਲਬ ਇਹ ਹੈ ਕਿ ਨੇੜੇ ਹੀ ਕਿਤੇ ਸੱਪ ਹੋਣਾ ਚਾਹੀਦਾ ਹੈ ਤੇ ਕਿਸੇ ਖਾਸ ਕਿਸਮ ਦੀ ਝਾੜੀ ਦਾ ਮਤਲਬ ਇਹ ਹੁੰਦਾ ਹੈ ਕਿ ਇਲਾਕੇ 'ਚ ਕਿਤੇ ਨਾ ਕਿਤੇ ਪਾਣੀ ਵੀ ਹੈ। ਇਹ ਸਾਰਾ ਕੁਝ ਉਹਨੂੰ ਭੇਡਾਂ ਨੇ ਸਿਖਾਇਆ ਸੀ। ਉਹਨੇ ਸੋਚਿਆ ਜੇ ਈਸ਼ਵਰ ਭੇਡਾਂ ਦੀ ਇੰਨੀ ਚੰਗੀ ਤਰ੍ਹਾਂ ਅਗਵਾਈ ਕਰਦਾ ਹੈ ਤਾਂ ਉਹ ਮਨੁੱਖ ਦੀ ਵੀ ਕਰੇਗਾ ਤੇ ਇਸ ਨਾਲ ਉਹਨੂੰ ਚੰਗਾ ਮਹਿਸੂਸ ਕੀਤਾ। ਚਾਹ ਹੁਣ ਪਹਿਲਾਂ ਜਿੰਨੀ ਕੌੜੀ ਨਹੀਂ ਸੀ ਲੱਗਦੀ। ਤੂੰ ਕੌਣ ਹੈ? ਉਹਨੇ ਸੁਣਿਆ ਕਿ ਸਪੇਨੀ ਭਾਸ਼ਾ 'ਚ ਉਹਨੂੰ ਕੋਈ ਪੁੱਛ ਰਿਹਾ ਸੀ। ਮੁੰਡੇ ਨੇ ਰਾਹਤ ਮਹਿਸੂਸ ਕੀਤੀ। ਉਹ ਨਿਸ਼ਾਨੀਆਂ ਬਾਰੇ ਸੋਚ ਰਿਹਾ ਸੀ ਤੇ ਕੋਈ ਬੰਦਾ ਹਾਜ਼ਰ ਵੀ ਹੋ ਗਿਆ ਸੀ। ਉਹ ਪੁੱਛਣ ਲੱਗਾ, ਤੈਨੂੰ ਸਪੇਨੀ ਕਿਵੇਂ ਆਉਂਦੀ ਹੈ? ਉਸ ਕੋਲ ਆਇਆ ਬੰਦਾ ਕਾਫੀ ਜਵਾਨ ਸੀ ਤੇ ਉਹਨੇ ਪੱਛਮੀ ਢੰਗ ਦੇ ਕੱਪੜੇ ਪਾਏ ਸਨ, ਪਰ ਉਹਦੀ ਚਮੜੀ ਦਾ ਰੰਗ ਦੱਸਦਾ ਸੀ ਕਿ ਉਹ ਇਸੇ ਸ਼ਹਿਰ ਦਾ ਰਹਿਣ ਵਾਲਾ ਸੀ। ਮੁੰਡੇ ਨੇ ਸੋਚਿਆ ਇਸ ਨਵੇਂ ਆਉਣ ਵਾਲੇ ਬੰਦੇ ਦੀ ਉਮਰ ਤੇ ਕੱਦ ਉਸ ਜਿੰਨੇ ਹੀ ਸਨ। ਇੱਥੇ ਕਰੀਬ ਹਰ ਜਣਾ ਹੀ ਸਪੇਨੀ ਬੋਲਦਾ ਹੈ। ਸਪੇਨ ਇੱਥੋਂ ਮਸਾਂ 2 ਘੰਟੇ ਦੂਰ ਤਾਂ ਹੈ। ਮੁੰਡੇ ਨੇ ਕਿਹਾ, ਬੈਠ ਜਾ ਤੇ ਮੈਂ ਤੈਨੂੰ ਕੁਝ ਦਿਖਾਵਾਂਗਾ, ਨਾਲੇ ਮੇਰੇ ਲਈ ਸ਼ਰਾਬ ਦਾ ਇੱਕ ਗਲਾਸ ਲਿਆ, ਮੈਨੂੰ ਚਾਹ ਪਸੰਦ ਨਹੀਂ। ਨੌਜਵਾਨ ਆਦਮੀ ਕਹਿਣ ਲੱਗਾ, ਇਸ ਦੇਸ਼ 'ਚ ਸ਼ਰਾਬ ਨਹੀਂ ਮਿਲਦੀ, ਧਰਮ ਇਹਦੀ ਆਗਿਆ ਨਹੀਂ ਦਿੰਦਾ। ਮੁੰਡੇ ਨੇ ਉਹਨੂੰ ਦੱਸਿਆ ਕਿ ਉਹ ਪਿਰਾਮਿਡਾਂ ਕੋਲ ਜਾਣਾ ਚਾਹੁੰਦਾ ਹੈ। ਉਹ ਤਾਂ ਆਪਣੇ ਖਜ਼ਾਨੇ ਬਾਰੇ ਵੀ ਦੱਸਣ ਲੱਗਾ ਸੀ, ਪਰ ਐਨ ਮੌਕੇ ਤੇ ਨਾ ਦੱਸਣ ਦਾ ਫੈਸਲਾ ਕਰ ਲਿਆ। ਜੋ ਦੱਸ ਦਿੰਦਾ ਤਾਂ ਸੰਭਵ ਸੀ ਕਿ ਉੱਥੇ ਲਿਜਾਣ ਬਦਲੇ ਇਹ ਆਦਮ ਮੁੰਡਾ ਵੀ ਉਹਦਾ ਕੁਝ ਹਿੱਸਾ ਮੰਗ ਲੈਂਦਾ। ਉਹਨੂੰ ਚੇਤੇ ਆਇਆ ਕਿ ਬਜ਼ੁਰਗ ਨੇ ਉਹਨੂੰ ਕਿਹਾ ਸੀ ਕਿ ਜੋ ਚੀਜ਼ ਤੁਹਾਡੇ ਕੋਲ ਅਜੇ ਹੈ ਹੀ ਨਹੀਂ, ਉਹਦਾ ਕਿਸੇ ਦੂਜੇ ਨੂੰ ਹਿੱਸਾ ਦੇਣ ਦਾ ਵਾਅਦਾ ਕਰਨ ਦੀ ਕੋਈ ਤੁਕ ਨਹੀਂ। ਮੈਂ ਚਾਹੁੰਦਾ ਕਿ ਜੇ ਤੂੰ ਅਜਿਹਾ ਕਰ ਸਕਦਾ ਤਾਂ ਮੈਨੂੰ ਉੱਥੇ ਲੈ ਕੇ ਚੱਲ, ਇਸ ਬਦਲੇ ਮੈਂ ਤੈਨੂੰ ਪੈਸੇ ਦੇਵਾਂਗਾ। ਉਸ ਆਦਮੀ ਨੇ ਪੁੱਛਿਆ, ਤੂੰ ਜਾਣਦਾ ਹੈ ਕਿ ਉੱਥੇ ਕਿਵੇਂ ਪਹੁੰਚੀਦਾ? ਮੁੰਡੇ ਨੇ ਦੇਖਿਆ ਦੁਕਾਨ ਦਾ ਮਾਲਕ ਉਹਦੇ ਨੇੜੇ ਹੀ ਖੜਾ ਸੀ ਤੇ ਉਹਨਾਂ ਦੀ ਆਪਸੀ ਗੱਲਬਾਤ ਧਿਆਨ ਨਾਲ ਸੁਣ ਰਿਹਾ ਸੀ। ਉਹਦੀ ਮੌਜੂਦਗੀ 'ਚ ਮੁੰਡਾ ਬੇਆਰਾਮੀ ਮਹਿਸੂਸ ਕਰਨ ਲੱਗਾ, ਪਰ ਉਹਨੂੰ ਇੱਕ ਗਾਈਡ ਮਿਲ ਗਿਆ ਸੀ ਤੇ ਉਹ ਨਹੀਂ ਸੀ ਚਾਹੁੰਦਾ ਕਿ ਇਸ ਮੌਕੇ ਨੂੰ ਹੱਥੋਂ ਜਾਣ ਦੇਵੇ। ਉਸ ਨੌਜਵਾਨ ਨੇ ਕਿਹਾ, ਤੈਨੂੰ ਸਾਰੇ ਦਾ ਸਾਰਾ ਹਿੱਸਾ ਪਾਰ ਕਰਨਾ ਪੈਣਾ। ਸਾਰੇ ਦਾ ਸਾਰਾ ਹਿੱਸਾ ਪਾਰ ਕਰਨਾ ਪੈਣਾ। ਅਜਿਹਾ ਕਰਨ ਲਈ ਤੈਨੂੰ ਪੈਸੇ ਦੀ ਲੋੜ ਹੈ। ਮੈਂ ਜਾਣਨਾ ਚਾਹੁੰਦਾ ਤੇਰੇ ਕੋਲ ਤੇਰੇ ਪੈਸੇ ਹਨ ਵੀ ਕਿ ਨਹੀਂ। ਮੁੰਡੇ ਨੇ ਸੋਚਿਆ, ਇਹ ਬੜਾ ਅਜੀਬ ਸਵਾਲ ਹੈ, ਪਰ ਉਹਦਾ ਬਜ਼ੁਰਗ 'ਚ ਭਰੋਸਾ ਸੀ, ਜਿਹਨੇ ਕਿਹਾ ਸੀ ਕਿ ਜਦੋਂ ਤੁਸੀਂ ਸੱਚਮੁੱਚ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਸਾਰੀ ਕਾਇਨਾਤ ਤੁਹਾਡੇ ਹੱਕ ਵਿੱਚ ਸਾਜ਼ਿਸ਼ ਕਰਨ ਲੱਗਦੀ ਹੈ। ਉਹਨੇ ਆਪਣੀ ਪੋਟਲੀ ਵਿੱਚੋਂ ਪੈਸੇ ਕੱਢੇ ਤੇ ਉਸ ਨੌਜਵਾਨ ਨੂੰ ਦਿਖਾਏ। ਦੁਕਾਨ ਦਾ ਮਾਲਕ ਵੀ ਨੇੜੇ ਆ ਗਿਆ ਤੇ ਉਹਨੇ ਵੀ ਪੈਸੇ ਦੇਖੇ। ਦੋਵਾਂ ਜਣਿਆਂ ਨੇ ਅਰਬੀ ਭਾਸ਼ਾ 'ਚ ਕੁਝ ਗੱਲਾਂ ਕੀਤੀਆਂ, ਜਿਨ੍ਹਾਂ ਤੋਂ ਬਾਅਦ ਦੁਕਾਨ ਦਾ ਮਾਲਕ ਔਖਾ ਦਿਖਾਈ ਦਿੱਤਾ।
ਨੌਜਵਾਨ ਕਹਿਣ ਲੱਗਾ, ਚੱਲ ਇੱਥੋਂ ਚੱਲ ਚਲੀਏ, ਦੁਕਾਨ ਦਾ ਮਾਲਕ ਚਾਹੁੰਦਾ ਹੈ ਕਿ ਅਸੀਂ ਇੱਥੋਂ ਚਲੇ ਜਾਈਏ। ਮੁੰਡੇ ਨੇ ਰਾਹਤ ਮਹਿਸੂਸ ਕੀਤੀ। ਉਹ ਪੈਸੇ ਦੇਣ ਲਈ ਉੱਠਿਆ ਤਾਂ ਦੁਕਾਨ ਦੇ ਮਾਲਕ ਨੇ ਉਹਨੂੰ ਬਾਹੋਂ ਫੜ ਕੇ ਗੁੱਸੇ ਭਰੇ ਕੁਝ ਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ। ਮੁੰਡਾ ਤਾਕਤਵਰ ਸੀ, ਉਹ ਵੀ ਮੋੜਵਾਂ ਜਵਾਬ ਦੇਣਾ ਚਾਹੁੰਦਾ ਸੀ, ਪਰ ਉਹ ਪਰਦੇਸ਼ ਵਿੱਚ ਸੀ। ਉਹਦੇ ਨਵੇਂ ਦੋਸਤ ਨੇ ਦੁਕਾਨ ਦੇ ਮਾਲਕ ਨੂੰ ਪਿੱਛੇ ਧੱਕਿਆ ਤੇ ਮੁੰਡੇ ਨੂੰ ਖਿੱਚ ਕੇ ਬਾਹਰ ਲੈ ਗਿਆ। ਕਹਿਣ ਲੱਗਾ, ਉਹ ਤੇਰੇ ਪੈਸੇ ਖੋਣਾ ਚਾਹੁੰਦਾ ਸੀ। ਟੈਂਗੀਅਰ ਬਾਕੀ ਦੇ ਅਫਰੀਕਾ ਵਰਗਾ ਨਹੀਂ, ਇਹ ਬੰਦਰਗਾਹ ਤੇ ਹਰ ਬੰਦਰਗਾਹ 'ਚ ਚੋਰ ਹੁੰਦੇ ਆ। ਮੁੰਡੇ ਨੇ ਆਪਣੇ ਇਸ ਨਵੇਂ ਮਿੱਤਰ ਤੇ ਵਿਸ਼ਵਾਸ ਕੀਤਾ। ਉਹਨੇ ਉਹਨੂੰ ਇੱਕ ਖਤਰਨਾਕ ਸਥਿਤੀ 'ਚੋਂ ਬਾਹਰ ਕੱਢਿਆ ਸੀ। ਉਹਨੇ ਆਪਣੇ ਪੈਸੇ ਕੱਢੇ ਤੇ ਗਿਣਨ ਲੱਗਾ। ਦੂਜਾ ਬੰਦਾ ਉਹਦੇ ਪੈਸੇ ਫੜਦਾ ਹੋਇਆ ਕਹਿਣ ਲੱਗਾ, ਅਸੀਂ ਕੱਲ ਨੂੰ ਹੀ ਪਿਰਾਮਿਡ ਪਹੁੰਚ ਸਕਦੇ ਹਾਂ, ਪਰ ਮੈਨੂੰ 2 ਊਂਠ ਖਰੀਦਣੇ ਪੈਣਗੇ। ਉਹ ਟੈਂਗੀਅਰ ਦੀਆਂ ਭੀੜੀਆਂ ਗਲੀਆਂ 'ਚ ਦੀ ਇਕੱਠੇ ਤੁਰਦੇ ਰਹੇ। ਹਰ ਥਾਂ ਤੇ ਰੇਹੜੀਆਂ 'ਚ ਸਮਾਨ ਵਿਕ ਰਿਹਾ ਸੀ। ਉਹ ਇੱਕ ਵੱਡੇ ਮੈਦਾਨ 'ਚ ਪਹੁੰਚੇ ਜਿੱਥੇ ਦੁਕਾਨਾਂ ਸਜੀਆਂ ਸਨ। ਹਜ਼ਾਰਾਂ ਹੀ ਲੋਕ ਉੱਥੇ ਇੱਕ ਦੂਜੇ ਨਾਲ ਦਲੀਲਬਾਜ਼ੀ ਕਰਦੇ, ਖਰੀਦਦੇ, ਵੇਚਦੇ ਖੜੇ ਸਨ। ਸਬਜ਼ੀਆਂ ਦੇ ਨਾਲ ਛੁਰੇ ਵੀ ਵਿਕ ਰਹੇ ਸਨ ਤੇ ਗਲੀਚਿਆਂ ਦੇ ਨਾਲ ਤੰਬਾਕੂ ਵੀ। ਪਰ ਮੁੰਡੇ ਨੇ ਆਪਣੇ ਨਵੇਂ ਮਿੱਤਰ ਉੱਤੇ ਹੀ ਨਜ਼ਰ ਗੱਡੀ ਰੱਖੀਆਂ। ਆਖਰਕਾਰ ਉਹਦੇ ਸਾਰੇ ਪੈਸੇ ਉਸੇ ਕੋਲ ਸਨ। ਉਹਨੇ ਸੋਚਿਆ ਕਿ ਉਸ ਕੋਲੋਂ ਪੈਸੇ ਵਾਪਸ ਮੰਗ ਲਵੇ, ਪਰ ਫਿਰ ਆਪੇ ਸੋਚਿਆ ਕਿ ਅਜਿਹਾ ਕਰਨਾ ਗੈਰ ਦੋਸਤਾਨਾ ਹੋਏਗਾ। ਉਹ ਜਿਸ ਨਵੀਂ ਧਰਤੀ ਤੇ ਆਇਆ ਸੀ ਉੱਥੋਂ ਦੇ ਰਸਮਾਂ ਰਿਵਾਜ਼ਾਂ ਬਾਰੇ ਕੁਝ ਨਹੀਂ ਸੀ ਜਾਣਦਾ। ਉਹਨੇ ਆਪਣੇ ਆਪ ਨੂੰ ਹੀ ਕਿਹਾ, ਮੈਂ ਬਸ ਉਹ 'ਤੇ ਨਜ਼ਰ ਰੱਖਾਂਗਾ। ਉਹ ਜਾਣਦਾ ਸੀ ਉਹ ਆਪਣੇ ਇੱਕ ਨਵੇਂ ਮਿੱਤਰ ਤੋਂ ਤਕੜਾ ਹੈ। ਇਸ ਸਾਰੇ ਰੌਲੇ ਗੋਲੇ ਦੌਰਾਨ ਅਚਨਚੇਤ ਹੀ ਉਹਨੇ ਇੱਕ ਐਸੀ ਬੇਹੱਦ ਖੂਬਸੂਰਤ ਤਲਵਾਰ ਦੇਖੀ ਜਿਸ ਤਰ੍ਹਾਂ ਦੀ ਪਹਿਲਾਂ ਕਦੇ ਨਹੀਂ ਸੀ ਦੇਖੀ। ਇਹਦੀ ਮਿਆਨ ਤੇ ਚਾਂਦੀ ਦਾ ਕੰਮ ਕੀਤਾ ਹੋਇਆ ਸੀ ਤੇ ਦਸਤਾ ਕਾਲੇ ਰੰਗ ਦਾ ਸੀ ਜਿਸ ਤੇ ਕੀਮਤੀ ਪੱਥਰ ਜੜੇ ਹੋਏ ਸਨ। ਮੁੰਡੇ ਨੇ ਆਪਣੇ ਆਪ ਨਾਲ ਹੀ ਵਿਚਾਰ ਕੀਤਾ ਕਿ ਜਦੋਂ ਮਿਸਰ ਤੋਂ ਵਾਪਸ ਪਰਤਿਆ ਤੇ ਤਲਵਾਰ ਖਰੀਦੇਗਾ। ਉਹਨੇ ਆਪਣੇ ਮਿੱਤਰ ਨੂੰ ਕਿਹਾ, ਇਸ ਰੇਹੜੀ ਦੇ ਮਾਲਕ ਨੂੰ ਪੁੱਛ ਕਿ ਤਲਵਾਰ ਕਿੰਨੇ ਦੀ ਹੈ। ਉਸੇ ਸਮੇਂ ਉਹਨੂੰ ਮਹਿਸੂਸ ਹੋਇਆ ਕਿ ਤਲਵਾਰ ਵੱਲ ਦੇਖਦੇ ਹੋਏ ਕੁਝ ਪਲਾਂ ਲਈ ਉਹਦਾ ਧਿਆਨ ਲਾਂਭੇ ਚਲਾ ਗਿਆ ਸੀ। ਉਹਦਾ ਦਿਲ ਫੜਿਆ ਗਿਆ, ਜਿਵੇਂ ਉਹਦੀ ਛਾਤੀ ਇੱਕਦਮ ਹੀ ਦਬ ਗਈ ਹੋਵੇ। ਦੂਜੇ ਪਾਸੇ ਦੇਖਣ ਤੋਂ ਡਰਦਾ ਸੀ ਕਿਉਂਕਿ ਉਹ ਜਾਣਦਾ ਸੀ ਉਸ ਪਾਸੇ ਕੀ ਹੋਏਗਾ। ਇਸ ਲਈ ਉਹ ਕੁਝ ਹੋਰ ਸਮੇਂ ਤੱਕ ਵੀ ਇਹ ਖੂਬਸੂਰਤ ਤਲਵਾਰ ਦੇਖਦਾ ਰਿਹਾ। ਫਿਰ ਹੌਸਲਾ ਕਰਕੇ ਆਪਣਾ ਮੂੰਹ ਪਿਛਲੇ ਪਾਸੇ ਨੂੰ ਮੋੜ ਲਿਆ। ਉਹਦੇ ਚਾਰੇ ਪਾਸੇ ਬਾਜ਼ਾਰ ਸੀ, ਲੋਕ ਆ ਜਾ ਰਹੇ ਸਨ, ਰੌਲਾ ਪਾ ਰਹੇ ਸੀ ਤੇ ਖਰੀਦਦਾਰੀ ਕਰ ਰਹੇ ਸਨ ਤੇ ਅਜੀਬ ਕਿਸਮ ਦੇ ਖਾਣਿਆਂ ਦੀ ਸੁਗੰਧ ਸੀ, ਪਰ ਉਹਦਾ ਨਵਾਂ ਸਾਥੀ ਕਿਤੇ ਵੀ ਦਿਖਾਈ ਨਹੀਂ ਸੀ ਦੇ ਰਿਹਾ। ਮੁੰਡਾ ਇਹ ਵਿਸ਼ਵਾਸ ਕਰਨਾ ਚਾਹੁੰਦਾ ਸੀ ਕਿ ਉਹਦਾ ਨਵਾਂ ਦੋਸਤ ਅਚਨਚੇਤ ਹੀ ਉਹ ਤੋਂ ਅਲੱਗ ਹੋ ਗਿਆ ਹੈ। ਉਹਨੇ ਫੈਸਲਾ ਕੀਤਾ ਕਿ ਉਹ ਉੱਥੇ ਹੀ ਖੜ ਕੇ ਆਪਣੇ ਦੋਸਤ ਦੇ ਪਰਤਣ ਦੀ ਉਡੀਕ ਕਰੇਗਾ। ਜਦੋਂ ਉਡੀਕ ਰਿਹਾ ਸੀ ਤਾਂ ਇੱਕ ਮੁਲਾਣਾ ਲਾਗਲੀ ਇਮਾਰਤ ਦੇ ਸਿਖਰ ਤੇ ਚੜ੍ਹਿਆ ਤੇ ਅਜ਼ਾਨ ਦੇਣੀ ਸ਼ੁਰੂ ਕਰ ਦਿੱਤੀ। ਬਾਜ਼ਾਰ 'ਚ ਖੜੇ ਸਾਰੇ ਲੋਕ ਗੋਡਿਆਂ ਭਾਰ ਝੁਕ ਗਏ, ਆਪਣੇ ਮੱਥਿਆਂ ਨੂੰ ਜ਼ਮੀਨ ਨਾਲ ਲਾਉਣ ਲੱਗੇ, ਫਿਰ ਖੁਦ ਵੀ ਪ੍ਰਾਰਥਨਾ ਕਰਨ ਲੱਗੇ। ਇਸ ਤੋਂ ਬਾਅਦ ਕੀੜੀਆਂ ਵਾਂਗ ਉਹਨਾਂ ਨੇ ਇੱਕਦਮ ਹੀ ਆਪੋ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਤੇ ਚਲੇ ਗਏ। ਇਹਦੇ ਨਾਲ ਹੀ ਸੂਰਜ ਨੇ ਵੀ ਆਪਣੀ ਰਵਾਨਗੀ ਪਾਉਣੀ ਸ਼ੁਰੂ ਕਰ ਦਿੱਤੀ। ਮੁੰਡਾ ਇਹਨੂੰ ਕੁਝ ਸਮੇਂ ਤੱਕ ਡੁੱਬਦਿਆਂ ਦੇਖਦਾ ਰਿਹਾ। ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਇਹ ਬਾਜ਼ਾਰ ਦੇ ਆਲੇ ਦੁਆਲੇ ਦੇ ਸਫੈਦ ਮਕਾਨਾਂ ਦੇ ਪਿੱਛੇ ਜਾ ਕੇ ਲੁਕ ਨਹੀਂ ਗਿਆ। ਉਹਨੇ ਚੇਤੇ ਆਇਆ ਕਿ ਉਸ ਸਵੇਰ ਜਦੋਂ ਸੂਰਜ ਚੜ੍ਹਿਆ ਸੀ ਤਾਂ ਇਹ ਇੱਕ ਹੋਰ ਉਪ ਮਹਾਂਦੀਪ ਵਿੱਚ ਸੀ। ਅਜੇ ਵੀ ਆਜੜੀ ਸੀ ਜਿਸ ਕੋਲ 7 ਭੇਡਾਂ ਸਨ। ਇੱਕ ਕੁੜੀ ਨੂੰ ਮਿਲਣ ਦੀ ਕਾਮਨਾ ਕਰ ਰਿਹਾ ਸੀ। ਉਸ ਸਵੇਰ ਜਦੋਂ ਆਪਣੇ ਜਾਣੇ ਪਛਾਣੇ ਖੇਤਾਂ 'ਚ ਦੀ ਤੁਰ ਰਿਹਾ ਸੀ ਤਾਂ ਉਹ ਜਾਣਦਾ ਸੀ ਕੀ ਹੋਣ ਵਾਲਾ ਹੈ। ਪਰ ਹੁਣ ਜਦੋਂ ਕਿ ਸੂਰਜ ਛੁਪ ਰਿਹਾ ਸੀ, ਉਹ ਇੱਕ ਵੱਖਰੇ ਦੇਸ਼ 'ਚ ਸੀ, ਇੱਕ ਅਜੀਬ ਧਰਤੀ ਤੇ ਅਜਨਬੀ ਸੀ ਜਿੱਥੇ ਉਹ ਉਹਨਾਂ ਦੀ ਭਾਸ਼ਾ ਤੱਕ ਵੀ ਨਹੀਂ ਸੀ ਬੋਲ ਸਕਦਾ। ਉਹ ਹੁਣ ਆਜੜੀ ਨਹੀਂ ਸੀ ਰਿਹਾ, ਉਸ ਕੋਲ ਕੁਝ ਵੀ ਨਹੀਂ ਸੀ, ਇੱਥੋਂ ਤੱਕ ਕਿ ਵਾਪਸ ਪਰਤ ਕੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਜੋਗੇ ਪੈਸੇ ਵੀ ਨਹੀਂ ਸਨ। ਮੁੰਡੇ ਨੇ ਸੋਚਿਆ ਕਿ ਸਾਰਾ ਕੁਝ ਸੂਰਜ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਵਾਪਰ ਗਿਆ। ਉਹਨੂੰ ਆਪਣੇ ਆਪ ਤੇ ਹੀ ਤਰਸ ਆ ਰਿਹਾ ਸੀ ਤੇ ਉਹ ਇਸ ਗੱਲ ਤੇ ਦੁਖੀ ਹੋ ਰਿਹਾ ਸੀ ਕਿ ਉਹਦੀ ਜ਼ਿੰਦਗੀ 'ਚ ਇੰਨੀ ਅਚਨਚੇਤ ਇੰਨੀ ਵੱਡੀ ਤਬਦੀਲੀ ਆ ਗਈ ਸੀ। ਉਹ ਇੰਨਾ ਸ਼ਰਮਿੰਦਾ ਸੀ ਕਿ ਰੋਣਾ ਚਾਹੁੰਦਾ ਸੀ। ਉਹ ਤਾਂ ਆਪਣੀਆਂ ਭੇਡਾਂ ਦੇ ਸਾਹਮਣੇ ਤੱਕ ਵੀ ਕਦੇ ਨਹੀਂ ਸੀ ਰੋਇਆ, ਪਰ ਬਾਜ਼ਾਰ ਖਾਲੀ ਸੀ ਤੇ ਉਹ ਆਪਣੇ ਘਰ ਤੋਂ ਬਹੁਤ ਦੂਰ ਸੀ, ਇਸ ਲਈ ਉਹ ਰੋਣ ਲੱਗਾ। ਉਹ ਇਸ ਲਈ ਰੋਇਆ ਕਿਉਂਕਿ ਈਸ਼ਵਰ ਨੇ ਉਸ ਨਾਲ ਅਨਿਆਂ ਕੀਤਾ ਸੀ, ਇਸ ਲਈ ਕਿਉਂਕਿ ਈਸ਼ਵਰ ਉਹਨਾਂ ਲੋਕਾਂ ਨਾਲ ਇਸ ਤਰ੍ਹਾਂ ਕਰਦਾ ਹੈ ਜਿਹੜੇ ਆਪਣੇ ਸੁਪਨਿਆਂ ਵਿੱਚ ਯਕੀਨ ਰੱਖਦੇ ਹਨ। ਜਦੋਂ ਮੇਰੇ ਕੋਲ ਆਪਣੀਆਂ ਭੇਡਾਂ ਸਨ ਉਦੋਂ ਮੈਂ ਬੜਾ ਖੁਸ਼ ਸਾਂ ਤੇ ਮੇਰੇ ਆਲੇ ਦੁਆਲੇ ਦੇ ਲੋਕ ਵੀ ਮੇਰੇ ਨਾਲ ਖੁਸ਼ ਰਹਿੰਦੇ ਸਨ।
ਉਸ ਸੋਚਿਆ ਕਿ ਲੋਕ ਉਹਨੂੰ ਆਉਂਦਿਆਂ ਦੇਖਦੇ ਸਨ ਤੇ ਉਹਦਾ ਸਵਾਗਤ ਕਰਦੇ ਸਨ, ਪਰ ਹੁਣ ਮੈਂ ਉਦਾਸ ਤੇ ਇਕੱਲਾ। ਮੈਂ ਸਿਰਫ ਇਸ ਲਈ ਹੀ ਲੋਕਾਂ ਤੇ ਭਰੋਸਾ ਕਰਨਾ ਬੰਦ ਕਰ ਦੇਵਾਂਗਾ ਕਿਉਂਕਿ ਕਿਸੇ ਇੱਕ ਬੰਦੇ ਨੇ ਮੇਰੇ ਨਾਲ ਧੋਖਾ ਕੀਤਾ ਹੈ। ਮੈਂ ਉਹਨਾਂ ਲੋਕਾਂ ਨਾਲ ਨਫ਼ਰਤ ਕਰਾਂਗਾ ਜਿਨ੍ਹਾਂ ਨੂੰ ਆਪੋ ਆਪਣੇ ਖਜ਼ਾਨੇ ਲੱਭ ਪਏ ਹਨ, ਕਿਉਂਕਿ ਮੈਨੂੰ ਮੇਰਾ ਖਜ਼ਾਨਾ ਨਹੀਂ ਲੱਭਾ ਤੇ ਮੈਂ ਜੋ ਕੁਝ ਵੀ ਮੇਰੇ ਕੋਲ ਹੈ ਉਹਨੂੰ ਸੰਭਾਲ ਕੇ ਰੱਖਾਂਗਾ ਕਿਉਂਕਿ ਇਸ ਸੰਸਾਰ ਨੂੰ ਜਿੱਤਣ ਲਈ ਮੈਂ ਬਹੁਤ ਮਾਮੂਲੀ ਹਾਂ। ਉਹਨੇ ਆਪਣੀ ਪੋਟਲੀ ਖੋਲ ਕੇ ਦੇਖਣ ਦੀ ਕੋਸ਼ਿਸ਼ ਕੀਤੀ ਕਿ ਉਸ ਕੋਲ ਕੀ ਬਚਿਆ। ਹੋ ਸਕਦਾ ਉਸ ਰੋਟੀ ਦਾ ਕੋਈ ਟੁਕੜਾ ਹਾਲੇ ਅਜੇ ਵੀ ਬਚਿਆ ਪਿਆ ਹੋਵੇ ਜਿਹੜੀ ਉਹਨੇ ਜਹਾਜ਼ ਤੇ ਖਾਧੀ ਸੀ, ਪਰ ਇਸ ਪੋਟਲੀ ਵਿੱਚ ਤਾਂ ਉਹਨੂੰ ਭਾਰੀ ਕਿਤਾਬ, ਜੈਕਟ ਤੇ ਉਹ 2 ਪੱਥਰ ਪਏ ਸਨ ਜਿਹੜੇ ਬਜ਼ੁਰਗ ਨੇ ਉਹਨੂੰ ਦਿੱਤੇ ਸਨ। ਜਿਉਂ ਹੀ ਉਹਨੇ ਪੱਥਰਾਂ ਵੱਲ ਦੇਖਿਆ ਤਾਂ ਉਹਨੇ ਰਾਹਤ ਮਹਿਸੂਸ ਕੀਤੀ। ਉਹਨੇ ਆਪਣੀਆਂ 6 ਭੇਡਾਂ ਦੇ ਕੇ 2 ਕੀਮਤੀ ਪੱਥਰ ਲਏ ਸਨ ਜਿਹੜੇ ਕਿ ਸੋਨੇ ਦੇ ਜ਼ਰਾ ਬਖਤਰ ਤੋਂ ਲਾਏ ਗਏ ਸਨ। ਉਹ ਇਹਨਾਂ ਪੱਥਰਾਂ ਨੂੰ ਵੇਚ ਕੇ ਵਾਪਸੀ ਦੀ ਟਿਕਟ ਖਰੀਦ ਲਏਗਾ। ਇਹਨਾਂ ਪੱਥਰਾਂ ਨੂੰ ਪੋਟਲੀ ਚੋਂ ਕੱਢਦੇ ਹੋਏ ਤੇ ਆਪਣੀ ਜੇਬ 'ਚ ਪਾਉਣ ਬਾਰੇ ਸੋਚਦੇ ਹੋਏ ਮੁੰਡੇ ਨੇ ਆਪਣੇ ਆਪ ਨਾਲ ਵਿਚਾਰ ਕੀਤੀ ਕਿ ਇਸ ਵਾਰੀ ਮੈਂ ਚੁਸਤ ਸਾਬਤ ਹੋਵਾਂਗਾ। ਇਹ ਬੰਦਰਗਾਹ ਵਾਲਾ ਸ਼ਹਿਰ ਹੈ ਤੇ ਉਹਦੇ ਨਵੇਂ ਮਿੱਤਰ ਨੇ ਇੱਕੋ ਇੱਕ ਸੱਚੀ ਗੱਲ ਇਹ ਦੱਸੀ ਸੀ ਕਿ ਬੰਦਰਗਾਹ ਵਾਲੇ ਸ਼ਹਿਰਾਂ ਤੇ ਚੋਰਾਂ ਦੀ ਭਰਮਾਰ ਹੁੰਦੀ ਹੈ। ਉਹਨੂੰ ਹੁਣ ਸਮਝ ਆਈ ਕਿ ਦੁਕਾਨ ਦਾ ਮਾਲਕ ਇੰਨਾ ਪਰੇਸ਼ਾਨ ਕਿਉਂ ਸੀ। ਉਹ ਮੁੰਡੇ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਉਸ ਆਦਮੀ ਤੇ ਯਕੀਨ ਨਾ ਕਰੇ। ਮੈਂ ਹੋਰ ਲੋਕਾਂ ਵਰਗਾ ਹੀ ਹਾਂ। ਮੈਂ ਸੰਸਾਰ ਨੂੰ ਉਸੇ ਤਰ੍ਹਾਂ ਦੇਖਦਾ ਜਿਵੇਂ ਮੈਂ ਚਾਹੁੰਦਾ ਕਿ ਉਹ ਹੋਵੇ, ਨਾ ਕਿ ਅਸਲ 'ਚ ਜਿਸ ਤਰ੍ਹਾਂ ਦਾ ਹੈ। ਉਹਨੇ ਪੱਥਰਾਂ ਤੋਂ ਆਪਣੀਆਂ ਉਂਗਲਾਂ ਹੌਲੀ-ਹੌਲੀ ਫੇਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਇਹਨਾਂ ਵਿੱਚੋਂ ਨਿਕਲਦੀ ਊਰਜਾ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ। ਇਹ ਉਹਦਾ ਖਜ਼ਾਨਾ ਸਨ। ਇਹਨਾਂ ਪੱਥਰਾਂ ਨੂੰ ਹੱਥ 'ਚ ਲੈਂਦਿਆਂ ਹੀ ਉਹਨੇ ਚੰਗਾ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਨੂੰ ਵੇਖ ਕੇ ਉਹਨੂੰ ਉਹ ਬਜ਼ੁਰਗ ਚੇਤੇ ਆ ਗਿਆ। ਉਹਨੇ ਕਿਹਾ ਸੀ, ਜਦੋਂ ਤੁਸੀਂ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਸਾਰੀ ਕਾਇਨਾਤ ਹੀ ਉਹਨੂੰ ਹਾਸਲ ਕਰਨ 'ਚ ਮਦਦ ਕਰਨ ਲਈ ਸਾਜ਼ਿਸ਼ ਕਰਦੀ ਹੈ। ਮੁੰਡਾ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬਜ਼ੁਰਗ ਵੱਲੋਂ ਕਹੀ ਗੱਲ ਦਾ ਸੱਚ ਕੀ ਹੈ। ਉਹ ਇੱਥੇ ਖਾਲੀ ਬਾਜ਼ਾਰ 'ਚ ਬੈਠਾ ਸੀ। ਉਹਦੀ ਜੇਬ 'ਚ ਧੇਲਾ ਤੱਕ ਵੀ ਨਹੀਂ ਸੀ ਤੇ ਨਾ ਹੀ ਇੱਕ ਵੀ ਭੇਡ ਸੀ ਜਿਹਦੀ ਉਹਨੇ ਰਾਤ ਨੂੰ ਰਾਖੀ ਕਰਨੀ ਸੀ। ਪਰ ਇਹ ਦੋਵੇਂ ਪੱਥਰ ਇਸ ਗੱਲ ਦਾ ਸਬੂਤ ਸਨ। ਉਹ ਕਿਸੇ ਬਾਦਸ਼ਾਹ ਨੂੰ ਮਿਲਿਆ ਸੀ ਤੇ ਇੱਕ ਐਸੇ ਬਾਦਸ਼ਾਹ ਨੂੰ ਜਿਹੜਾ ਮੁੰਡੇ ਦੇ ਭੂਤਕਾਲ ਨੂੰ ਜਾਣਦਾ ਸੀ। ਇਹਨਾਂ ਨੂੰ ਉਰਿਮ ਤੇ ਥੁਮਿਨ ਕਹਿੰਦੇ ਹਨ। ਇਹ ਤੈਨੂੰ ਨਿਸ਼ਾਨੀਆਂ ਪੜ੍ਹਨ 'ਚ ਮਦਦ ਕਰ ਸਕਦੇ ਹਨ। ਮੁੰਡੇ ਨੇ ਦੋਵੇਂ ਪੱਥਰ ਆਪਣੀ ਪੋਟਲੀ 'ਚ ਵਾਪਸ ਪਾ ਲਏ ਤੇ ਇੱਕ ਤਜਰਬਾ ਕਰਨ ਦਾ ਫੈਸਲਾ ਕੀਤਾ। ਬਜ਼ੁਰਗ ਨੇ ਕਿਹਾ ਸੀ ਕਿ ਇਹਨਾਂ ਤੋਂ ਬਹੁਤ ਸਪਸ਼ਟ ਸਵਾਲ ਪੁੱਛੇ ਜਾਣ ਤੇ ਇਸ ਤਰ੍ਹਾਂ ਕਰਨ ਲਈ ਮੁੰਡੇ ਨੂੰ ਆਪਣੇ ਆਪ 'ਚ ਇਹ ਸਮਝਣਾ ਜ਼ਰੂਰੀ ਸੀ ਕਿ ਉਹ ਕੀ ਚਾਹੁੰਦਾ ਸੀ। ਇਸ ਲਈ ਉਹਨੇ ਪੁੱਛਿਆ ਕਿ ਕੀ ਬਜ਼ੁਰਗ ਦਾ ਆਸ਼ੀਰਵਾਦ ਅਜੇ ਵੀ ਉਹਦੇ ਨਾਲ ਹੈ ਜਾਂ ਨਹੀਂ। ਉਹਨੇ ਇੱਕ ਪੱਥਰ ਬਾਹਰ ਕੱਢਿਆ। ਇਹ ਹਾਂ ਵਾਲਾ ਪੱਥਰ ਸੀ। ਉਸ ਪੁੱਛਿਆ ਕਿ ਮੈਨੂੰ ਮੇਰਾ ਖਜ਼ਾਨਾ ਮਿਲੇਗਾ ਜਾਂ ਨਹੀਂ। ਉਹਨੇ ਆਪਣਾ ਹੱਥ ਪੋਟਲੀ 'ਚ ਪਾਇਆ, ਇੱਕ ਪੱਥਰ ਨੂੰ ਟੋਹਣ ਲੱਗਾ। ਜਦੋਂ ਅਜਿਹਾ ਕਰ ਰਿਹਾ ਸੀ ਤਾਂ ਦੋਵੇਂ ਪੱਥਰ ਪੋਟਲੀ ਵਿਚਲੀ ਇੱਕ ਮੋਰੀ 'ਚੋਂ ਬਾਹਰ ਨਿਕਲ ਕੇ ਧਰਤੀ ਤੇ ਜਾ ਡਿੱਗੇ। ਮੁੰਡੇ ਨੇ ਕਦੇ ਵੀ ਇਸ ਗੱਲ ਵੱਲ ਧਿਆਨ ਨਹੀਂ ਸੀ ਦਿੱਤਾ ਕਿ ਉਹਦੀ ਪੋਟਲੀ 'ਚ ਕੋਈ ਮੋਰੀ ਵੀ ਹੈ। ਉਹਨੇ ਝੁੱਕ ਕੇ ਉਰਿਮ ਤੇ ਥੁਮਨ ਚੁੱਕ ਕੇ ਇਹਨਾਂ ਨੂੰ ਪੋਟਲੀ 'ਚ ਵਾਪਸ ਪਾ ਲਿਆ। ਪਰ ਜਦੋਂ ਉਹਨੇ ਇਹਨਾਂ ਨੂੰ ਜ਼ਮੀਨ ਤੇ ਪਏ ਦੇਖਿਆ ਤਾਂ ਇੱਕ ਹੋਰ ਗੱਲ ਉਹਦੇ ਜ਼ਿਹਨ 'ਚ ਆਈ। ਬਜ਼ੁਰਗ ਬਾਦਸ਼ਾਹ ਨੇ ਕਿਹਾ ਸੀ, ਨਿਸ਼ਾਨੀਆਂ ਪਛਾਣਨਾ ਸਿੱਖ ਤੇ ਉਹਨਾਂ ਤੇ ਅਮਲ ਕਰ। ਨਿਸ਼ਾਨੀ? ਮੁੰਡਾ ਆਪਣੇ ਆਪ 'ਚ ਹੀ ਮੁਸਕਰਾਇਆ। ਮੁੰਡੇ ਨੇ ਦੋਵੇਂ ਪੱਥਰ ਚੁੱਕ ਕੇ ਉਹਨਾਂ ਨੂੰ ਪੋਟਲੀ 'ਚ ਵਾਪਸ ਪਾ ਲਿਆ। ਉਹਨੇ ਪੋਟਲੀ ਵਿਚਲੀ ਮੋਰੀ ਨੂੰ ਠੀਕ ਨਾ ਕੀਤਾ। ਪੱਥਰ ਤਾਂ ਜਦੋਂ ਵੀ ਚਾਹੁਣ ਬਾਹਰ ਡਿੱਗ ਸਕਦੇ ਸਨ। ਉਹਨੇ ਇਹ ਸਿੱਖ ਲਿਆ ਕਿ ਕੁਝ ਚੀਜ਼ਾਂ ਐਸੀਆਂ ਹਨ ਜਿਨ੍ਹਾਂ ਬਾਰੇ ਬੰਦੇ ਨੂੰ ਸਵਾਲ ਨਹੀਂ ਕਰਨੇ ਚਾਹੀਦੇ ਤਾਂ ਕਿ ਕਿਤੇ ਆਪਣੀ ਹੀ ਹੋਣੀ ਤੋਂ ਦੂਰ ਨਾ ਹੋ ਜਾਏ। ਉਹਨੇ ਆਪਣੇ ਆਪ ਨੂੰ ਕਿਹਾ, ਮੈਂ ਵਾਅਦਾ ਕੀਤਾ ਸੀ ਕਿ ਆਪਣੇ ਫੈਸਲੇ ਮੈਂ ਖੁਦ ਕਰਾਂਗਾ। ਪਰ ਪੱਥਰਾਂ ਨੇ ਉਹਨੂੰ ਦੱਸ ਦਿੱਤਾ ਸੀ ਕਿ ਬਜ਼ੁਰਗ ਹਾਲੇ ਵੀ ਉਹਦੇ ਨਾਲ ਸੀ ਤੇ ਇਸ ਸੋਚ ਨਾਲ ਹੀ ਉਸ ਵਿੱਚ ਭਰੋਸਾ ਪੈਦਾ ਹੋ ਗਿਆ। ਉਹਨੇ ਇੱਕ ਵਾਰ ਫਿਰ ਖਾਲੀ ਬਾਜ਼ਾਰ ਵੱਲ ਦੇਖਿਆ ਤੇ ਇਸ ਵਾਰ ਉਸ ਵਿੱਚ ਪਹਿਲਾਂ ਜਿੰਨੀ ਨਿਰਾਸ਼ਾ ਨਹੀਂ ਸੀ। ਇਹ ਕੋਈ ਅਜਨਬੀ ਥਾਂ ਨਹੀਂ ਸੀ। ਹਾਂ, ਇਹ ਨਵੀਂ ਜ਼ਰੂਰ ਸੀ। ਆਖਰਕਾਰ ਉਹ ਸਦਾ ਇਹੀ ਕੁਝ ਤਾਂ ਕਰਨਾ ਚਾਹੁੰਦਾ ਸੀ, ਨਵੇਂ ਥਾਵਾਂ ਨੂੰ ਜਾਣਨਾ। ਭਾਵੇਂ ਉਹ ਕਦੇ ਵੀ ਪਿਰਾਮਿਡਾਂ ਤੱਕ ਨਾ ਪਹੁੰਚ ਸਕੇ, ਫਿਰ ਵੀ ਉਹ ਜਿੰਨੀ ਦੂਰ ਤੱਕ ਆ ਗਿਆ ਉਨੀ ਦੂਰ ਤੱਕ ਉਹਦੇ ਜਾਣਕਾਰਾਂ ਵਿੱਚੋਂ ਕੋਈ ਵੀ ਆਜੜੀ ਨਹੀਂ ਸੀ ਆ ਸਕਿਆ। ਕਾਸ਼ ਕਿ ਲੋਕ ਜਾਣ ਸਕਣ ਕਿ ਜਿੱਥੇ ਉਹ ਰਹਿੰਦੇ ਹਨ ਉੱਥੇ ਸਮੁੰਦਰ ਰਾਹੀਂ 2 ਘੰਟੇ ਦੇ ਸਫ਼ਰ ਤੋਂ ਬਾਅਦ ਹੀ ਹਾਲਾਤ ਕਿੰਨੇ ਤਬਦੀਲ ਹੋ ਜਾਂਦੇ ਹਨ। ਭਾਵੇਂ ਹਾਲ ਦੀ ਘੜੀ ਉਹਦਾ ਨਵਾਂ ਸੰਸਾਰ ਸਿਰਫ ਖਾਲੀ ਬਾਜ਼ਾਰ ਤੱਕ ਸੀਮਤ ਹੋ ਗਿਆ ਸੀ, ਫਿਰ ਵੀ ਉਹਨੂੰ ਉਸ ਵੇਲੇ ਵੀ ਦੇਖ ਚੁੱਕਾ ਸੀ ਜਦੋਂ ਇਸ ਵਿੱਚ ਲਹਿਰਾਂ ਬਹਿਰਾਂ ਸਨ ਤੇ ਉਹ ਉਹਨੂੰ ਕਦੇ ਵੀ ਭੁੱਲ ਨਹੀਂ ਸਕੇਗਾ।
ਉਹਨੂੰ ਉਹ ਤਲਵਾਰ ਵੀ ਚੇਤੇ ਆਈ। ਇਸ ਬਾਰੇ ਸੋਚਦੇ ਹੋਏ ਉਹਨੂੰ ਰਤਾ ਕੁ ਔਖ ਮਹਿਸੂਸ ਹੋਈ, ਪਰ ਉਹਨੇ ਪਹਿਲਾਂ ਕਦੇ ਵੀ ਇਹੋ ਜਿਹੀ ਤਲਵਾਰ ਨਹੀਂ ਸੀ ਦੇਖੀ। ਜਦੋਂ ਇਹਨਾਂ ਗੱਲਾਂ ਬਾਰੇ ਸੋਚਦਾ ਸੀ ਤਾਂ ਉਹਨੇ ਮਹਿਸੂਸ ਕੀਤਾ ਕਿ ਉਹਨੇ ਆਪਣੇ ਬਾਰੇ ਜਾਂ ਤਾਂ ਇੱਕ ਚੋਰ ਦਾ ਸ਼ਿਕਾਰ ਹੋਇਆ ਵਿਚਾਰਾ ਆਦਮੀ ਸਮਝਣਾ ਚਾਹੀਦਾ ਤੇ ਜਾਂ ਫਿਰ ਆਪਣੇ ਖਜ਼ਾਨੇ ਦੀ ਭਾਲ ਕਰਨ ਜਾ ਰਿਹਾ ਖੋਜੀ। ਉਹਨੇ ਆਪਣੇ ਆਪ ਨੂੰ ਕਿਹਾ, ਮੈਂ ਤਾਂ ਇੱਕ ਖੋਜੀ ਹਾਂ, ਆਪਣਾ ਖਜ਼ਾਨਾ ਲੱਭ ਰਿਹਾ ਹਾਂ। ਧੰਨਵਾਦ। 11ਵਾਂ ਭਾਗ। ਉਹਨੂੰ ਨੀਂਦ ਵਿੱਚ ਕਿਸੇ ਨੇ ਹਿਲਾ ਕੇ ਉਠਾਇਆ। ਉਹ ਬਾਜ਼ਾਰ 'ਚ ਹੀ ਸੌਂ ਗਿਆ ਸੀ ਤੇ ਬਾਜ਼ਾਰ 'ਚ ਜ਼ਿੰਦਗੀ ਮੁੜ ਸ਼ੁਰੂ ਹੋਣ ਵਾਲੀ ਸੀ। ਆਲੇ ਦੁਆਲੇ ਦੇਖਦੇ ਹੋਏ ਉਹਨੇ ਆਪਣੀਆਂ ਭੇਡਾਂ ਭਾਲਣ ਦੀ ਕੋਸ਼ਿਸ਼ ਕੀਤੀ। ਫਿਰ ਉਹਨੂੰ ਚੇਤੇ ਆਇਆ ਕਿ ਉਹ ਤਾਂ ਇੱਕ ਨਵੇਂ ਸੰਸਾਰ 'ਚ ਸੀ, ਪਰ ਉਦਾਸ ਹੋਣ ਦੀ ਥਾਂ ਉਹ ਖੁਸ਼ ਸੀ। ਹੁਣ ਉਹਨੂੰ ਭੇਡਾਂ ਲਈ ਖਾਣੇ ਤੇ ਪਾਣੀ ਦਾ ਇੰਤਜ਼ਾਮ ਨਹੀਂ ਸੀ ਕਰਨਾ ਪੈਣਾ। ਇਹਦੀ ਥਾਂ ਉਹ ਆਪਣੇ ਖਜ਼ਾਨੇ ਦੀ ਭਾਲ 'ਚ ਜਾ ਸਕੇਗਾ। ਉਹਦੀ ਜੇਬ 'ਚ ਧੇਲਾ ਤੱਕ ਨਹੀਂ ਸੀ, ਪਰ ਯਕੀਨ ਜ਼ਰੂਰ ਸੀ। ਪਿਛਲੀ ਰਾਤ ਹੀ ਉਹਨੇ ਫੈਸਲਾ ਕਰ ਲਿਆ ਸੀ ਕਿ ਉਸੇ ਤਰ੍ਹਾਂ ਦਾ ਹੀ ਖੋਜੀ ਬਣੇਗਾ ਜਿਸ ਤਰ੍ਹਾਂ ਦੇ ਖੋਜੀ ਉਹਨੇ ਕਿਤਾਬਾਂ 'ਚ ਪੜ੍ਹੇ ਸਨ ਤੇ ਜਿਹੜੇ ਉਹਨੂੰ ਚੰਗੇ ਲੱਗਦੇ ਸਨ। ਉਹ ਹੌਲੀ-ਹੌਲੀ ਬਾਜ਼ਾਰ 'ਚ ਲੰਘਦਾ ਰਿਹਾ। ਦੁਕਾਨਦਾਰ ਆਪਣੀਆਂ ਰੇਹੜੀਆਂ ਲਗਾ ਰਹੇ ਸਨ ਤੇ ਮੁੰਡੇ ਨੇ ਮਠਿਆਈ ਵੇਚਣ ਵਾਲੇ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਮਠਿਆਈ ਵਾਲੇ ਦੇ ਚਿਹਰੇ ਤੇ ਮੁਸਕਰਾਹਟ ਫੈਲ ਗਈ। ਉਹ ਖੁਸ਼ ਸੀ, ਜਾਣਦਾ ਸੀ ਕਿ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਤੇ ਦਿਨ ਭਰ ਦੇ ਕੰਮ ਲਈ ਤਿਆਰ ਸੀ। ਉਹਦੀ ਮੁਸਕਰਾਹਟ ਤੋਂ ਮੁੰਡੇ ਨੂੰ ਉਹ ਬਜ਼ੁਰਗ ਚੇਤੇ ਆ ਗਿਆ। ਉਹਨੇ ਸੋਚਿਆ, ਇਹ ਮਠਿਆਈ ਵਾਲਾ ਇਸ ਲਈ ਮਠਿਆਈ ਨਹੀਂ ਬਣਾ ਰਿਹਾ ਕਿ ਮਗਰੋਂ ਜਾ ਕੇ ਸਫ਼ਰ ਕਰੇ ਜਾਂ ਕਿਸੇ ਦੁਕਾਨਦਾਰ ਦੀ ਬੇਟੀ ਨਾਲ ਸ਼ਾਦੀ ਕਰੇ। ਇਹ ਤਾਂ ਇਹ ਕੰਮ ਇਸ ਲਈ ਕਰ ਰਿਹਾ ਕਿਉਂਕਿ ਇਹੀ ਕੰਮ ਕਰਨਾ ਚਾਹੁੰਦਾ ਹੈ। ਉਹਨੇ ਮਹਿਸੂਸ ਕੀਤਾ ਕਿ ਉਹ ਵੀ ਉਹੀ ਕੰਮ ਕਰ ਸਕਦਾ ਹੈ ਜੋ ਬਜ਼ੁਰਗ ਨੇ ਕੀਤਾ ਸੀ। ਇਹ ਮਹਿਸੂਸ ਕਰ ਸਕਦਾ ਹੈ ਕਿ ਕੋਈ ਵਿਅਕਤੀ ਆਪਣੀ ਹੋਣੀ ਦੇ ਨੇੜੇ ਹੈ ਜਾਂ ਦੂਰ। ਸਿਰਫ ਉਹਨਾਂ ਵੱਲ ਵੇਖ ਕੇ ਹੀ ਉਹਨੂੰ ਪਤਾ ਚੱਲ ਜਾਂਦਾ ਹੈ। ਉਹਨੇ ਸੋਚਿਆ ਕਿ ਇਹ ਕਿੰਨਾ ਆਸਾਨ ਕੰਮ ਹੈ, ਪਰ ਫਿਰ ਵੀ ਉਹਨੇ ਅੱਜ ਤੱਕ ਕਦੇ ਨਹੀਂ ਸੀ ਕੀਤਾ। ਜਦੋਂ ਰੇਹੜੀ ਲੱਗ ਗਈ ਤਾਂ ਮਠਿਆਈ ਵਾਲੇ ਨੇ ਆਪਣੇ ਵੱਲੋਂ ਬਣਾਈ ਪਹਿਲੀ ਮਠਿਆਈ ਮੁੰਡੇ ਨੂੰ ਦੇ ਦਿੱਤੀ। ਮੁੰਡੇ ਨੇ ਉਹਦਾ ਧੰਨਵਾਦ ਕੀਤਾ, ਮਠਿਆਈ ਖਾਧੀ, ਆਪਣੇ ਰਸਤੇ ਚੱਲ ਪਿਆ। ਉਹ ਹਾਲੇ ਥੋੜੀ ਦੂਰ ਹੀ ਗਿਆ ਸੀ ਤਾਂ ਉਹਨੇ ਮਹਿਸੂਸ ਕੀਤਾ ਕਿ ਜਦੋਂ ਰੇਹੜੀ ਲਾ ਰਹੇ ਸਨ ਤਾਂ ਉਹਨਾਂ ਵਿੱਚੋਂ ਇੱਕ ਜਣਾ ਅਰਬੀ ਭਾਸ਼ਾ ਬੋਲ ਰਿਹਾ ਸੀ ਤੇ ਦੂਜਾ ਸਪੇਨੀ। ਇਹਦੇ ਬਾਵਜੂਦ ਦੋਵੇਂ ਜਣੇ ਇੱਕ ਦੂਜੇ ਦੀ ਗੱਲ ਨੂੰ ਪੂਰੀ ਤਰ੍ਹਾਂ ਸਮਝ ਰਹੇ ਸਨ। ਮੁੰਡੇ ਨੇ ਸੋਚਿਆ ਕਿ ਕੋਈ ਐਸੀ ਭਾਸ਼ਾ ਵੀ ਹੈ ਜਿਹਨੂੰ ਸ਼ਬਦਾਂ ਦੀ ਲੋੜ ਨਹੀਂ ਪੈਂਦੀ। ਪਹਿਲਾਂ ਮੈਨੂੰ ਆਪਣੀ ਬੱਕਰੀਆਂ ਨਾਲ ਇਹਦਾ ਤਜਰਬਾ ਹੁੰਦਾ ਸੀ ਤੇ ਹੁਣ ਲੋਕਾਂ ਨਾਲ ਵੀ ਹੋ ਰਿਹਾ। ਉਹਨੂੰ ਬੜੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲ ਰਹੀਆਂ ਸੀ। ਇਹਨਾਂ 'ਚੋਂ ਕੁਝ ਤਾਂ ਐਸੀਆਂ ਸੀ ਜਿਨ੍ਹਾਂ ਦਾ ਉਹਨੂੰ ਪਹਿਲਾਂ ਹੀ ਤਜਰਬਾ ਹੋ ਚੁੱਕਾ ਸੀ। ਇਹ ਸੱਚਮੁੱਚ ਨਵੀਆਂ ਨਹੀਂ ਸਨ, ਪਰ ਇਹਨਾਂ ਬਾਰੇ ਉਹਨੇ ਪਹਿਲਾਂ ਕਦੇ ਸੋਚਿਆ ਨਹੀਂ ਸੀ। ਉਹਨੇ ਇਹਨਾਂ ਬਾਰੇ ਸੋਚਿਆ ਇਸ ਲਈ ਨਹੀਂ ਸੀ ਕਿਉਂਕਿ ਉਹਨੂੰ ਇਹਨਾਂ ਦੀ ਆਦਤ ਨਹੀਂ ਸੀ। ਉਹਨੇ ਮਹਿਸੂਸ ਕੀਤਾ ਜੇ ਮੈਂ ਸ਼ਬਦਾਂ ਦੀ ਵਰਤੋਂ ਤੋਂ ਬਿਨਾਂ ਭਾਸ਼ਾ ਸਮਝਣੀ ਸਿੱਖ ਲਵਾਂ ਤਾਂ ਮੈਂ ਸਾਰੇ ਸੰਸਾਰ ਨੂੰ ਸਮਝ ਸਕਦਾ। ਰਾਹਤ ਮਹਿਸੂਸ ਕਰਦੇ ਹੋਏ ਤੇ ਠਰਮੇ ਨਾਲ ਤੁਰਦੇ ਹੋਏ ਉਹਨੇ ਫੈਸਲਾ ਕੀਤਾ ਕਿ ਉਹ ਟੈਂਗੀਅਰ ਦੀਆਂ ਭੀੜੀਆਂ ਗਲੀਆਂ ਵਿੱਚ ਦੀ ਲੰਘੇਗਾ। ਅਜਿਹਾ ਕਰਕੇ ਉਹ ਨਿਸ਼ਾਨੀਆਂ ਪੜ੍ਹ ਸਕੇਗਾ। ਉਹ ਜਾਣਦਾ ਸੀ ਕਿ ਇਸ ਕੰਮ ਲਈ ਉਹਨੂੰ ਬਹੁਤ ਜ਼ਿਆਦਾ ਸਬਰ ਦੀ ਲੋੜ ਹੈ, ਪਰ ਆਜੜੀਆਂ 'ਚ ਸਬਰ ਹਮੇਸ਼ਾ ਹੀ ਹੁੰਦਾ ਹੈ। ਇੱਕ ਵਾਰ ਫਿਰ ਉਹਨੇ ਮਹਿਸੂਸ ਕੀਤਾ ਕਿ ਇਸ ਅਜਨਬੀ ਧਰਤੀ ਤੇ ਹੀ ਉਹਨਾਂ ਹੀ ਸਬਕਾਂ ਨੂੰ ਲਾਗੂ ਕਰ ਰਿਹਾ ਜਿਹੜੇ ਉਹਨੇ ਆਪਣੀਆਂ ਭੇਡਾਂ ਨਾਲ ਰਹਿੰਦੇ ਹੋਏ ਸਿੱਖੇ ਸਨ। ਬਜ਼ੁਰਗ ਨੇ ਕਿਹਾ ਸੀ, ਸਾਰੀਆਂ ਚੀਜ਼ਾਂ ਇੱਕੋ ਜਿਹੀਆਂ ਹੁੰਦੀਆਂ ਹਨ। ਧੰਨਵਾਦ। ਅੰਗ 12ਵਾਂ। ਕ੍ਰਿਸਟਲ ਰਵੇਦਾਰ ਸ਼ੀਸ਼ਾ ਦਾ ਵਪਾਰੀ ਦਿਨ ਚੜ੍ਹਦੀ ਉੱਠ ਪਿਆ। ਅੱਜ ਵੀ ਉਸੇ ਤਰ੍ਹਾਂ ਦੀ ਹੀ ਉਤੇਜਨਾ ਮਹਿਸੂਸ ਕਰ ਰਿਹਾ ਸੀ ਜਿਸ ਤਰ੍ਹਾਂ ਦੀ ਹਰ ਰੋਜ਼ ਕਰਿਆ ਕਰਦਾ ਸੀ। ਉਹ 30 ਸਾਲਾਂ ਤੋਂ ਇਸੇ ਥਾਂ ਤੇ ਬੈਠਾ ਸੀ। ਉਹਦੀ ਦੁਕਾਨ ਪਹਾੜੀ ਸੜਕ ਦੇ ਸਿਖਰ ਤੇ ਸੀ। ਇੱਥੋਂ ਦੀ ਬਹੁਤ ਘੱਟ ਗਾਹਕ ਲੰਘਦੇ ਸਨ। ਹੁਣ ਉਹ ਕਿਸੇ ਤਰ੍ਹਾਂ ਦੀ ਤਬਦੀਲੀ ਕਰਨ ਦਾ ਸਮਾਂ ਨਹੀਂ ਸੀ ਰਿਹਾ। ਆਪਣੀ ਜ਼ਿੰਦਗੀ ਵਿੱਚ ਉਹਨੇ ਸਿਰਫ ਕ੍ਰਿਸਟਲ ਦਾ ਸਮਾਨ ਖਰੀਦਣਾ ਤੇ ਵੇਚਣਾ ਹੀ ਸਿੱਖਿਆ ਸੀ। ਕਦੇ ਸਮਾਂ ਹੁੰਦਾ ਸੀ ਜਦੋਂ ਬਹੁਤ ਸਾਰੇ ਲੋਕਾਂ ਨੂੰ ਉਹਦੀ ਦੁਕਾਨ ਦਾ ਪਤਾ ਸੀ। ਇਹਨਾਂ ਵਿੱਚ ਅਰਬ ਵਪਾਰੀ, ਫਰਾਂਸੀਸੀ, ਅੰਗਰੇਜ਼, ਵਿਗਿਆਨੀ, ਜਰਮਨੀ ਦੇ ਸਿਪਾਹੀ ਸ਼ਾਮਲ ਹੁੰਦੇ ਸਨ। ਉਹਨਾਂ ਦਿਨਾਂ 'ਚ ਕ੍ਰਿਸਟਲ ਵੇਚਣਾ ਕਿੰਨਾ ਚੰਗਾ ਲੱਗਦਾ ਸੀ ਤੇ ਉਹ ਸੋਚਿਆ ਕਰਦਾ ਸੀ ਕਿਵੇਂ ਉਹ ਅਮੀਰ ਬਣ ਜਾਏਗਾ ਤੇ ਜਦੋਂ ਵੱਡਾ ਹੋਏਗਾ ਤਾਂ ਉਹਦੇ ਆਲੇ ਦੁਆਲੇ ਕਿਵੇਂ ਸੁੰਦਰ ਔਰਤਾਂ ਹੋਣਗੀਆਂ। ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ, ਟੈਂਗੀਅਰ ਵੀ ਬਦਲ ਗਿਆ। ਲਾਗਲੇ ਸ਼ਹਿਰ ਕਿਓਟਾ ਨੇ ਪਿਛਲੇ ਸਾਲਾਂ ਦੌਰਾਨ ਟੈਂਗੀਅਰ ਨਾਲੋਂ ਤੇਜ਼ੀ ਨਾਲ ਵਿਕਾਸ ਕੀਤਾ, ਜਿਸ ਕਾਰਨ ਇੱਥੇ ਕਾਰੋਬਾਰ ਮੱਠਾ ਪੈ ਗਿਆ। ਗੁਆਂਢੀ ਚਲੇ ਗਏ ਤੇ ਪਹਾੜੀ ਉੱਤੇ ਸਿਰਫ ਨਿੱਕੀਆਂ-ਨਿੱਕੀਆਂ ਦੁਕਾਨਾਂ ਰਹਿ ਗਈਆਂ ਸਨ। ਇਹਨਾਂ ਨਿੱਕੀਆਂ-ਨਿੱਕੀਆਂ ਦੁਕਾਨਾਂ 'ਚ ਝਾਤੀ ਮਾਰਨ ਲਈ ਕੋਈ ਵੀ ਪਹਾੜੀ ਤੇ ਚੜ੍ਹਨ ਦੀ ਖੇਚਲ ਨਹੀਂ ਕਰਦਾ ਸੀ।
ਪਰ ਕ੍ਰਿਸਟਲ ਦੇ ਵਪਾਰੀ ਕੋਲ ਹੋਰ ਕੋਈ ਰਸਤਾ ਨਹੀਂ। ਉਹਨੇ ਆਪਣੀ ਜ਼ਿੰਦਗੀ ਦੇ 30 ਸਾਲ ਕ੍ਰਿਸਟਲ ਦਾ ਸਮਾਨ ਖਰੀਦਦਿਆਂ ਵੇਚਦਿਆਂ ਲਗਾਤੇ। ਹੁਣ ਕੋਈ ਹੋਰ ਕੰਮ ਕਰਨ ਲਈ ਸਮਾਂ ਨਹੀਂ ਬਚਿਆ। ਉਹ ਸਵੇਰ ਤੋਂ ਹੀ ਬੈਠਾ ਗਲੀ 'ਚ ਆਉਂਦੇ ਜਾਂਦੇ ਥੋੜ੍ਹੇ ਕੁ ਲੋਕਾਂ ਨੂੰ ਦੇਖਦਾ ਰਿਹਾ। ਉਹ ਕਈ ਸਾਲਾਂ ਤੋਂ ਇਸੇ ਤਰ੍ਹਾਂ ਹੀ ਕਰਦਾ ਆ ਰਿਹਾ ਸੀ ਤੇ ਉੱਥੋਂ ਦੀ ਲੰਘਣ ਵਾਲੇ ਹਰੇਕ ਸ਼ਖਸ ਦੇ ਲੰਘਣ ਦਾ ਸਮਾਂ ਜਾਣਦਾ ਸੀ। ਪਰ ਦੁਪਹਿਰ ਦੇ ਖਾਣੇ ਤੋਂ ਰਤਾ ਕੁ ਪਹਿਲਾਂ ਇੱਕ ਮੁੰਡਾ ਦੁਕਾਨ ਦੇ ਬਾਹਰ ਆ ਕੇ ਖੜਾ ਹੋਇਆ। ਉਹਦੇ ਕੱਪੜੇ ਤਾਂ ਠੀਕ ਠਾਕ ਪਏ ਸੀ, ਪਰ ਦੁਕਾਨਦਾਰ ਦੀਆਂ ਸਧੀਆਂ ਹੋਈਆਂ ਨਜ਼ਰਾਂ ਨੇ ਵੇਖ ਲਿਆ ਕਿ ਮੁੰਡੇ ਕੋਲ ਖਰਚਣ ਲਈ ਪੈਸਾ ਕੋਈ ਨਹੀਂ ਹੈ। ਫਿਰ ਵੀ ਵਪਾਰੀ ਨੇ ਸੋਚਿਆ ਕਿ ਦੁਪਹਿਰ ਦਾ ਖਾਣਾ ਕੁਝ ਮਿੰਟ ਬਾਅਦ ਖਾ ਲਏਗਾ ਤੇ ਮੁੰਡੇ ਦੀ ਜਾਣ ਦੀ ਉਡੀਕ ਕਰੇਗਾ। ਅੰਗ 13ਵਾਂ। ਦੁਕਾਨ ਦੇ ਬਾਹਰ ਚਿਪਕਾਏ ਗਏ ਕਾਗਜ਼ ਤੇ ਲਿਖਿਆ ਗਿਆ ਸੀ ਕਿ ਦੁਕਾਨ 'ਚ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਮੁੰਡੇ ਨੇ ਦੇਖਿਆ ਕਿ ਕਾਊਂਟਰ ਪਿੱਛੇ ਇੱਕ ਆਦਮੀ ਆ ਖੜਾ ਹੋਇਆ। ਮੁੰਡਾ ਕਹਿਣ ਲੱਗਾ, ਜੇ ਤੁਸੀਂ ਚਾਹੋ ਤਾਂ ਮੈਂ ਖਿੜਕੀ 'ਚ ਪਈਆਂ ਸਾਰੀਆਂ ਚੀਜ਼ਾਂ ਸਾਫ਼ ਕਰ ਦਿੰਦਾ। ਇਹਨਾਂ ਦਾ ਜਿਹੜਾ ਹਾਲ ਹੋਇਆ ਪਿਆ ਉਹਨੂੰ ਦੇਖ ਕੇ ਕੋਈ ਵੀ ਇਹਨਾਂ ਨੂੰ ਖਰੀਦਣਾ ਨਹੀਂ ਚਾਹੇਗਾ। ਬੰਦੇ ਨੇ ਕੋਈ ਹੁੰਗਾਰਾ ਭਰੇ ਬਿਨਾਂ ਉਸ ਵੱਲ ਦੇਖਿਆ। ਬਦਲੇ 'ਚ ਤੁਸੀਂ ਮੈਨੂੰ ਖਾਣ ਲਈ ਕੁਝ ਦੇ ਦੇਣਾ। ਬੰਦੇ ਨੇ ਫਿਰ ਵੀ ਕੁਝ ਵੀ ਨਾ ਕਿਹਾ ਤੇ ਮੁੰਡੇ ਨੇ ਮਹਿਸੂਸ ਕੀਤਾ ਕਿ ਫੈਸਲਾ ਖੁਦ ਉਹਨੂੰ ਹੀ ਕਰਨਾ ਪੈਣਾ। ਆਪਣੀ ਪੋਟਲੀ 'ਚੋਂ ਉਹਨੇ ਆਪਣੀ ਜੈਕਟ ਕੱਢੀ। ਮਾਰੂਥਲ 'ਚ ਉਹਨੇ ਇਹਦੀ ਲੋੜ ਨਹੀਂ ਸੀ ਪੈਣੀ। ਜੈਕਟ ਬਾਹਰ ਕੱਢਦੇ ਹੋਏ ਉਹਨੇ ਸ਼ੀਸ਼ੇ ਦਾ ਸਮਾਨ ਸਾਫ਼ ਕਰਨਾ ਸ਼ੁਰੂ ਕਰ ਦਿੱਤਾ। ਅੱਧੇ ਘੰਟੇ 'ਚ ਹੀ ਉਹਨੇ ਖਿੜਕੀ 'ਚ ਪਿਆ ਸਾਰਾ ਸਮਾਨ ਸਾਫ਼ ਕਰ ਦਿੱਤਾ। ਜਦੋਂ ਸਫਾਈ ਕਰ ਰਿਹਾ ਸੀ ਤਾਂ 2 ਗਾਹਕ ਦੁਕਾਨ 'ਚ ਆਏ ਤੇ ਉਹਨਾਂ ਕੁਝ ਸਮਾਨ ਖਰੀਦ ਲਿਆ। ਜਦੋਂ ਉਹਨੇ ਸਫਾਈ ਦਾ ਕੰਮ ਮੁਕਾ ਲਿਆ ਤਾਂ ਮੁੰਡੇ ਨੇ ਦੁਕਾਨਦਾਰ ਤੋਂ ਖਾਣ ਲਈ ਕੁਝ ਮੰਗਿਆ। ਦੁਕਾਨਦਾਰ ਕਹਿਣ ਲੱਗਾ, ਚਲੋ ਚੱਲ ਕੇ ਦੁਪਹਿਰ ਦਾ ਖਾਣਾ ਖਾਂਦੇ ਹਾਂ। ਉਹਨਾਂ ਦਰਵਾਜ਼ੇ ਤੇ ਦੁਕਾਨ ਬੰਦ ਹੋਣ ਵਾਲੀ ਤਖਤੀ ਲਾਈ ਤੇ ਲਾਗੇ ਹੀ ਛੋਟੇ ਜਿਹੇ ਢਾਬੇ 'ਚ ਚਲੇ ਗਏ। ਜਿਉਂ ਹੀ ਉਹ ਇਸ ਢਾਬੇ ਦੇ ਇੱਕ ਮੇਜ਼ ਤੇ ਜਾ ਕੇ ਬੈਠੇ ਤਾਂ ਕ੍ਰਿਸਟਲ ਵਪਾਰੀ ਹੱਸਣ ਲੱਗ ਪਿਆ। ਉਹਨੇ ਕਿਹਾ, ਤੈਨੂੰ ਇਹਨਾਂ ਵਸਤਾਂ ਦੀ ਸਫਾਈ ਕਰਨ ਦੀ ਲੋੜ ਨਹੀਂ ਸੀ। ਕੁਰਾਨ ਮੁਤਾਬਕ ਭੁੱਖੇ ਨੂੰ ਖਾਣਾ ਖਿਲਾਉਣਾ ਮੇਰਾ ਫਰਜ਼ ਬਣਦਾ ਹੈ। ਮੁੰਡੇ ਨੇ ਪੁੱਛਿਆ, ਤਾਂ ਫਿਰ ਤੁਸੀਂ ਮੈਨੂੰ ਸਫਾਈ ਕਰਨ ਕਿਉਂ ਦਿੱਤੀ? ਕਿਉਂਕਿ ਸਮਾਨ ਬੜਾ ਗੰਦਾ ਹੋ ਗਿਆ ਸੀ। ਨਾਲ ਹੀ ਤੈਨੂੰ ਤੇ ਮੈਨੂੰ ਆਪਣੇ ਮਨਾਂ 'ਚੋਂ ਨਾ ਦਰੂ ਵਿਚਾਰ ਵਿੱਚ ਪੁੰਝਣ ਦੀ ਲੋੜ ਸੀ। ਜਦੋਂ ਉਹ ਖਾ ਚੁੱਕੇ ਤਾਂ ਵਪਾਰੀ ਨੇ ਮੁੰਡੇ ਨੂੰ ਕਿਹਾ, ਮੈਂ ਤੁਹਾਨੂੰ ਆਪਣੀ ਦੁਕਾਨ 'ਚ ਕੰਮ ਦੇਣਾ ਚਾਹੁੰਦਾ। ਜਦੋਂ ਤੂੰ ਸਮਾਨ ਪੂੰਝ ਰਿਹਾ ਸੀ ਤਾਂ 2 ਗਾਹਕ ਆਏ ਸੀ ਤੇ ਇਹ ਸ਼ੁਭ ਸ਼ਗਨ ਹੈ। ਆਜੜੀ ਨੇ ਸੋਚਿਆ, ਲੋਕ ਸ਼ਗਨਾਂ ਦੀਆਂ ਨਿਸ਼ਾਨੀਆਂ ਬਾਰੇ ਬਹੁਤ ਗੱਲਾਂ ਕਰਦੇ ਆ, ਪਰ ਉਹ ਜਾਣਦੇ ਨਹੀਂ ਕਿ ਇਹਨਾਂ ਦਾ ਮਤਲਬ ਕੀ ਹੁੰਦਾ ਹੈ। ਐਨ ਉਸੇ ਤਰ੍ਹਾਂ ਜਿਵੇਂ ਮੈਂ ਕਈ ਸਾਲਾਂ ਤੱਕ ਨਹੀਂ ਸੀ ਜਾਣ ਸਕਿਆ ਕਿ ਆਪਣੀਆਂ ਭੇਡਾਂ ਨਾਲ ਬਿਨਾਂ ਸ਼ਬਦਾਂ ਦੀ ਭਾਸ਼ਾ ਵਿੱਚ ਗੱਲਾਂ ਕਰਦਾ ਆ ਰਿਹਾ ਸੀ। ਕੀ ਤੂੰ ਮੇਰੀ ਦੁਕਾਨ ਤੇ ਕੰਮ ਕਰਨਾ ਚਾਹੇਂਗਾ? ਵਪਾਰੀ ਨੇ ਪੁੱਛਿਆ। ਮੁੰਡਾ ਕਹਿਣ ਲੱਗਾ, ਮੈਂ ਦਿਨ ਦਾ ਬਾਕੀ ਹਿੱਸਾ ਵੀ ਕੰਮ ਕਰ ਸਕਦਾ। ਮੈਂ ਸਾਰੀ ਰਾਤ ਕੰਮ ਕਰਦਾ ਰਹਾਂਗਾ, ਸਵੇਰ ਤੱਕ ਕਰਾਂਗਾ। ਤੁਹਾਡੀ ਦੁਕਾਨ ਦੇ ਕੱਲੇ ਸਮਾਨ ਨੂੰ ਪੂੰਝ ਦੇਵਾਂਗਾ। ਇਹਦੇ ਬਦਲੇ ਮੈਨੂੰ ਕੱਲ ਨੂੰ ਮਿਸਰ ਜਾਣ ਲਈ ਪੈਸੇ ਚਾਹੀਦੇ। ਦੁਕਾਨਦਾਰ ਹੱਸਿਆ, ਜੇ ਤੂੰ ਮੇਰੀ ਦੁਕਾਨ ਦਾ ਸਮਾਨ ਸਾਲ ਭਰ ਸਾਫ਼ ਕਰਦਾ ਰਹੇ, ਜੇ ਤੂੰ ਹਰੇਕ ਵੇਚੇ ਗਏ ਹਰੇਕ ਸਮਾਨ ਤੇ ਚੰਗਾ ਕਮਿਸ਼ਨ ਵੀ ਲਵੇਂ, ਤਾਂ ਵੀ ਮਿਸਰ ਜਾਣ ਲਈ ਤੈਨੂੰ ਪੈਸੇ ਉਧਾਰੇ ਹੀ ਮੰਗਣੇ ਪੈਣਗੇ। ਇਸ ਥਾਂ ਤੋਂ ਮਿਸਰ ਤੱਕ ਹਜ਼ਾਰਾਂ ਕਿਲੋਮੀਟਰ ਲੰਬਾ ਮਾਰੂਥਲ ਫੈਲਿਆ। ਕੁਝ ਪਲ ਇੰਨੀ ਚੁੱਪ ਛਾ ਗਈ ਜਿਵੇਂ ਸਾਰਾ ਸ਼ਹਿਰ ਹੀ ਸੁੱਤਾ ਪਿਆ ਹੋਵੇ। ਬਾਜ਼ਾਰਾਂ 'ਚੋਂ ਕੋਈ ਆਵਾਜ਼ ਨਹੀਂ ਸੀ ਆ ਰਹੀ। ਵਪਾਰੀਆਂ ਵਿਚਾਲੇ ਕੋਈ ਬਹਿਸ ਨਹੀਂ ਸੀ ਹੋ ਰਹੀ ਤੇ ਗੁੰਬਦਾਂ ਦੇ ਚੜ੍ਹ ਕੇ ਲੋਕ ਆਜ਼ਾਨਾ ਨਹੀਂ ਸਨ ਦੇ ਰਹੇ। ਕੋਈ ਆਸ ਨਹੀਂ ਸੀ, ਕੋਈ ਉਤੇਜਕ ਘਟਨਾ ਨਹੀਂ, ਬੁੱਢੇ ਬਾਦਸ਼ਾਹ ਨਹੀਂ, ਕੋਈ ਹੋਣੀ ਨਹੀਂ, ਕੋਈ ਖਜ਼ਾਨਾ ਨਹੀਂ, ਕੋਈ ਪਿਰਾਮਿਡ ਨਹੀਂ। ਇਉਂ ਲੱਗਾ ਜਿਵੇਂ ਸਾਰਾ ਸੰਸਾਰ ਹੀ ਉਸੇ ਤਰ੍ਹਾਂ ਦਾ ਹੀ ਚੁੱਪ ਹੋ ਗਿਆ, ਜਿਵੇਂ ਮੁੰਡੇ ਦੀ ਰੂਹ ਚੁੱਪ ਹੋ ਗਈ ਸੀ। ਉਹ ਉੱਥੇ ਬੈਠੇ ਢਾਬੇ ਦੇ ਦਰਵਾਜ਼ੇ 'ਚ ਦੀ ਬਾਹਰ ਇੱਕ ਟੱਕ ਦੇਖਦਾ ਰਿਹਾ। ਉਹ ਸੋਚ ਰਿਹਾ ਸੀ, ਖਬਰੇ ਉਹ ਮਰ ਗਿਆ ਤੇ ਉਸੇ ਪਲ ਹੀ ਸਭ ਕੁਝ ਸਦਾ ਲਈ ਖਤਮ ਹੋ ਜਾਏਗਾ। ਦੁਕਾਨਦਾਰ ਨੇ ਮੁੰਡੇ ਵੱਲ ਧਿਆਨ ਨਾਲ ਵੇਖਿਆ। ਜਿਹੜੀ ਖੁਸ਼ੀ ਉਹਨੇ ਸਵੇਰ ਵੇਲੇ ਵੇਖੀ ਸੀ ਉਹ ਇੱਕਦਮ ਹੀ ਲੋਪ ਹੋ ਗਈ। ਉਹ ਕਹਿਣ ਲੱਗਾ, ਪੁੱਤਰ, ਮੈਂ ਤੈਨੂੰ ਤੇਰੇ ਦੇਸ਼ ਪਰਤਣ ਜੋਗੇ ਪੈਸੇ ਦੇ ਸਕਦਾ। ਮੁੰਡੇ ਨੇ ਕੁਝ ਨਾ ਕਿਹਾ। ਉਹ ਉੱਠ ਖੜਾ ਹੋਇਆ, ਆਪਣੇ ਕੱਪੜੇ ਠੀਕ ਕੀਤੇ ਤੇ ਆਪਣੀ ਪੋਟਲੀ ਚੁੱਕ ਲਈ। ਉਸ ਕਿਹਾ, ਮੈਂ ਤੇਰੇ ਕੋਲ ਕੰਮ ਕਰਾਂਗਾ। ਲੰਮੇ ਸਮੇਂ ਤੱਕ ਚੁੱਪ ਰਹਿਣ ਤੋਂ ਬਾਅਦ ਉਸ ਫੇਰ ਕਿਹਾ, ਮੈਨੂੰ ਕੁਝ ਭੇਡਾਂ ਖਰੀਦਣ ਲਈ ਪੈਸਿਆਂ ਦੀ ਲੋੜ ਹੈ। ਮੁੰਡਾ ਕਰੀਬ ਮਹੀਨੇ ਭਰ ਤੋਂ ਕ੍ਰਿਸਟਲ ਦੇ ਵਪਾਰੀ ਕੋਲ ਕੰਮ ਕਰ ਰਿਹਾ ਸੀ। ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਇਹ ਕੰਮ ਕਰਦਿਆਂ ਹੋਇਆਂ ਉਹਨੂੰ ਖੁਸ਼ੀ ਨਹੀਂ ਮਿਲ ਸਕਦੀ। ਵਪਾਰੀ ਸਾਰਾ ਦਿਨ ਹੀ ਕਾਊਂਟਰ ਦੇ ਪਿੱਛੇ ਬੈਠਾ ਕੁਝ ਨਾ ਕੁਝ ਬੋਲਦਾ ਰਹਿੰਦਾ।
ਤੇ ਮੁੰਡੇ ਨੂੰ ਕਹਿੰਦਾ ਰਹਿੰਦਾ ਸੀ ਕਿ ਉਹ ਕੱਚ ਦਾ ਸਮਾਨ ਸੰਭਾਲ ਕੇ ਚੁੱਕੇ ਤੇ ਕੋਈ ਚੀਜ਼ ਤੋੜ ਨਾ ਦੇਵੇ। ਧੰਨਵਾਦ। ਪਾਉਲੂ ਕੋਲਹੋ ਦੀ ਦਲਬੀਰ ਸਿੰਘ ਰਾਹੀਂ ਅਨੁਵਾਦਿਤ ਪੁਸਤਕ ਸੁਪਨ ਸਾਜ਼ ਦਾ ਦੂਸਰਾ ਭਾਗ, ਪਹਿਲਾ ਅੰਗ। ਪਰ ਉਹ ਇਸ ਲਈ ਨੌਕਰੀ ਕਰ ਰਿਹਾ ਸੀ ਕਿਉਂਕਿ ਵਪਾਰੀ ਬੁੱਢਾ ਖਪਤੀ ਹੋਣ ਦੇ ਬਾਵਜੂਦ ਉਸ ਨਾਲ ਚੰਗਾ ਵਰਤਾਓ ਕਰਦਾ ਸੀ। ਮੁੰਡੇ ਨੂੰ ਉਸ ਵੱਲੋਂ ਵੇਚੇ ਗਏ ਹਰ ਸਮਾਨ ਤੇ ਚੰਗਾ ਕਮਿਸ਼ਨ ਮਿਲਦਾ ਸੀ ਤੇ ਉਹਨੇ ਹੁਣੇ ਤੋਂ ਹੀ ਕੁਝ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ ਸਨ। ਉਸੇ ਸਵੇਰੇ ਉਹ ਕੁਝ ਹਿਸਾਬ ਕਿਤਾਬ ਲਗਾ ਰਿਹਾ ਸੀ। ਜੇ ਉਸੇ ਤਰ੍ਹਾਂ ਹਰ ਰੋਜ਼ ਕੰਮ ਕਰਦਾ ਰਹੇ ਜਿਸ ਤਰ੍ਹਾਂ ਉਹ ਕਰਦਾ ਆ ਰਿਹਾ ਹੈ ਤਾਂ ਕੁਝ ਭੇਡਾਂ ਖਰੀਦਣ ਲਈ ਉਹਨੂੰ ਪੂਰਾ ਸਾਲ ਲੱਗ ਜਾਏਗਾ। ਮੁੰਡੇ ਨੇ ਵਪਾਰੀ ਨੂੰ ਕਿਹਾ, ਮੈਂ ਦੁਕਾਨ ਦੇ ਬਾਹਰ ਲਾਉਣ ਲਈ ਇੱਕ ਸ਼ੋਕੇਸ ਬਣਾਉਣਾ ਚਾਹੁੰਦਾ। ਅਸੀਂ ਇਹਨੂੰ ਦੁਕਾਨ ਦੇ ਬਾਹਰ ਰੱਖ ਦਿਆਂਗੇ ਜਿਸ ਨਾਲ ਪਹਾੜੀ ਤੇ ਆਉਂਦੇ ਲੋਕਾਂ ਦਾ ਧਿਆਨ ਖਿੱਚਿਆ ਜਾਏਗਾ। ਦੁਕਾਨਦਾਰ ਨੇ ਜਵਾਬ ਦਿੱਤਾ, ਮੈਂ ਕਦੇ ਵੀ ਕੋਈ ਸ਼ੋਕੇਸ ਨਹੀਂ ਲਾਇਆ। ਲੋਕ ਲੰਘਦੇ ਇਹਦੇ ਵਿੱਚ ਵੱਜਣਗੇ ਤੇ ਇਹਦੇ ਵਿੱਚ ਪਿਆ ਸ਼ੀਸ਼ੇ ਦਾ ਸਮਾਨ ਟੁੱਟ ਜਾਏਗਾ। ਜਦੋਂ ਆਪਣੀਆਂ ਭੇਡਾਂ ਨੂੰ ਖੇਤਾਂ 'ਚ ਲਿਜਾਇਆ ਕਰਦਾ ਸੀ ਤਾਂ ਕਦੇ-ਕਦੇ ਸੱਪ ਦੇ ਡਸਣ ਨਾਲ ਉਹਨਾਂ 'ਚੋਂ ਕੁਝ ਮਰ ਵੀ ਜਾਂਦੀਆਂ ਸੀ। ਪਰ ਭੇਡਾਂ ਤੇ ਆਜੜੀਆਂ ਦੀਆਂ ਜ਼ਿੰਦਗੀਆਂ ਵਿੱਚ ਇਸ ਤਰ੍ਹਾਂ ਹੁੰਦਾ ਹੀ ਰਹਿੰਦਾ ਹੈ। ਦੁਕਾਨਦਾਰ ਕ੍ਰਿਸਟਲ ਦੇ 3 ਗਲਾਸ ਖਰੀਦਣ ਆਏ। ਇੱਕ ਗਾਹਕ ਵੱਲ ਮੁੜ ਗਿਆ। ਉਹਦੀ ਵਿਕਰੀ ਚੰਗੀ ਹੋ ਰਹੀ ਸੀ। ਇੰਜ ਲੱਗਦਾ ਸੀ ਜਿਵੇਂ ਹਾਲਾਤ ਮੁੜ ਉਹਨਾਂ ਹੀ ਪੁਰਾਣੇ ਦਿਨਾਂ ਵੱਲ ਨੂੰ ਮੁੜਦੇ ਆ ਰਹੇ ਹਨ ਜਦੋਂ ਇਹ ਗਲੀ ਟੈਂਗੀਅਰ ਦੀ ਸਭ ਤੋਂ ਅਹਿਮ ਗਲੀ ਹੁੰਦੀ ਸੀ। ਗਾਹਕ ਦੇ ਜਾਣ ਤੋਂ ਬਾਅਦ ਉਹਨੇ ਮੁੰਡੇ ਨੂੰ ਕਿਹਾ, ਕਾਰੋਬਾਰ ਸੱਚਮੁੱਚ ਹੀ ਚੱਲ ਨਿਕਲਿਆ। ਮੇਰੀ ਹਾਲਤ ਕਾਫੀ ਚੰਗੀ ਹੋ ਗਈ ਹੈ ਤੇ ਤੂੰ ਛੇਤੀ ਮੁੜ ਆਪਣੀਆਂ ਭੇਡਾਂ ਕੋਲ ਜਾ ਸਕੇਗਾ। ਜ਼ਿੰਦਗੀ 'ਚ ਇਸ ਤੋਂ ਬਾਅਦ ਤੈਨੂੰ ਹੋਰ ਕੀ ਚਾਹੀਦਾ ਹੈ? ਕਿਉਂਕਿ ਸਾਨੂੰ ਨਿਸ਼ਾਨੀਆਂ ਦਾ ਹੁੰਗਾਰਾ ਭਰਨਾ ਚਾਹੀਦਾ ਹੈ। ਮੁੰਡੇ ਨੇ ਇਹ ਗੱਲ ਕਹੀ। ਹਾਲਾਂਕਿ ਉਹਦੇ ਕਹਿਣ ਦੀ ਮਨਸ਼ਾ ਨਹੀਂ ਸੀ। ਫਿਰ ਉਹਨੂੰ ਇਹ ਗੱਲ ਕਹਿਣ ਦਾ ਅਫਸੋਸ ਹੋਇਆ ਕਿਉਂਕਿ ਵਪਾਰੀ ਤਾਂ ਬਾਦਸ਼ਾਹ ਨੂੰ ਮਿਲਿਆ ਹੀ ਨਹੀਂ ਸੀ। ਬੁੱਢੇ ਬਾਦਸ਼ਾਹ ਨੇ ਕਿਹਾ ਸੀ, ਇਹਨੂੰ ਰਿਆਇਤ ਦਾ ਅਸੂਲ ਕਿਹਾ ਜਾਂਦਾ ਹੈ, ਨਵਿਆਂ ਦੀ ਕਿਸਮਤ, ਕਿਉਂਕਿ ਜ਼ਿੰਦਗੀ ਚਾਹੁੰਦੀ ਹੈ ਕਿ ਤੂੰ ਆਪਣੀ ਹੋਣੀ ਨੂੰ ਹਾਸਲ ਕਰੇ। ਪਰ ਮੁੰਡੇ ਨੇ ਜੋ ਗੱਲ ਕਹੀ ਸੀ ਉਹਨੂੰ ਵਪਾਰੀ ਸਮਝ ਗਿਆ ਸੀ। ਮੁੰਡੇ ਦੀ ਦੁਕਾਨ 'ਚ ਮੌਜੂਦਗੀ ਹੀ ਇੱਕ ਨਿਸ਼ਾਨੀ ਸੀ ਤੇ ਜਿਉਂ-ਜਿਉਂ ਸਮਾਂ ਬੀਤਦਾ ਗਿਆ ਤਿਉਂ-ਤਿਉਂ ਹੀ ਉਹਦੇ ਗੱਲੇ 'ਚ ਪੈਸੇ ਆਉਂਦੇ ਗਏ। ਉਹਨੂੰ ਮੁੰਡੇ ਨੂੰ ਨੌਕਰ ਰੱਖਣ ਦਾ ਕੋਈ ਮਲਾਲ ਨਹੀਂ ਸੀ। ਮੁੰਡੇ ਨੂੰ ਉਹਦੀ ਬੁੱਕਤ ਨਾਲੋਂ ਵੱਧ ਪੈਸੇ ਦਿੱਤੇ ਜਾ ਰਹੇ ਸਨ ਕਿਉਂਕਿ ਵਪਾਰੀ ਨੇ ਇਹ ਸੋਚਦੇ ਹੋਏ ਕਿ ਵਿਕਰੀ ਇੰਨੀ ਨਹੀਂ ਵੱਧ ਸਕਣੀ, ਮੁੰਡੇ ਨੂੰ ਕਾਫੀ ਵੱਡੇ ਕਮਿਸ਼ਨ ਦੀ ਪੇਸ਼ਕਸ਼ ਕਰ ਦਿੱਤੀ ਸੀ। ਉਹਨੇ ਇਹ ਵੀ ਮੰਨ ਲਿਆ ਸੀ ਕਿ ਛੇਤੀ ਆਪਣੀ ਭੇਡਾਂ ਕੋਲ ਚਲਾ ਜਾਏਗਾ। ਤੂੰ ਪਿਰਾਮਿਡ ਕੋਲ ਕਿਉਂ ਜਾਣਾ ਚਾਹੁੰਦਾ? ਉਹਨੇ ਸ਼ੋਕੇਸ ਦੇ ਮਾਮਲੇ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਪੁੱਛਿਆ। ਕਿਉਂਕਿ ਮੈਂ ਸਦਾ ਉਹਨਾਂ ਬਾਰੇ ਸੁਣਦਾ ਰਿਹਾ, ਮੁੰਡੇ ਨੇ ਜਵਾਬ ਤਾਂ ਦਿੱਤਾ ਪਰ ਆਪਣੇ ਸੁਪਨੇ ਬਾਰੇ ਕੁਛ ਨਾ ਕਿਹਾ। ਖਜ਼ਾਨਾ ਹੁਣ ਸਿਰਫ ਇੱਕ ਦੁਖਦਾਈ ਯਾਦ ਰਹਿ ਗਿਆ ਸੀ, ਇਸ ਲਈ ਉਹ ਇਸ ਬਾਰੇ ਸੋਚਣ ਤੋਂ ਵੀ ਬਚਦਾ ਸੀ। ਵਪਾਰੀ ਕਹਿਣ ਲੱਗਾ, ਮੈਂ ਤਾਂ ਇੱਥੇ ਕਿਸੇ ਨੂੰ ਨਹੀਂ ਜਾਣਦਾ ਜਿਹਨੇ ਪਿਰਾਮਿਡ ਦੇਖਣ ਲਈ ਹੀ ਸਾਰਾ ਮਾਰੂਥਲ ਪਾਰ ਕੀਤਾ ਹੋਵੇ। ਉਹ ਤਾਂ ਸਿਰਫ ਪੱਥਰ ਦੀ ਢੇਰੀ ਹੈ। ਤੂੰ ਚਾਹੇ ਤਾਂ ਇੱਥੇ ਆਪਣਾ ਘਰ ਬਣਾ ਸਕਦਾ ਹੈ। ਤੂੰ ਕਦੇ ਵੀ ਸਫ਼ਰ ਕਰਨ ਦੇ ਸੁਪਨੇ ਨਹੀਂ ਲਏ? ਮੁੰਡੇ ਨੇ ਕਿਹਾ ਤੇ ਦੁਕਾਨ 'ਚ ਦਾਖਲ ਹੋਏ ਗਾਹਕ ਵੱਲ ਨੂੰ ਮੁੜ ਪਿਆ। 2 ਦਿਨ ਬਾਅਦ ਦੁਕਾਨਦਾਰ ਨੇ ਮੁੰਡੇ ਨਾਲ ਸ਼ੋਕੇਸ ਬਾਰੇ ਗੱਲ ਕੀਤੀ। ਕਹਿਣ ਲੱਗਾ, ਮੈਨੂੰ ਤਬਦੀਲੀ ਬਹੁਤੀ ਪਸੰਦ ਨਹੀਂ। ਅਸੀਂ ਉਸ ਅਮੀਰ ਵਪਾਰੀ ਹਸਨ ਵਰਗੇ ਨਹੀਂ ਹਾਂ। ਜੇ ਉਹ ਖਰੀਦਦਾਰੀ 'ਚ ਕੋਈ ਗਲਤੀ ਕਰ ਲਏ ਤਾਂ ਉਹਨੂੰ ਬਹੁਤਾ ਫਰਕ ਨਹੀਂ ਪੈਂਦਾ, ਪਰ ਸਾਨੂੰ ਆਪਣੀਆਂ ਗਲਤੀਆਂ ਦਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ। ਮੁੰਡੇ ਨੇ ਮਨ ਹੀ ਮਨ ਅਫਸੋਸ ਕਰਦੇ ਹੋਏ ਸੋਚਿਆ ਕਿ ਇਹ ਗੱਲ ਸਹੀ ਹੈ। ਸ਼ੋਕੇਸ ਬਣਾਉਣ ਬਾਰੇ ਤੇਰੇ ਮਨ 'ਚ ਵਿਚਾਰ ਕਿਉਂ ਆਈ? ਵਪਾਰੀ ਨੇ ਪੁੱਛਿਆ। ਮੈਂ ਛੇਤੀ ਤੋਂ ਛੇਤੀ ਆਪਣੀਆਂ ਭੇਡਾਂ ਕੋਲ ਵਾਪਸ ਜਾਣਾ ਚਾਹੁੰਦਾ। ਜਦੋਂ ਕਿਸਮਤ ਸਾਡੇ ਵੱਲ ਹੈ ਤਾਂ ਸਾਨੂੰ ਇਹਦਾ ਲਾਭ ਉਠਾਉਣਾ ਚਾਹੀਦਾ ਹੈ ਤੇ ਇਹਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹ ਵੀ ਸਾਡੀ ਮਦਦ ਕਰ ਰਹੀ ਹੈ। ਇਹਨੂੰ ਰਿਆਇਤ ਦਾ ਅਸੂਲ ਕਹਿੰਦੇ ਆ ਜਾਂ ਫਿਰ ਨਵਿਆਂ ਦੀ ਕਿਸਮਤ। ਵਪਾਰੀ ਕੁਝ ਪਲਾਂ ਲਈ ਚੁੱਪ ਰਿਹਾ, ਫਿਰ ਕਹਿਣ ਲੱਗਾ, ਹਜ਼ਰਤ ਮੁਹੰਮਦ ਨੇ ਸਾਨੂੰ ਕੁਰਾਨ ਦਿੱਤੀ ਤੇ ਸਾਡੇ ਜਿੰਮੇ ਜ਼ਿੰਦਗੀ 'ਚ 5 ਕਰਨ ਜੋਗੇ ਕੰਮ ਦਿੱਤੇ। ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਸਿਰਫ ਇੱਕੋ ਸੱਚੇ ਅੱਲਾਹ 'ਚ ਯਕੀਨ ਰੱਖੀਏ। ਦੂਜੀਆਂ ਗੱਲਾਂ 'ਚ 5 ਵਾਰੀ ਨਮਾਜ਼ ਪੜ੍ਹਨਾ, ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਣੇ, ਗਰੀਬਾਂ ਨੂੰ ਦਾਨ ਦੇਣਾ ਸ਼ਾਮਲ ਹੈ। ਉਹ ਇਹਨਾਂ ਕਹਿ ਕੇ ਚੁੱਪ ਕਰ ਗਿਆ। ਪੈਗੰਬਰ ਦੀਆਂ ਗੱਲਾਂ ਕਰਦੇ ਹੋਏ ਉਹਦੀਆਂ ਅੱਖਾਂ 'ਚ ਅੱਥਰੂ ਆ ਗਏ। ਉਹ ਬੜਾ ਧਾਰਮਿਕ ਬੰਦਾ ਸੀ ਤੇ ਬੜਾ ਬੇਸਬਰਾ ਸੀ। ਫਿਰ ਵੀ ਉਹ ਆਪਣੀ ਜ਼ਿੰਦਗੀ ਇਸਲਾਮੀ ਸ਼ਰ੍ਹਾ ਮੁਤਾਬਕ ਜਿਉਣਾ ਚਾਹੁੰਦਾ ਸੀ। 5ਵੀਂ ਜ਼ਿੰਮੇਵਾਰੀ ਕੀ ਹੈ? ਮੁੰਡੇ ਨੇ ਪੁੱਛਿਆ। ਵਪਾਰੀ ਦਾ ਜਵਾਬ ਸੀ, 2 ਦਿਨ ਪਹਿਲਾਂ ਤੂੰ ਕਿਹਾ ਸੀ ਕਿ ਮੈਂ ਕਦੇ ਵੀ ਸਫ਼ਰ ਕਰਨ ਦਾ ਸੁਪਨਾ ਨਹੀਂ ਲਿਆ। ਹਰੇਕ ਮੁਸਲਮਾਨ ਦੀ 5ਵੀਂ ਜ਼ਿੰਮੇਵਾਰੀ ਹੱਜ ਕਰਨਾ ਹੈ। ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਜ਼ਿੰਦਗੀ 'ਚ ਘੱਟੋ ਘੱਟ ਇੱਕ ਵਾਰੀ ਜ਼ਰੂਰ ਹੀ ਮੱਕੇ ਤੇ ਮੁਕੱਦਸ ਸ਼ਹਿਰ ਦੀ ਯਾਤਰਾ ਕਰੀਏ।
ਮੱਕਾ ਤਾਂ ਪਿਰਾਮਿਡਾਂ ਤੋਂ ਵੀ ਕਿਤੇ ਦੂਰ ਹੈ। ਜਦੋਂ ਮੈਂ ਜਵਾਨ ਸੀ ਤਾਂ ਮੇਰੀ ਇੱਕੋ ਇੱਕ ਇੱਛਾ ਇਹ ਹੁੰਦੀ ਸੀ ਕਿ ਮੇਰੇ ਕੋਲ ਦੁਕਾਨ ਸ਼ੁਰੂ ਕਰਨ ਜੋਗੇ ਪੈਸੇ ਹੋਣ। ਮੈਂ ਸੋਚਦਾ ਸੀ ਕਿਸੇ ਦਿਨ ਮੈਂ ਅਮੀਰ ਹੋਵਾਂਗਾ ਤੇ ਮੱਕੇ ਤੱਕ ਜਾ ਸਕਾਂਗਾ। ਮੈਂ ਕੁਝ ਪੈਸੇ ਕਮਾਉਣੇ ਸ਼ੁਰੂ ਕੀਤੇ, ਪਰ ਮੇਰੇ 'ਚ ਇੰਨੀ ਸਮਰੱਥਾ ਹੀ ਨਹੀਂ ਸੀ ਕਿ ਮੈਂ ਆਪਣੀ ਦੁਕਾਨ ਕਿਸੇ ਹੋਰ ਦੇ ਹਵਾਲੇ ਕਰਕੇ ਜਾ ਸਕਾਂ। ਕ੍ਰਿਸਟਲ ਦਾ ਸਮਾਨ ਬੜਾ ਨਾਜ਼ੁਕ ਹੁੰਦਾ ਹੈ। ਇਸ ਸਮੇਂ ਦੌਰਾਨ ਮੱਕੇ ਜਾਣ ਵਾਲੇ ਲੋਕ ਮੇਰੀ ਦੁਕਾਨ ਦੇ ਬਾਹਰ ਵੀ ਲੰਘਦੇ ਰਹਿੰਦੇ ਹਨ। ਉਹਨਾਂ 'ਚ ਕੁਝ ਅਮੀਰ ਯਾਤਰੂ ਹੁੰਦੇ ਹਨ ਜਿਨ੍ਹਾਂ ਦੇ ਕਾਫਲੇ ਚੱਲਦੇ ਆ, ਜਿਨ੍ਹਾਂ 'ਚ ਨੌਕਰ ਚਾਕਰ ਤੇ ਊਠ ਹੁੰਦੇ ਆ, ਪਰ ਬਹੁਤੇ ਲੋਕ ਮੇਰੇ ਨਾਲੋਂ ਵੀ ਗਰੀਬ ਹੁੰਦੇ ਸੀ। ਜਿਹੜੇ ਲੋਕ ਵੀ ਮੱਕੇ ਜਾਂਦੇ ਆ ਉਹ ਬੜੇ ਖੁਸ਼ ਹੁੰਦੇ ਸਨ ਕਿ ਉਹ ਮੱਕੇ ਦੀ ਯਾਤਰਾ ਦੀਆਂ ਨਿਸ਼ਾਨੀਆਂ ਆਪਣੇ ਆਪਣੇ ਘਰਾਂ ਦੇ ਦਰਵਾਜ਼ਿਆਂ ਤੇ ਟੰਗ ਦਿੰਦੇ ਸੀ। ਜੁੱਤੀਆਂ ਮੁਰੰਮਤ ਕਰਨ ਵਾਲੇ ਇੱਕ ਮੋਚੀ ਦਾ ਕਹਿਣਾ ਹੈ ਕਿ ਉਹਨੇ ਮਾਰੂਥਲ ਪਾਰ ਕਰਨ ਲਈ ਸਾਲ ਭਰ ਦਾ ਸਮਾਂ ਲਾਇਆ, ਪਰ ਉਹਨੂੰ ਰਤਾ ਥਕਾਵਟ ਨਹੀਂ ਹੋਈ। ਹਾਲਾਂਕਿ ਟੈਂਗੀਅਰ ਦੀਆਂ ਗਲੀਆਂ 'ਚ ਚਮੜਾ ਖਰੀਦਣ ਲਈ ਤੁਰਦੇ ਸਮੇਂ ਉਹ ਥੱਕ ਜਾਂਦਾ ਸੀ। ਤਾਂ ਫਿਰ ਤੂੰ ਹੁਣ ਕਿਉਂ ਨਹੀਂ ਮੱਕੇ ਚਲਾ ਜਾਂਦਾ? ਮੁੰਡੇ ਨੇ ਪੁੱਛਿਆ। ਕਿਉਂਕਿ ਮੱਕੇ ਜਾਣ ਦਾ ਵਿਚਾਰ ਹੀ ਮੈਨੂੰ ਜਿਉਂਦਾ ਰੱਖ ਰਿਹਾ। ਇਸੇ ਕਾਰਨ ਹੀ ਮੈਨੂੰ ਇਹਨਾਂ ਦਿਨਾਂ ਦਾ ਸਾਹਮਣਾ ਕਰਨ 'ਚ ਮਦਦ ਮਿਲਦੀ ਹੈ, ਜਿਹੜੇ ਸਾਰੇ ਇੱਕੋ ਜਿਹੇ ਹਨ। ਸ਼ੈਲਫਾਂ ਤੇ ਪਏ ਇਹਨਾਂ ਗੂੰਗੇ ਸਮਾਨ ਨਾਲ ਸਮਾਂ ਬਿਤਾ ਸਕਦਾ ਤੇ ਹਰ ਰੋਜ਼ ਹੀ ਇਸ ਭੈੜੇ ਜਿਹੇ ਢਾਬੇ ਤੇ ਦੁਪਹਿਰ ਦੀ ਰਾਤ ਦਾ ਖਾਣਾ ਖਾ ਸਕਦਾ। ਮੈਨੂੰ ਡਰ ਹੈ ਕਿ ਜੇ ਮੇਰਾ ਸੁਪਨਾ ਪੂਰਾ ਹੋ ਗਿਆ ਤਾਂ ਮੇਰੇ ਕੋਲ ਜਿਉਂਦੇ ਰਹਿਣ ਦਾ ਕੋਈ ਬਹਾਨਾ ਨਹੀਂ ਬਚੇਗਾ। ਤੂੰ ਆਪਣੀਆਂ ਭੇਡਾਂ ਤੇ ਪਿਰਾਮਿਡਾਂ ਦੇ ਸੁਪਨੇ ਲੈਂਦਾ, ਪਰ ਤੂੰ ਮੇਰੇ ਨਾਲੋਂ ਅਲੱਗ ਹੈ ਕਿਉਂਕਿ ਤੂੰ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦਾ। ਮੈਂ ਸਿਰਫ ਮੱਕੇ ਦੇ ਸੁਪਨੇ ਲੈਣਾ ਚਾਹੁੰਦਾ। ਮੈਂ ਹਜ਼ਾਰਾਂ ਵਾਰ ਮਾਰੂਥਲ ਨੂੰ ਪਾਰ ਕਰਨ, ਪਵਿੱਤਰ ਪੱਥਰ ਵਾਲੇ ਥਾਂ ਪਹੁੰਚਣ, ਇਹਦੇ ਦੁਆਲੇ 7 ਚੱਕਰ ਕੱਟਣ ਤੇ ਫਿਰ ਇਹਨੂੰ ਛੂਹਣ ਦੀ ਕਲਪਨਾ ਕਰ ਚੁੱਕਾ। ਮੈਂ ਤਾਂ ਉਹਨਾਂ ਲੋਕਾਂ ਦੀ ਵੀ ਕਲਪਨਾ ਕਰ ਚੁੱਕਾ ਜਿਹੜੇ ਮੇਰੇ ਨਾਲ ਹੋਣਗੇ, ਜਿਹੜੇ ਮੇਰੇ ਮੂਹਰੇ ਹੋਣਗੇ ਤੇ ਜਿਹੜੀ ਗੱਲਬਾਤ ਤੇ ਪ੍ਰਾਰਥਨਾ ਅਸੀਂ ਇਕੱਠਿਆਂ ਕਰਾਂਗੇ। ਪਰ ਮੈਨੂੰ ਡਰ ਹੈ ਕਿ ਮੈਨੂੰ ਇਸ ਸਭ ਪਾਸੇ ਪਿੱਛੋਂ ਨਿਰਾਸ਼ਾ ਹੀ ਮਿਲੇਗੀ, ਇਸ ਲਈ ਮੈਂ ਸਿਰਫ ਸੁਪਨਾ ਹੀ ਲੈਣਾ। ਉਸ ਦਿਨ ਵਪਾਰੀ ਨੇ ਮੁੰਡੇ ਨੂੰ ਸ਼ੋਕੇਸ ਬਣਾਉਣ ਦੀ ਇਜਾਜ਼ਤ ਦੇ ਦਿੱਤੀ। ਹਰ ਕੋਈ ਆਪਣੇ ਸੁਪਨਿਆਂ ਦੀ ਇਸੇ ਤਰ੍ਹਾਂ ਦੀ ਪੂਰਤੀ ਹੁੰਦੀ ਨਹੀਂ ਦੇਖ ਸਕਦਾ। ਦੂਸਰਾ ਅੰਗ। 2 ਹੋਰ ਮਹੀਨੇ ਲੰਘ ਗਏ। ਸ਼ੋਕੇਸ ਕਾਰਨ ਬਹੁਤ ਸਾਰੇ ਹੋਰ ਗਾਹਕ ਦੁਕਾਨ 'ਚ ਆਉਣ ਲੱਗੇ। ਮੁੰਡੇ ਨੇ ਅੰਦਾਜ਼ਾ ਲਾਇਆ ਕਿ ਜੇ ਉਹ ਹੋਰ 6 ਮਹੀਨੇ ਕੰਮ ਕਰਦਾ ਰਹੇ ਤਾਂ ਉਹ ਸਪੇਨ ਵਾਪਸ ਮੁੜ ਕੇ ਨਾ ਸਿਰਫ 60 ਭੇਡਾਂ ਹੀ ਸਗੋਂ 60 ਹੋਰ ਭੇਡਾਂ ਵੀ ਖਰੀਦ ਸਕਦਾ ਹੈ। 1 ਸਾਲ ਦੇ ਵਿੱਚ ਹੀ ਉਹ ਆਪਣੇ ਇੱਜੜ ਨੂੰ ਦੁੱਗਣਾ ਕਰ ਸਕੇਗਾ ਤੇ ਫਿਰ ਅਰਬ ਲੋਕਾਂ ਨਾਲ ਕਾਰੋਬਾਰ ਕਰ ਸਕੇਗਾ, ਕਿਉਂਕਿ ਉਹ ਹੁਣ ਉਹਨਾਂ ਦੀ ਅਜੀਬ ਜਿਹੀ ਭਾਸ਼ਾ ਬੋਲਣ ਲੱਗ ਪਿਆ। ਉਸ ਦਿਨ ਬਾਜ਼ਾਰ 'ਚ ਬਿਤਾਏ ਸਵੇਰ ਦੇ ਸਮੇਂ ਤੋਂ ਬਾਅਦ ਉਹਨੇ ਕਦੇ ਵੀ ਉਰਮ ਤੇ ਥੁਰਮ ਦੀ ਵਰਤੋਂ ਨਹੀਂ ਸੀ ਕੀਤੀ, ਕਿਉਂਕਿ ਮਿਸਰ ਉਸ ਲਈ ਵੀ ਉਸੇ ਤਰ੍ਹਾਂ ਦਾ ਹੀ ਦੂਰ ਦਾ ਸੁਪਨਾ ਸੀ ਜਿਸ ਤਰ੍ਹਾਂ ਦਾ ਦੂਰ ਦਾ ਸੁਪਨਾ ਕ੍ਰਿਸਟਲ ਦੇ ਵਪਾਰੀ ਲਈ ਮੱਕਾ ਸੀ। ਫਿਰ ਵੀ ਮੁੰਡਾ ਆਪਣੇ ਕੰਮ 'ਚ ਖੁਸ਼ ਰਹਿਣ ਲੱਗਾ ਸੀ ਅਤੇ ਹਰ ਸਮੇਂ ਉਸ ਦਿਨ ਬਾਰੇ ਸੋਚਦਾ ਰਹਿੰਦਾ ਜਿਸ ਦਿਨ ਉਹ ਇੱਕ ਜੇਤੂ ਦੇ ਤੌਰ ਤੇ ਤਾਰੀਫਾਂ ਪਹੁੰਚੇਗਾ। ਬਜ਼ੁਰਗ ਬਾਦਸ਼ਾਹ ਨੇ ਕਿਹਾ ਸੀ, ਤੁਹਾਨੂੰ ਸਦਾ ਹੀ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ। ਮੁੰਡੇ ਨੂੰ ਪਤਾ ਸੀ ਤੇ ਉਹ ਉਹਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰ ਰਿਹਾ ਸੀ। ਖਬਰੇ ਉਹਦਾ ਖਜ਼ਾਨਾ ਇਹੀ ਸੀ ਕਿ ਉਹ ਇਸ ਨਵੀਂ ਧਰਤੀ ਤੇ ਆ ਗਿਆ ਸੀ, ਇੱਕ ਚੋਰ ਨੂੰ ਮਿਲਿਆ ਸੀ ਤੇ ਇੱਕ ਧੇਲਾ ਵੀ ਖਰਚ ਕੀਤੇ ਬਿਨਾਂ ਆਪਣੀਆਂ ਭੇਡਾਂ ਦੁੱਗਣੀਆਂ ਕਰ ਲਈਆਂ ਸੀ। ਉਹਨੂੰ ਆਪਣੇ ਆਪ ਤੇ ਬੜਾ ਮਾਣ ਸੀ। ਉਹਨੇ ਕੁਝ ਮਹੱਤਵਪੂਰਨ ਗੱਲਾਂ ਸਿੱਖ ਲਈਆਂ ਸਨ, ਜਿਵੇਂ ਕਿ ਸ਼ੀਸ਼ੇ ਦਾ ਸਮਾਨ ਕਿਵੇਂ ਖਰੀਦਣਾ ਵੇਚਣਾ ਹੈ ਜਾਂ ਫਿਰ ਭਾਸ਼ਾਵਾਂ ਦੇ ਬਿਨਾਂ ਵਰਤੀ ਜਾਂਦੀ ਭਾਸ਼ਾ ਨਿਸ਼ਾਨੀਆਂ। ਇੱਕ ਦਿਨ ਉਹਨੇ ਪਹਾੜੀ ਤੇ ਖੜਾ ਇੱਕ ਆਦਮੀ ਦੇਖਿਆ ਜਿਹੜਾ ਸ਼ਿਕਾਇਤ ਕਰ ਰਿਹਾ ਸੀ ਕਿ ਇੰਨੀ ਚੜ੍ਹਾਈ ਕਰਨ ਤੋਂ ਬਾਅਦ ਚਾਹ ਪਾਣੀ ਪੀਣ ਲਈ ਕੋਈ ਚੰਗੀ ਥਾਂ ਹੀ ਨਹੀਂ ਦਿਖਦੀ। ਨਿਸ਼ਾਨੀਆਂ ਨੂੰ ਪਛਾਣਨ ਦੇ ਆਦੀ ਹੋ ਚੁੱਕੇ ਮੁੰਡੇ ਨੇ ਵਪਾਰੀ ਨਾਲ ਗੱਲ ਕੀਤੀ। ਆਪਾਂ ਪਹਾੜੀ ਤੇ ਚੜ੍ਹਨ ਵਾਲੇ ਲੋਕਾਂ ਨੂੰ ਚਾਹ ਵੇਚਿਆ ਕਰੀਏ, ਇੱਥੇ ਪਹਿਲਾਂ ਹੀ ਬਹੁਤ ਸਾਰੇ ਲੋਕ ਚਾਹ ਵੇਚਦੇ ਆ, ਵਪਾਰੀ ਨੇ ਕਿਹਾ, ਪਰ ਅਸੀਂ ਇਹ ਚਾਹ ਕ੍ਰਿਸਟਲ ਦੇ ਗਲਾਸਾਂ 'ਚ ਵੇਚਾਂਗੇ। ਲੋਕ ਨਾਲ ਚਾਹ ਦਾ ਆਨੰਦ ਮਾਣਨਗੇ, ਨਾਲ ਹੀ ਗਲਾਸ ਖਰੀਦਣਾ ਚਾਹਣਗੇ। ਮੈਨੂੰ ਦੱਸਿਆ ਗਿਆ ਕਿ ਖੂਬਸੂਰਤੀ ਮਰਦਾਂ ਨੂੰ ਬਹੁਤ ਆਕਰਸ਼ਿਤ ਕਰਦੀ ਹੈ। ਵਪਾਰੀ ਨੇ ਕੋਈ ਹੁੰਗਾਰਾ ਨਾ ਭਰਿਆ, ਪਰ ਉਸ ਸ਼ਾਮ ਨਮਾਜ਼ ਪੜ੍ਹਨ ਤੇ ਦੁਕਾਨ ਬੰਦ ਕਰਨ ਤੋਂ ਬਾਅਦ ਉਹਨੇ ਮੁੰਡੇ ਨੂੰ ਆਪਣੇ ਕੋਲ ਬਿਠਾ ਲਿਆ ਤੇ ਉਸ ਨਾਲ ਹੁੱਕਾ ਸਾਂਝਾ ਕੀਤਾ। ਤੂੰ ਕਿਸ ਚੀਜ਼ ਨੂੰ ਲੱਭ ਰਿਹਾ? ਵਪਾਰੀ ਨੇ ਪੁੱਛਿਆ। ਮੈਂ ਤੈਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਮੈਂ ਆਪਣੀਆਂ ਭੇਡਾਂ ਵਾਪਸ ਖਰੀਦਣੀਆਂ ਚਾਹੁੰਦਾ, ਇਸੇ ਲਈ ਮੈਂ ਪੈਸੇ ਕਮਾਉਣਾ ਚਾਹੁੰਦਾ। ਵਪਾਰੀ ਨੇ ਹੁੱਕੇ ਵਿੱਚ ਕੁਝ ਹੋਰ ਕੋਲੇ ਪਾਏ ਤੇ ਇਸ ਵਿੱਚ ਡੂੰਘਾ ਸਾਹ ਭਰਿਆ। ਮੇਰੇ ਕੋਲੇ ਦੁਕਾਨ 30 ਸਾਲਾਂ ਤੋਂ ਹੈ। ਮੈਨੂੰ ਕ੍ਰਿਸਟਲ ਤੇ ਚੰਗਾ ਮੰਦਾ ਹੋਣ ਦਾ ਪਤਾ ਹੈ। ਕ੍ਰਿਸਟਲ ਬਾਰੇ ਜਾਣੀ ਜਾ ਸਕਣ ਵਾਲੀ ਹਰ ਗੱਲ ਜਾਣਦਾ। ਮੈਨੂੰ ਇਹਦੀਆਂ ਸੀਮਾਵਾਂ ਦਾ ਪਤਾ ਹੈ, ਇਹ ਵੀ ਕਿ ਇਹਦਾ ਵਿੱਚ ਵਿਹਾਰ ਕੀ ਹੈ। ਜੇ ਅਸੀਂ ਕ੍ਰਿਸਟਲ ਵਿੱਚ ਚਾਹ ਦੇਣੀ ਸ਼ੁਰੂ ਕਰ ਦਿੱਤੀ ਤਾਂ ਦੁਕਾਨ ਨੂੰ ਵੱਡੀ ਕਰਨਾ ਪਏਗਾ। ਉਦੋਂ ਮੈਨੂੰ ਆਪਣੀ ਜ਼ਿੰਦਗੀ ਦਾ ਢੰਗ ਤਰੀਕਾ ਬਦਲਣਾ ਪਏਗਾ। ਕਿਉਂ? ਇਹ ਠੀਕ ਨਹੀਂ? ਮੈਂ ਹਾਲਾਤ ਦਾ ਆਦੀ ਹੋ ਚੁੱਕਾ
ਤੇਰੇ ਆਉਣ ਤੋਂ ਪਹਿਲਾਂ ਮੈਂ ਸੋਚਿਆ ਕਰਦਾ ਸੀ ਕਿ ਮੈਂ ਇੱਕੋ ਥਾਂ ਤੇ ਹੀ ਕਿੰਨਾ ਸਮਾਂ ਬਰਬਾਦ ਕਰ ਦਿੱਤਾ ਹੈ। ਜਦੋਂ ਕਿ ਮੇਰੇ ਦੋਸਤ ਇੱਥੋਂ ਚਲੇ ਗਏ ਹਨ, ਉਹਨਾਂ ਵਿੱਚੋਂ ਕੁਝ ਤਾਂ ਦੀਵਾਲੀਆ ਹੋ ਗਏ ਹੈ, ਕੁਝ ਪਹਿਲਾਂ ਨਾਲੋਂ ਵੀ ਅਮੀਰ। ਇਸ ਨਾਲ ਮੈਂ ਬਹੁਤ ਉਦਾਸ ਹੋ ਜਾਂਦਾ। ਹੁਣ ਮੈਂ ਦੇਖ ਸਕਦਾ ਕਿ ਮੇਰੀ ਜ਼ਿੰਦਗੀ ਬਹੁਤ ਮਾੜੀ ਵੀ ਨਹੀਂ। ਦੁਕਾਨ ਬਿਲਕੁਲ ਉਨੀ ਵੱਡੀ ਹੈ ਜਿੰਨੀ ਵੱਡੀ ਮੈਨੂੰ ਚਾਹੁੰਦਾ ਸੀ। ਮੈਂ ਕਿਸੇ ਕਿਸਮ ਦੀ ਤਬਦੀਲੀ ਨਹੀਂ ਚਾਹੁੰਦਾ, ਕਿਉਂਕਿ ਮੈਂ ਜਾਣਨਾ ਹੀ ਨਹੀਂ ਚਾਹੁੰਦਾ ਕਿ ਤਬਦੀਲੀ ਨਾਲ ਕਿਵੇਂ ਨਿਬੜਿਆ ਜਾਂਦਾ ਹੈ। ਮੈਨੂੰ ਆਪਣੀ ਹੁਣ ਦੀ ਹੋਣ ਦੀ ਆਦਤ ਪੈ ਚੁੱਕੀ ਹੈ। ਮੁੰਡੇ ਨੂੰ ਨਹੀਂ ਸੀ ਪਤਾ ਕਿ ਉਹ ਕੀ ਕਹੇ। ਵਪਾਰੀ ਨੇ ਕਹਿਣਾ ਜਾਰੀ ਰੱਖਿਆ, ਤੇਰਾ ਆਉਣਾ ਮੇਰੇ ਲਈ ਸੁਭਾਗਾ ਰਿਹਾ। ਅੱਜ ਮੈਂ ਇੱਕ ਐਸੀ ਚੀਜ਼ ਸਮਝ ਰਿਹਾ ਜਿਹਦੀ ਪਹਿਲਾਂ ਮੈਨੂੰ ਸਮਝ ਨਹੀਂ ਸੀ। ਉਹ ਇਹ ਕਿ ਜਿਹੜੇ ਸੁਭਾਗ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਏ ਉਹ ਦੁਰਭਾਗ ਬਣ ਜਾਂਦਾ ਹੈ। ਮੈਨੂੰ ਜ਼ਿੰਦਗੀ 'ਚ ਹੋਰ ਕੁਝ ਨਹੀਂ ਚਾਹੀਦਾ, ਪਰ ਤੂੰ ਮੈਨੂੰ ਮਜਬੂਰ ਕਰ ਰਿਹਾ ਹੈ ਕਿ ਮੈਂ ਸਿਰਫ ਦੌਲਤ ਹੀ ਨਹੀਂ ਸਗੋਂ ਉਹਨਾਂ ਦੂਰੀਆਂ ਤੱਕ ਵੀ ਨਜ਼ਰ ਮਾਰਾਂ ਜਿਨ੍ਹਾਂ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਹੁਣ ਜਦੋਂ ਕਿ ਮੈਂ ਇਹਨਾਂ ਨੂੰ ਦੇਖ ਲਿਆ ਤੇ ਹੁਣ ਜਦੋਂ ਮੈਂ ਦੇਖ ਸਕਦਾ ਕਿ ਮੇਰੀ ਤਰੱਕੀ ਦੀਆਂ ਕਿੰਨੀਆਂ ਸੰਭਾਵਨਾਵਾਂ ਹਨ, ਤਾਂ ਮੈਂ ਉਸ ਨਾਲੋਂ ਵੀ ਵੱਧ ਔਖਾ ਮਹਿਸੂਸ ਕਰ ਪਾਵਾਂਗਾ ਜਿੰਨਾ ਮੈਂ ਤੇਰੀ ਆਮਦ ਤੋਂ ਪਹਿਲਾਂ ਮਹਿਸੂਸ ਕਰਦਾ ਸੀ। ਇਹਦਾ ਕਾਰਨ ਇਹ ਹੈ ਕਿ ਕਿਉਂਕਿ ਮੈਂ ਜਾਣਦਾ ਕਿ ਮੈਂ ਕਿਹੜੇ ਕੰਮ ਕਰ ਸਕਦਾ ਤੇ ਮੈਂ ਕਰਨਾ ਨਹੀਂ ਚਾਹੁੰਦਾ। ਮੁੰਡੇ ਨੇ ਸੋਚਿਆ ਇਹ ਚੰਗਾ ਹੀ ਰਿਹਾ ਕਿ ਮੈਂ ਤਾਰੀਫਾਂ ਦੇ ਤੰਦੂਰੀਏ ਬਾਰੇ ਕੋਈ ਗੱਲ ਨਹੀਂ ਕੀਤੀ। ਉਦੋਂ ਵੀ ਬੈਠੇ ਹੁੱਕਾ ਪੀਂਦੇ ਰਹੇ। ਸੂਰਜ ਛੁਪਣਾ ਸ਼ੁਰੂ ਹੋ ਗਿਆ। ਉਹ ਅਰਬੀ ਭਾਸ਼ਾ 'ਚ ਗੱਲਾਂ ਕਰ ਰਹੇ ਸੀ ਤੇ ਮੁੰਡਾ ਇਸ ਬਦਲੇ ਮਾਣ ਮਹਿਸੂਸ ਕਰ ਰਿਹਾ ਸੀ। ਕਿਸੇ ਵੇਲੇ ਉਹ ਸੋਚ ਲਿਆ ਕਰਦਾ ਸੀ ਕਿ ਸੰਸਾਰ ਬਾਰੇ ਜੋ ਕੁਝ ਵੀ ਉਹ ਜਾਣਨਾ ਚਾਹੁੰਦਾ ਹੈ ਉਹ ਸਭ ਕੁਝ ਉਹਦੀਆਂ ਭੇਡਾਂ ਹੀ ਸਿਖਾ ਦੇਣਗੀਆਂ, ਪਰ ਭੇਡਾਂ ਨੇ ਉਹਨੂੰ ਅਰਬੀ ਭਾਸ਼ਾ ਕਦੇ ਨਹੀਂ ਸੀ ਸਿਖਾਈ। ਵਪਾਰੀ ਵੱਲ ਨੂੰ ਦੇਖਦੇ ਹੋਏ ਮੁੰਡੇ ਨੇ ਸੋਚਿਆ, ਸੰਸਾਰ ਦੀਆਂ ਐਸੀਆਂ ਹੋਰ ਬਹੁਤ ਸਾਰੀਆਂ ਗੱਲਾਂ ਵੀ ਹੋਣਗੀਆਂ ਜਿਹੜੀਆਂ ਉਹਨੂੰ ਭੇਡਾਂ ਨਹੀਂ ਸਨ ਸਿਖਾ ਸਕਦੀਆਂ। ਅਸਲ ਗੱਲ ਤਾਂ ਇਹ ਸੀ ਕਿ ਭੇਡਾਂ ਸਿਰਫ ਤੇ ਸਿਰਫ ਖਾਣੇ ਤੇ ਪਾਣੀ ਬਾਰੇ ਹੀ ਸੋਚ ਸਕਦੀਆਂ। ਇਹ ਵੀ ਹੋ ਸਕਦਾ ਹੈ ਕਿ ਉਹ ਮੈਨੂੰ ਨਹੀਂ ਸਨ ਸਿਖਾ ਰਹੀਆਂ, ਸਗੋਂ ਉਹਨਾਂ ਤੋਂ ਮੈਂ ਸਿੱਖ ਰਿਹਾ ਸੀ। ਮਕਤੂਬ, ਵਪਾਰੀ ਨੇ ਆਖਰਕਾਰ ਕਿਹਾ। ਇਹਦਾ ਕੀ ਮਤਲਬ ਹੈ? ਉਸ ਜਵਾਬ ਦਿੱਤਾ, ਇਹਦਾ ਮਤਲਬ ਸਮਝਣ ਲਈ ਤੈਨੂੰ ਅਰਬ ਦੇਸ਼ ਵਿੱਚ ਪੈਦਾ ਹੋਣਾ ਪੈਣਾ ਸੀ, ਪਰ ਤੇਰੀ ਭਾਸ਼ਾ ਵਿੱਚ ਇਹਦਾ ਅਰਥ ਇਹ ਤਾਂ ਲਿਖਿਆ ਹੋਇਆ ਹੋਣਾ ਚਾਹੀਦਾ ਹੈ। ਜਦੋਂ ਹੁੱਕੇ ਦੇ ਕੋਲੇ ਠੰਡੇ ਕਰ ਰਿਹਾ ਸੀ ਤਾਂ ਉਹਨੇ ਮੁੰਡੇ ਨੂੰ ਦੱਸਿਆ ਕਿ ਉਹ ਕ੍ਰਿਸਟਲ ਦੇ ਗਲਾਸਾਂ 'ਚ ਚਾਹ ਵੇਚਣੀ ਸ਼ੁਰੂ ਕਰ ਸਕਦਾ ਹੈ। ਕਦੇ-ਕਦੇ ਐਸਾ ਸਮਾਂ ਵੀ ਆਉਂਦਾ ਹੈ ਕਿ ਦਰਿਆ ਨੂੰ ਸੰਭਾਲਣ ਦਾ ਕੋਈ ਵਸੀਲਾ ਨਹੀਂ ਰਹਿ ਜਾਂਦਾ। ਧੰਨਵਾਦ। ਤੀਸਰਾ ਭਾਗ। ਲੋਕ ਪਹਾੜੀ ਤੇ ਚੜ੍ਹਦੇ ਤੇ ਸਿਖਰ ਤੱਕ ਪਹੁੰਚਦੇ ਹੋਏ ਥੱਕ ਜਾਂਦੇ, ਪਰ ਉੱਥੇ ਪਹੁੰਚ ਕੇ ਉਹਨਾਂ ਨੂੰ ਕ੍ਰਿਸਟਲ ਦੇ ਸਮਾਨ ਦੀ ਇੱਕ ਐਸੀ ਦੁਕਾਨ ਦਿਖਾਈ ਦਿੰਦੀ ਜਿੱਥੇ ਪੁਦੀਨੇ ਵਾਲੀ ਚਾਹ ਮਿਲਦੀ ਸੀ। ਉਹ ਚਾਹ ਪੀਣ ਬੈਠਦੇ ਜਿਹੜੀ ਕਿ ਬਹੁਤ ਹੀ ਖੂਬਸੂਰਤ ਕ੍ਰਿਸਟਲ ਦੇ ਬਰਤਨਾਂ 'ਚ ਦਿੱਤੀ ਜਾਂਦੀ ਸੀ। ਮੇਰੀ ਪਤਨੀ ਨੇ ਤਾਂ ਕਦੇ ਇਸ ਤਰ੍ਹਾਂ ਸੋਚਿਆ ਹੀ ਨਹੀਂ ਸੀ, ਇੱਕ ਜਣੇ ਨੇ ਕਿਹਾ। ਕੁਝ ਕ੍ਰਿਸਟਲ ਖਰੀਦ ਲਿਆ। ਉਸ ਸ਼ਾਮ ਉਹਦੇ ਘਰ ਕੁਝ ਮਹਿਮਾਨ ਆਉਣ ਵਾਲੇ ਸਨ ਤੇ ਮਹਿਮਾਨ ਇਹਨਾਂ ਬਰਤਨਾਂ ਦੀ ਖੂਬਸੂਰਤੀ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਣਗੇ। ਇੱਕ ਹੋਰ ਆਦਮੀ ਨੇ ਕਿਹਾ ਕਿ ਜਦੋਂ ਚਾਹ ਕ੍ਰਿਸਟਲ ਦੇ ਬਰਤਨਾਂ 'ਚ ਪੀਤੀ ਜਾਵੇ ਤਾਂ ਸਭ ਤੋਂ ਵੱਧ ਸਵਾਦ ਲੱਗਦੀ ਹੈ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਚਾਹ ਦੀ ਖੁਸ਼ਬੂ ਕਾਇਮ ਰਹਿੰਦੀ ਹੈ। ਤੀਜੇ ਨੇ ਕਿਹਾ ਕਿ ਪੂਰਬੀ ਦੇਸ਼ਾਂ 'ਚ ਕ੍ਰਿਸਟਲ ਦੇ ਬਰਤਨਾਂ ਵਿੱਚ ਚਾਹ ਪੀਣ ਦੀ ਰਵਾਇਤ ਹੈ, ਕਿਉਂਕਿ ਇਸ ਵਿੱਚ ਜਾਦੂਈ ਤਾਕਤਾਂ ਹੁੰਦੀਆਂ ਹਨ। ਤੁਰੰਤ ਹੀ ਆਲੇ ਦੁਆਲੇ ਖਬਰ ਫੈਲ ਗਈ ਕਿ ਬਹੁਤ ਸਾਰੇ ਲੋਕ ਸਿਰਫ ਇਸ ਲਈ ਪਹਾੜੀ ਤੇ ਚੜ੍ਹਨ ਲੱਗੇ ਕਿ ਉਹ ਉਸ ਦੁਕਾਨ ਨੂੰ ਦੇਖ ਸਕਣ ਜਿਹੜੀ ਇੱਕ ਪੁਰਾਣੇ ਕਾਰੋਬਾਰ 'ਚ ਕੁਝ ਨਵੀਂ ਗੱਲ ਕਰ ਰਹੀ ਸੀ। ਕ੍ਰਿਸਟਲ ਦੇ ਬਰਤਨਾਂ ਵਿੱਚ ਚਾਹ ਪਿਲਾਉਣ ਵਾਲੀਆਂ ਹੋਰ ਦੁਕਾਨਾਂ ਵੀ ਖੁੱਲ੍ਹ ਗਈਆਂ, ਪਰ ਉਹ ਪਹਾੜੀ ਦੇ ਸਿਖਰ ਤੇ ਨਹੀਂ ਸਨ, ਜਿਸ ਕਰਕੇ ਉਹਨਾਂ ਦਾ ਕਾਰੋਬਾਰ ਚੰਗਾ ਨਹੀਂ ਸੀ। ਆਖਰਕਾਰ ਵਪਾਰੀ ਨੂੰ 2 ਹੋਰ ਮੁਲਾਜ਼ਮ ਰੱਖਣੇ ਪਏ। ਉਹਨੇ ਕ੍ਰਿਸਟਲ ਦੇ ਸਮਾਨ ਦੇ ਨਾਲ-ਨਾਲ ਭਾਰੀ ਮਾਤਰਾ 'ਚ ਚਾਹ ਵੀ ਵਿਦੇਸ਼ਾਂ ਤੋਂ ਮੰਗਵਾਉਣੀ ਸ਼ੁਰੂ ਕਰ ਦਿੱਤੀ ਤੇ ਉਹਦੀ ਦੁਕਾਨ ਤੇ ਨਵੀਆਂ ਤੋਂ ਨਵੀਆਂ ਚੀਜ਼ਾਂ ਖਰੀਦਣ ਦੇ ਚਾਹਵਾਨ ਮਰਦ ਤੇ ਔਰਤਾਂ ਆਉਣ ਲੱਗੇ। ਇਸ ਤਰ੍ਹਾਂ ਕਈ ਮਹੀਨੇ ਲੰਘ ਗਏ। ਅੰਗ ਚੌਥਾ। ਮੁੰਡਾ ਤੜਕਸਾਰ ਉੱਠ ਖੜਾ ਹੋਇਆ। ਉਹਨੂੰ ਅਫਰੀਕੀ ਮਹਾਂਦੀਪ ਤੇ ਪੈਰ ਧਰਿਆ 11 ਮਹੀਨੇ 9 ਦਿਨ ਹੋ ਗਏ ਸੀ। ਉਹਨੇ ਚਿੱਟੀ ਮਲਮਲ ਦੇ ਆਪਣੇ ਉਹ ਅਰਬੀ ਕੱਪੜੇ ਪਾਏ ਜਿਹੜੇ ਖਾਸ ਦਿਨ ਲਈ ਖਰੀਦੇ ਸਨ। ਉਹਨੇ ਆਪਣੇ ਸਿਰ ਤੇ ਕੱਪੜਾ ਰੱਖਿਆ ਤੇ ਉਸ ਦੁਆਲੇ ਊਠ ਦੀ ਚਮੜੀ ਦਾ ਬਣਿਆ ਨਾਲਾ ਬੰਨ ਲਿਆ। ਆਪਣੇ ਨਵੇਂ ਸੈਂਡਲ ਪਾ ਕੇ ਚੁੱਪ-ਚੁਪੀਤੇ ਪੌੜੀਆਂ ਉਤਰ ਗਿਆ। ਸ਼ਹਿਰ ਹਾਲੇ ਵੀ ਸੁੱਤਾ ਪਿਆ ਸੀ। ਉਹਨੇ ਆਪਣੇ ਲਈ ਇੱਕ ਸੈਂਡਵਿਚ ਬਣਾਇਆ, ਕ੍ਰਿਸਟਲ ਦੇ ਗਲਾਸ ਚਾਹ ਪੀਤੀ, ਫਿਰ ਉਹ ਸੂਰਜ ਦੀ ਰੋਸ਼ਨੀ 'ਚ ਦਰਵਾਜ਼ੇ 'ਚ ਬੈਠ ਕੇ ਹੁੱਕਾ ਪੀਣ ਬੈਠ ਗਿਆ। ਉਹ ਬਿਨਾਂ ਕੁਝ ਸੋਚਿਆ ਚੁੱਪ-ਚੁਪੀਤੇ ਹੁੱਕਾ ਪੀਂਦਾ ਰਿਹਾ ਤੇ ਉਸ ਹਵਾ ਦੀ ਆਵਾਜ਼ ਸੁਣਦਾ ਰਿਹਾ ਜਿਹੜੀ ਮਾਰੂਥਲ ਦੀ ਖੁਸ਼ਬੂ ਲੈ ਕੇ ਆ ਰਹੀ ਸੀ। ਜਦੋਂ ਕਿ ਉਹ ਹੁੱਕਾ ਪੀ ਚੁੱਕਿਆ ਸੀ ਤਾਂ ਉਹਦੇ ਆਪਣੀ ਜੇਬ 'ਚ ਹੱਥ ਮਾਰੇ ਤੇ ਕੁਝ ਪਲਾਂ ਲਈ ਬੈਠਾ ਦੇਖਦਾ ਰਿਹਾ। ਉਹਦੇ ਹੱਥ 'ਚ ਕੀ ਹੈ? ਉਹਦੇ ਹੱਥ 'ਚ ਪੈਸਿਆਂ ਦੀ
ਥੱਬੀ ਸੀ। ਉਸ ਕੋਲ ਇੰਨੇ ਪੈਸੇ ਸਨ ਕਿ ਉਹ 120 ਭੇਡਾਂ ਵਾਪਸੀ ਦੀ ਟਿਕਟ ਤੇ ਆਪਣੇ ਦੇਸ਼ 'ਚ ਅਫਰੀਕਾ ਦੇ ਤੋਂ ਸਮਾਨ ਮੰਗਵਾਉਣ ਦਾ ਲਾਇਸੈਂਸ ਲੈ ਸਕਦਾ ਸੀ। ਉਹ ਸਬਰ ਨਾਲ ਬੈਠਾ ਉਡੀਕਦਾ ਰਿਹਾ ਕਿ ਵਪਾਰੀ ਉੱਠ ਕੇ ਦੁਕਾਨ ਖੋਲ੍ਹੇ। ਫਿਰ ਦੋਵੇਂ ਜਣੇ ਚਾਹ ਪੀਣ ਲੱਗੇ। ਮੁੰਡੇ ਨੇ ਕਿਹਾ, ਮੈਂ ਅੱਜ ਜਾ ਰਿਹਾ, ਮੇਰੇ ਕੋਲ ਭੇਡਾਂ ਖਰੀਦਣ ਜੋਗਾ ਪੈਸਾ ਹੈ ਤੇ ਤੇਰੇ ਕੋਲ ਮੱਕੇ ਜਾਣ ਲਈ ਪੈਸਾ ਹੋ ਗਿਆ। ਵਡੇਰੀ ਉਮਰ ਦੇ ਵਪਾਰੀ ਨੇ ਕੁਝ ਨਾ ਕਿਹਾ। ਮੁੰਡੇ ਨੇ ਪੁੱਛਿਆ, ਕੀ ਤੂੰ ਮੈਨੂੰ ਆਸ਼ੀਰਵਾਦ ਨਹੀਂ ਦੇਂਗਾ? ਤੂੰ ਮੇਰੀ ਮਦਦ ਕੀਤੀ ਹੈ। ਬੰਦਾ ਚੁੱਪ ਚੁਪੀਤਾ ਚਾਹ ਤਿਆਰ ਕਰਦਾ ਰਿਹਾ। ਫਿਰ ਉਹ ਮੁੰਡੇ ਵੱਲ ਨੂੰ ਮੁੜਿਆ। ਉਹਨੇ ਕਿਹਾ, ਮੈਨੂੰ ਤੇਰੇ ਤੇ ਮਾਣ ਹੈ, ਤੂੰ ਮੇਰੀ ਦੁਕਾਨ 'ਚ ਇੱਕ ਨਵਾਂ ਹੁਲਾਰਾ ਲਿਆਂਦਾ, ਪਰ ਤੈਨੂੰ ਦੱਸਾਂ ਕਿ ਮੈਂ ਮੱਕੇ ਨਹੀਂ ਜਾ ਸਕਦਾ। ਐਨ ਉਸੇ ਤਰ੍ਹਾਂ ਜਿਵੇਂ ਤੂੰ ਜਾਣਦਾ ਕਿ ਤੂੰ ਭੇਡਾਂ ਨਹੀਂ ਖਰੀਦ ਰਿਹਾ। ਤੈਨੂੰ ਇਹ ਗੱਲ ਕਿਹਨੇ ਦੱਸੀ? ਮੁੰਡੇ ਨੇ ਹੈਰਾਨ ਹੋਏ ਨੇ ਪੁੱਛਿਆ। ਮਕਤੂਬ, ਕ੍ਰਿਸਟਲ ਦੇ ਵਪਾਰੀ ਨੇ ਕਿਹਾ, ਅਤੇ ਉਹਨੇ ਮੁੰਡੇ ਨੂੰ ਆਸ਼ੀਰਵਾਦ ਦੇ ਦਿੱਤੀ। ਧੰਨਵਾਦ। ਅੰਗ 5ਵਾਂ। ਮੁੰਡਾ ਆਪਣੇ ਕਮਰੇ 'ਚ ਗਿਆ ਤੇ ਆਪਣਾ ਸਾਜ਼ ਸਮਾਨ ਬੰਨ ਲਿਆ। ਇਸ ਨਾਲ 3 ਬੋਰੀਆਂ ਭਰ ਗਈਆਂ। ਜਦੋਂ ਜਾਣ ਲੱਗਾ ਤਾਂ ਉਹਨੇ ਕਮਰੇ ਦੇ ਕੋਨੇ 'ਚ ਪਈ ਆਪਣੀ ਪੁਰਾਣੀ ਆਜੜੀਆਂ ਵਾਲੀ ਪੋਟਲੀ ਦੇਖੀ। ਇਹ ਖੁੰਝੇ 'ਚ ਪਈ ਸੀ। ਲੰਮੇ ਸਮੇਂ ਤੋਂ ਉਹਨੂੰ ਇਹਦਾ ਧਿਆਨ ਹੀ ਨਹੀਂ ਸੀ ਆਇਆ। ਇਹ ਸੋਚਦੇ ਹੋਏ ਕਿ ਆਪਣੀ ਜੈਕਟ ਉਹ ਗਲੀ ਦੇ ਵਿੱਚ ਦੇ ਦੇਵੇਗਾ, ਉਹਨੇ ਜੈਕਟ ਪੋਟਲੀ 'ਚੋਂ ਕੱਢੀ ਤਾਂ 2 ਪੱਥਰ ਜ਼ਮੀਨ ਤੇ ਆ ਡਿੱਗੇ, ਉਰਿਮ ਤੇ ਥੁਮਿਮ। ਇਸ ਨਾਲ ਮੁੰਡੇ ਨੂੰ ਉਸ ਬਜ਼ੁਰਗ ਬਾਦਸ਼ਾਹ ਦੀ ਯਾਦ ਆ ਗਈ ਤੇ ਉਹ ਇਹ ਮਹਿਸੂਸ ਕਰਕੇ ਹੈਰਾਨ ਰਹਿ ਗਿਆ ਕਿ ਕਿੰਨੇ ਲੰਮੇ ਸਮੇਂ ਤੋਂ ਉਹਨੇ ਉਸ ਬਾਰੇ ਸੋਚਿਆ ਤੱਕ ਨਹੀਂ ਸੀ। ਕਰੀਬ 1 ਸਾਲ ਤੱਕ ਉਹ ਲਗਾਤਾਰ ਕੰਮ ਕਰਦਾ ਰਿਹਾ ਸੀ ਤੇ ਉਹਦੀ ਸਿਰਫ ਇੱਕੋ ਇੱਕ ਸੋਚ ਇਹ ਸੀ ਕਿ ਉਹ ਇੰਨਾ ਪੈਸਾ ਕਮਾ ਸਕੇ ਕਿ ਮਾਣ ਸਤਿਕਾਰ ਨਾਲ ਵਾਪਸ ਸਪੇਨ ਪਰਤ ਸਕੇ। ਬਜ਼ੁਰਗ ਬਾਦਸ਼ਾਹ ਨੇ ਕਿਹਾ ਸੀ, ਕਦੇ ਵੀ ਸੁਪਨੇ ਲੈਣੇ ਬੰਦ ਨਾ ਕਰੀ, ਨਿਸ਼ਾਨੀਆਂ ਮੁਤਾਬਕ ਚੱਲੀ। ਮੁੰਡੇ ਨੇ ਉਰਮ ਤੇ ਥੁਮਿਮ ਚੁੱਕ ਲਏ ਤੇ ਇੱਕ ਵਾਰ ਫੇਰ ਉਹਨੂੰ ਇਹ ਮਹਿਸੂਸ ਹੋਇਆ ਕਿ ਬਜ਼ੁਰਗ ਬਾਦਸ਼ਾਹ ਕਿਤੇ ਨੇੜੇ ਤੇੜੇ ਹੀ ਸੀ। ਉਹਨੇ ਸਾਲ ਭਰ ਸਖਤ ਮਿਹਨਤ ਕੀਤੀ ਸੀ ਤੇ ਨਿਸ਼ਾਨੀਆਂ ਇਹ ਦੱਸਦੀਆਂ ਸੀ ਕਿ ਉਹਦੇ ਰਵਾਨਾ ਹੋਣ ਦਾ ਸਮਾਂ ਆ ਗਿਆ। ਮੁੰਡੇ ਨੇ ਸੋਚਿਆ ਕਿ ਮੈਂ ਉਹੀ ਕੁਝ ਕਰਨ ਜਾ ਰਿਹਾ ਜੋ ਕੁਝ ਮੈਂ ਪਹਿਲਾਂ ਕਰਦਾ ਹੁੰਦਾ ਸੀ। ਇਸ ਗੱਲ ਦੇ ਬਾਵਜੂਦ ਕਿ ਭੇਡਾਂ ਨੇ ਮੈਨੂੰ ਅਰਬੀ ਬੋਲਣੀ ਨਹੀਂ ਸੀ ਸਿਖਾਈ, ਪਰ ਭੇਡਾਂ ਨੇ ਉਹਨੂੰ ਇਸ ਤੋਂ ਕਿਤੇ ਅਹਿਮ ਗੱਲ ਸਿਖਾਈ ਸੀ। ਉਹ ਇਹ ਕਿ ਸੰਸਾਰ 'ਚ ਇੱਕ ਐਸੀ ਭਾਸ਼ਾ ਵੀ ਹੈ ਜਿਹਨੂੰ ਹਰ ਕੋਈ ਸਮਝਦਾ ਹੈ। ਇਹ ਉਹ ਭਾਸ਼ਾ ਸੀ ਜਿਹਦੀ ਵਰਤੋਂ ਮੁੰਡੇ ਨੇ ਦੁਕਾਨ ਦਾ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕੀਤੀ ਸੀ। ਇਹ ਉਤਸ਼ਾਹ ਦੀ, ਪਿਆਰ ਦੀ ਤੇ ਮੰਤਵ ਨਾਲ ਕੀਤੇ ਹੋਏ ਕੰਮਾਂ ਦੀ ਭਾਸ਼ਾ ਸੀ। ਨਾਲ ਦੀ ਨਾਲ ਉਸ ਚੀਜ਼ ਦੀ ਖੋਜ ਦੀ ਭਾਸ਼ਾ ਸੀ ਜਿਹਦੀ ਕੋਈ ਬੰਦਾ ਇੱਛਾ ਰੱਖਦਾ ਹੋਵੇ। ਟੈਂਗੀਅਰ ਹੁਣ ਕੋਈ ਅਜਨਬੀ ਸ਼ਹਿਰ ਨਹੀਂ ਸੀ ਰਹਿ ਗਿਆ। ਉਹਨੇ ਮਹਿਸੂਸ ਕੀਤਾ ਕਿ ਜਿਵੇਂ ਉਹਨੇ ਇਸ ਥਾਂ ਤੇ ਜਿੱਤ ਹਾਸਲ ਕੀਤੀ ਹੈ, ਉਸੇ ਤਰ੍ਹਾਂ ਹੀ ਉਹ ਸੰਸਾਰ ਨੂੰ ਵੀ ਜਿੱਤ ਸਕਦਾ ਹੈ। ਜਦੋਂ ਤੁਸੀਂ ਕੋਈ ਚੀਜ਼ ਹਾਸਲ ਕਰਨ ਦੀ ਇੱਛਾ ਕਰੋ ਤਾਂ ਸਾਰੀ ਕਾਇਨਾਤ ਤੁਹਾਨੂੰ ਇਹਨੂੰ ਹਾਸਲ ਕਰਨ 'ਚ ਤੁਹਾਡੀ ਮਦਦ ਕਰਨ ਦੀ ਸਾਜ਼ਿਸ਼ ਰਚਦੀ ਹੈ, ਬਜ਼ੁਰਗ ਬਾਦਸ਼ਾਹ ਨੇ ਕਿਹਾ ਸੀ। ਪਰ ਬਜ਼ੁਰਗ ਬਾਦਸ਼ਾਹ ਨੇ ਲੁੱਟੇ ਜਾਣ ਬਾਰੇ ਜਾਂ ਮੁੱਖ ਮਾਰੂਥਲਾਂ ਬਾਰੇ ਜਾਂ ਉਹਨਾਂ ਲੋਕਾਂ ਬਾਰੇ ਕੁਝ ਨਹੀਂ ਸੀ ਕਿਹਾ ਜਿਨ੍ਹਾਂ ਦੇ ਸੁਪਨੇ ਤਾਂ ਹਨ ਪਰ ਉਹਨਾਂ ਨੂੰ ਪੂਰੀਆਂ ਕਰਨਾ ਨਹੀਂ ਚਾਹੁੰਦੇ। ਬਜ਼ੁਰਗ ਬਾਦਸ਼ਾਹ ਨੇ ਉਹਨੂੰ ਇਹ ਨਹੀਂ ਸੀ ਦੱਸਿਆ ਕਿ ਪਿਰਾਮਿਡ ਸਿਰਫ ਪੱਥਰਾਂ ਦੀਆਂ ਢੇਰੀਆਂ ਹਨ, ਜਾਂ ਇਹ ਕਿ ਇਹਨਾਂ ਨੂੰ ਕੋਈ ਵੀ ਆਪਣੇ ਘਰ ਦੇ ਪਿਛਵਾੜੇ ਬਣਵਾ ਸਕਦਾ ਹੈ। ਤੇ ਉਹ ਇਹ ਵੀ ਦੱਸਣਾ ਭੁੱਲ ਗਿਆ ਸੀ ਕਿ ਜਦੋਂ ਤੁਹਾਡੇ ਕੋਲ ਆਪਣੇ ਪਹਿਲਾਂ ਵਾਲੇ ਇੱਜੜ ਨਾਲੋਂ ਵੱਧ ਭੇਡਾਂ ਖਰੀਦਣ ਜੋਗਾ ਪੈਸਾ ਹੋ ਜਾਏ ਤਾਂ ਤੁਹਾਨੂੰ ਖਰੀਦ ਲੈਣੀਆਂ ਚਾਹੀਦੀਆਂ ਹਨ। ਮੁੰਡੇ ਨੇ ਆਪਣੀ ਪੋਟਲੀ ਚੁੱਕੀ, ਇਹਨੂੰ ਹੋਰ ਚੀਜ਼ਾਂ ਦੇ ਨਾਲ ਹੀ ਰੱਖ ਲਿਆ। ਪੌੜੀਆਂ ਉਤਰਿਆ, ਦੇਖਿਆ ਵਪਾਰੀ ਇੱਕ ਵਿਦੇਸ਼ੀ ਜੋੜੇ ਨੂੰ ਸਮਾਨ ਦਿਖਾ ਰਿਹਾ ਸੀ, ਜਦੋਂ ਕਿ 2 ਹੋਰ ਗਾਹਕ ਦੁਕਾਨ 'ਚ ਬੈਠੇ ਕ੍ਰਿਸਟਲ ਦੇ ਬਰਤਨਾਂ 'ਚ ਚਾਹ ਪੀ ਰਹੇ ਸਨ। ਸਵੇਰ ਦੇ ਸਮੇਂ ਜਿੰਨਾ ਕੰਮ ਆਮ ਤੌਰ ਤੇ ਦੁਕਾਨ 'ਚ ਹੁੰਦਾ ਹੈ, ਉਸ ਨਾਲ ਵੱਧ ਦਿਖਾਈ ਦੇ ਰਿਹਾ ਸੀ। ਜਿਸ ਥਾਂ ਤੇ ਉਹ ਖੜਾ ਸੀ ਉੱਥੇ ਉਹਨੇ ਪਹਿਲੀ ਵਾਰ ਦੇਖਿਆ ਕਿ ਵਡੇਰੀ ਉਮਰ ਦੇ ਵਪਾਰੀ ਦੇ ਵਾਲ ਬਜ਼ੁਰਗ ਬਾਦਸ਼ਾਹ ਦੇ ਵਾਲਾਂ ਨਾਲ ਮਿਲਦੇ ਜੁਲਦੇ ਸਨ। ਉਹਨੂੰ ਟੈਂਗੀਅਰ 'ਚ ਪਹਿਲੇ ਦਿਨ ਦੌਰਾਨ ਮਿਠਾਈ ਵੇਚਣ ਵਾਲੇ ਦੀ ਮੁਸਕਰਾਹਟ ਚੇਤੇ ਆਈ। ਉਸ ਦਿਨ ਉਸ ਕੋਲ ਨਾ ਖਾਣ ਲਈ ਕੋਈ ਥਾਂ ਸੀ, ਨਾ ਰਹਿਣ ਲਈ। ਉਹ ਮੁਸਕਰਾਹਟ ਵੀ ਬਜ਼ੁਰਗ ਬਾਦਸ਼ਾਹ ਦੀ ਮੁਸਕਰਾਹਟ ਵਰਗੀ ਹੀ ਸੀ। ਉਹਨੇ ਸੋਚਿਆ ਕਿ ਇਹ ਤਾਂ ਐਵੇਂ ਹੀ ਸੀ ਜਿਵੇਂ ਉਹ ਇੱਥੇ ਆਇਆ ਹੋਵੇ ਤੇ ਆਪਣੀ ਨਿਸ਼ਾਨੀ ਛੱਡ ਗਿਆ ਹੋਵੇ। ਇਹਦੇ ਬਾਵਜੂਦ ਇਹ ਲੋਕ ਕਦੇ ਵੀ ਬੁੱਢੇ ਬਾਦਸ਼ਾਹ ਨੂੰ ਨਹੀਂ ਸੀ ਮਿਲੇ। ਦੂਜੇ ਪਾਸੇ ਉਹਨੇ ਇਹ ਕਿਹਾ ਸੀ ਕਿ ਉਹ ਸਦਾ ਹੀ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਹਾਜ਼ਰ ਹੁੰਦਾ ਹੈ ਜਿਹੜੇ ਆਪੋ ਆਪਣੀ ਹੋਣੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਆ। ਉਹ ਕ੍ਰਿਸਟਲ ਦੇ ਵਪਾਰੀ ਨੂੰ ਅਲਵਿਦਾ ਕਹੇ ਬਿਨਾਂ ਹੀ ਰਵਾਨਾ ਹੋ ਗਿਆ। ਉਹ ਨਹੀਂ ਸੀ ਚਾਹੁੰਦਾ ਕਿ ਹੋਰਾਂ ਲੋਕਾਂ ਦੀ ਮੌਜੂਦਗੀ ਵਿੱਚ ਉਹਦਾ ਰੋਣਾ ਨਿਕਲ ਜਾਏ। ਉਹਨੂੰ ਇਹ ਥਾਂ ਦਾ ਪਤਾ
ਚੇਤਾ ਆਉਣਾ ਸੀ ਤੇ ਜਿਹੜੀਆਂ ਗੱਲਾਂ ਇੱਥੇ ਸਿੱਖੀਆਂ ਸੀ ਉਹਨਾਂ ਦੀ ਇੱਕ ਰਹਿਣੀ ਸੀ, ਪਰ ਉਹਨੇ ਆਪਣੇ ਆਪ 'ਚ ਪਹਿਲਾਂ ਨਾਲੋਂ ਵੱਧ ਭਰੋਸਾ ਸੀ ਤੇ ਮਹਿਸੂਸ ਕਰਦਾ ਸੀ ਕਿ ਉਹ ਸੰਸਾਰ ਨੂੰ ਜਿੱਤ ਸਕਦਾ ਹੈ। ਪਰ ਮੈਂ ਉਹਨਾਂ ਖੇਤਾਂ 'ਚ ਜਾ ਰਿਹਾ ਜਿਨ੍ਹਾਂ ਨੂੰ ਮੈਂ ਜਾਣਦਾ, ਤਾਂ ਕਿ ਮੈਂ ਆਪਣੀ ਭੇਡਾਂ ਦੀ ਸੰਭਾਲ ਕਰ ਸਕਾਂ। ਉਹਨੇ ਆਪਣੇ ਆਪ ਨੂੰ ਦ੍ਰਿੜਤਾ ਨਾਲ ਕਿਹਾ, ਪਰ ਉਹ ਆਪਣੇ ਇਸ ਫੈਸਲੇ ਤੋਂ ਖੁਸ਼ ਨਹੀਂ ਸੀ। ਉਹਨੂੰ ਸਾਲ ਭਰ ਸਖਤ ਮਿਹਨਤ ਕਰਤੀ ਸੀ ਤੇ ਉਹਦਾ ਸੁਪਨਾ ਪੂਰਾ ਹੋ ਸਕੇ, ਇਹ ਸੁਪਨਾ ਹਰ ਪਲ ਹੀ ਮਹੱਤਤਾ ਗਵਾ ਰਿਹਾ ਸੀ। ਸ਼ਾਇਦ ਇਹ ਉਹਦਾ ਸੁਪਨਾ ਹੀ ਨਹੀਂ ਸੀ, ਕੀ ਪਤਾ। ਖਬਰੇ ਕ੍ਰਿਸਟਲ ਦੇ ਵਪਾਰੀ ਵਾਂਗ ਰਹਿਣਾ ਕਿਤੇ ਚੰਗਾ ਹੈ। ਕਦੇ ਵੀ ਮੱਕੇ ਨਾ ਜਾਓ ਤੇ ਆਪਣੀ ਸਾਰੀ ਜ਼ਿੰਦਗੀ ਮੱਕੇ ਜਾਣ ਦੀ ਇੱਛਾ ਕਰਦਿਆਂ ਹੀ ਬਿਤਾ ਲਓ। ਉਹਨੇ ਆਪਣੇ ਆਪ ਨੂੰ ਤਸੱਲੀ ਦੇਣ ਲਈ ਮੁੜ ਸੋਚਿਆ, ਪਰ ਜਿਵੇਂ ਹੀ ਉਹਨੇ ਉਰਿਮ ਤੇ ਥੁਮਿਮ ਨੂੰ ਆਪਣੇ ਹੱਥਾਂ 'ਚ ਲਿਆ ਤਾਂ ਉਹਦੇ ਅੰਦਰ ਬੁੱਢੇ ਬਾਦਸ਼ਾਹ ਵਾਲੀ ਤਾਕਤ ਤੇ ਇੱਛਾ ਸ਼ਕਤੀ ਦਾ ਸੰਚਾਰ ਕਰ ਦਿੱਤਾ। ਅਚਨਚੇਤ ਹੀ ਜਾਂ ਫਿਰ ਮੁੰਡੇ ਦੇ ਸੋਚਣ ਮੁਤਾਬਕ ਇਹ ਇੱਕ ਨਿਸ਼ਾਨੀ ਸੀ ਕਿ ਉਹ ਉਸ ਕਾਹਨੇਵਾਨ ਵਿੱਚ ਪਹੁੰਚ ਗਿਆ ਤੇ ਜਿੱਥੇ ਉਹ ਪਹਿਲੇ ਦਿਨ ਦਾਖਲ ਹੋਇਆ ਸੀ। ਚੋਰ ਉੱਥੇ ਨਹੀਂ ਸੀ ਤੇ ਮਾਲਕ ਨੇ ਉਹਨੂੰ ਚਾਹ ਦਾ ਕੱਪ ਲਿਆ ਕੇ ਦਿੱਤਾ ਸੀ। ਮੁੰਡੇ ਨੇ ਸੋਚਿਆ ਕਿ ਮੈਂ ਕਦੇ ਵੀ ਜਾ ਕੇ ਭੇਡਾਂ ਪਾਲਣ ਦਾ ਕੰਮ ਸ਼ੁਰੂ ਕਰ ਸਕਦਾ। ਮੈਂ ਭੇਡਾਂ ਦੀ ਦੇਖਭਾਲ ਕਰਨਾ ਸਿੱਖਿਆ ਹੋਇਆ। ਮੈਂ ਹੁਣ ਤੱਕ ਨਹੀਂ ਭੁੱਲਾ ਕਿ ਇਹ ਕਿਵੇਂ ਕਰੀਦੀ ਹੈ, ਪਰ ਸ਼ਾਇਦ ਮਿਸਰ ਦੇ ਪਿਰਾਮਿਡ ਦੇਖਣ ਦਾ ਮੌਕਾ ਮੈਨੂੰ ਹੋਰ ਕਦੇ ਨਾ ਮਿਲੇ। ਬਜ਼ੁਰਗ ਬਾਦਸ਼ਾਹ ਦੇ ਸੋਨੇ ਦਾ ਜ਼ਰਾ ਬਖਤਰ ਪਾਇਆ ਹੋਇਆ ਸੀ ਤੇ ਉਹਨੂੰ ਮੇਰੇ ਭੂਤਕਾਲ ਦਾ ਪਤਾ ਸੀ। ਉਹ ਸੱਚਮੁੱਚ ਹੀ ਬਾਦਸ਼ਾਹ ਸੀ, ਇੱਕ ਅਕਲਮੰਦ ਬਾਦਸ਼ਾਹ। ਅੰਦਾਲੂਸ਼ੀਆ ਦੀਆਂ ਪਹਾੜੀਆਂ ਸਿਰਫ 2 ਘੰਟਿਆਂ ਦੀ ਦੂਰੀ ਤੇ ਸਨ, ਪਰ ਉਹਦੇ ਅਤੇ ਪਿਰਾਮਿਡਾਂ ਦੇ ਵਿਚਕਾਰ ਇੱਕ ਲੰਬਾ ਚੌੜਾ ਮਾਰੂਥਲ ਸੀ। ਫਿਰ ਵੀ ਮੁੰਡੇ ਨੇ ਸੋਚਿਆ ਕਿ ਇਸ ਹਾਲਤ ਬਾਰੇ ਸੋਚਣ ਦਾ ਇੱਕ ਹੋਰ ਤਰੀਕਾ ਹੈ। ਉਹ ਇਹ ਕਿ ਉਹ ਆਪਣੇ ਖਜ਼ਾਨੇ ਤੋਂ 2 ਘੰਟੇ ਨੇੜੇ ਹੋ ਗਿਆ। ਇਹ ਗੱਲ ਵੱਖਰੀ ਹੈ ਕਿ ਇਹ 2 ਘੰਟੇ ਕਰੀਬ 1 ਸਾਲ ਤੱਕ ਫੈਲ ਗਏ ਸੀ। ਉਹਨੇ ਸੋਚਿਆ, ਮੈਂ ਜਾਣਦਾ ਕਿ ਮੈਂ ਆਪਣੀਆਂ ਭੇਡਾਂ ਕੋਲ ਕਿਉਂ ਵਾਪਸ ਜਾਣਾ ਚਾਹੁੰਦਾ। ਮੈਂ ਭੇਡਾਂ ਨੂੰ ਸਮਝਦਾ, ਉਹ ਮੇਰੇ ਲਈ ਕੋਈ ਸਮੱਸਿਆ ਨਹੀਂ ਹਨ ਤੇ ਉਹ ਮੇਰੀਆਂ ਚੰਗੀਆਂ ਮਿੱਤਰ ਵੀ ਬਣ ਸਕਦੀਆਂ ਹਨ। ਦੂਜੇ ਪਾਸੇ ਮੈਂ ਇਹ ਨਹੀਂ ਜਾਣਦਾ ਕਿ ਮਾਰੂਥਲ ਦੋਸਤ ਵੀ ਹੋ ਸਕਦਾ ਜਾਂ ਨਹੀਂ, ਤੇ ਇਹ ਮਾਰੂਥਲ ਹੀ ਹੈ ਜਿੱਥੇ ਮੈਂ ਆਪਣਾ ਖਜ਼ਾਨਾ ਲੱਭਣਾ ਹੈ। ਜੇ ਮੈਂ ਇਹਨੂੰ ਨਾ ਲੱਭ ਸਕਿਆ ਤਾਂ ਮੈਂ ਕਿਸੇ ਵੀ ਵੇਲੇ ਘਰ ਪਰਤ ਸਕਦਾ। ਮੇਰੇ ਕੋਲ ਆਖਰਕਾਰ ਕਾਫੀ ਪੈਸਾ ਵੀ ਹੈ ਤੇ ਸਮਾਂ ਵੀ, ਫਿਰ ਕਿਉਂ ਨਾ ਚੱਲਿਆ ਜਾਵੇ। ਉਹਨੇ ਅਚਨਚੇਤ ਹੀ ਆਪਣੇ ਆਪ ਨੂੰ ਬਹੁਤ ਖੁਸ਼ ਮਹਿਸੂਸ ਕੀਤਾ। ਵਾਪਸ ਜਾ ਕੇ ਆਜੜੀ ਤਾਂ ਉਹ ਕਦੇ ਵੀ ਬਣ ਸਕਦਾ, ਪਰ ਜ਼ਿੰਦਗੀ ਵਿੱਚ ਕਦੇ ਵੀ ਕ੍ਰਿਸਟਲ ਦਾ ਕਾਰੋਬਾਰ ਵੀ ਕਰ ਸਕਦਾ। ਸੰਸਾਰ 'ਚ ਖਬਰੇ ਹੋਰ ਵੀ ਬਾਦਸ਼ਾਹ ਨੂੰ ਮਿਲਿਆ ਹੋਵੇ, ਪਰ ਇਸ ਬਾਰੇ ਕੁਝ ਨਹੀਂ ਗੱਲ ਕਰਦਾ। ਜਦੋਂ ਕਾਹਵਾ ਘਰ ਤੋਂ ਬਾਹਰ ਨਿਕਲਿਆ ਤਾਂ ਉਹ ਸੋਚ ਰਿਹਾ ਸੀ ਕਿ ਉਹਨੂੰ ਚੇਤਾ ਆਇਆ ਕਿ ਕ੍ਰਿਸਟਲ ਦੇ ਵਪਾਰੀ ਦਾ ਸਮਾਨ ਪਹੁੰਚਾਉਣ ਵਾਲਾ ਇੱਕ ਵਿਅਕਤੀ ਆਪਣਾ ਸਮਾਨ ਉਹਨਾਂ ਕਾਫਲਿਆਂ ਰਾਹੀਂ ਲਿਆਉਂਦਾ ਸੀ ਜਿਹੜੇ ਮਾਰੂਥਲ ਵਿੱਚ ਦੀ ਲੰਘਦੇ ਸਨ। ਉਹਨੇ ਉਰਿਮ ਤੇ ਥੁਮਿਮ ਨੂੰ ਆਪਣੇ ਹੱਥ 'ਚ ਲਿਆ। ਇਹਨਾਂ ਹੀ 2 ਪੱਥਰਾਂ ਕਾਰਨ ਉਹ ਇੱਕ ਵਾਰ ਫੇਰ ਆਪਣੇ ਖਜ਼ਾਨੇ ਵੱਲ ਨੂੰ ਰਵਾਨਾ ਹੋ ਰਿਹਾ ਸੀ। ਬੁੱਢੇ ਬਾਦਸ਼ਾਹ ਨੇ ਉਹਨੂੰ ਕਿਹਾ ਸੀ, ਜਦੋਂ ਵੀ ਕੋਈ ਆਪਣੀ ਹੁਣੀ ਨੂੰ ਹਾਸਲ ਕਰਨ ਦੀ ਇੱਛਾ ਰੱਖਦਾ ਤਾਂ ਮੈਂ ਉਹਦੇ ਕੋਲ ਹੁੰਦਾ। ਉਹ ਸਮਾਨ ਲਿਆਉਣ ਵਾਲੇ ਬੰਦੇ ਦੇ ਗੋਦਾਮ ਵਿੱਚ ਜਾਣ ਤੇ ਇਹ ਪਤਾ ਕਰਨ ਕਿ ਪਿਰਾਮਿਡ ਸੱਚਮੁੱਚ ਉਨੀ ਦੂਰ ਹਨ ਕਿ ਨਹੀਂ ਦਾ ਤਾਂ ਕੋਈ ਮੁੱਲ ਹੀ ਨਹੀਂ ਲੱਗਦਾ। ਧੰਨਵਾਦ।